स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਸਿੱਖਿਆ ਦੇ ਮਿਆਰ ਦਾ ਮੁੱਦਾ ਅਕਸਰ ਹੀ ਪੰਜਾਬ ਦੇ ਵਿੱਚ ਸੁਰੱਖਿਆ ਬਣਿਆ ਰਹਿੰਦਾ ਹੈ। ਹਾਲ ਹੀ ਦੇ ਵਿੱਚ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੀਤਾ। ਕੁਝ ਲੋਕ ਤੇ ਕੁਝ ਧਿਰਾਂ ਕਹਿ ਰਹੀਆਂ ਨੇ ਕਿ ਇੰਨੀ ਜਲਦਬਾਜ਼ੀ ਕਿਉਂ ਨਤੀਜੇ ਐਲਾਨਣ ਦੇ ਵਿੱਚ ਬੋਰਡ ਨੇ ਕੀਤੀ ਹੈ, ਕਿਉਂਕਿ ਹਾਲੇ ਤੱਕ ਕੁਝ ਵਿਦਿਆਰਥੀ, ਸੈਂਕੜੇ ਵਿਦਿਆਰਥੀ ਅਜਿਹੇ ਨੇ ਜਿਨ੍ਹਾਂ ਦਾ ਰਿਜ਼ਲਟ ਡਿਕਲੇਅਰ ਨਹੀਂ ਕੀਤਾ ਗਿਆ। ਉਸ ਦਾ ਨਤੀਜਾ ਇਹ ਹੋਇਆ ਕਿ ਜਿਹੜੀ ਤੁਸੀਂ ਮੈਰਿਟ ਸੂਚੀ ਬਣਾਉਣੀ ਸੀ ਉਹ ਸਹੀ ਮੁਕੰਮਲ ਤੌਰ ਤੇ ਬਣ ਨਹੀਂ ਸਕੀ। ਅਜਿਹੀ ਕੀ ਨੌਬਤ ਆ ਗਈ ਸੀ ਕਿ ਇੰਨੀ ਤੇਜ਼ੀ ਦਿਖਾਈ ਗਈ ਨਤੀਜੇ ਐਲਾਨਣ ਦੇ ਵਿੱਚ, ਜਿਸ ਤੋਂ ਬਾਅਦ ਸਵਾਲ ਵੀ ਖੜੇ ਹੋਏ ਨੇ। ਉਸ ਤੋਂ ਇਲਾਵਾ ਜਿਹੜੇ ਨਤੀਜੇ ਸਾਹਮਣੇ ਆਏ ਨੇ ਉਹਨਾਂ ਦੀ ਜਿਹੜੀ परसेंटेज है या अनुपात ਦੇ ਵਿੱਚ ਜਿਹੜਾ ਵੱਡਾ ਫਰਕ ਆਇਆ ਉਸ ਤੇ ਵੀ ਕਿੰਤੂ ਪਰੰਤੂ ਕੀਤਾ ਜਾ ਰਿਹਾ। ਭਾਵੇਂ ਉਹ ਕੁੜੀਆਂ ਮੁੰਡਿਆਂ ਦਾ ਜਿਹੜਾ ਪਾਸ ਫੀਸਦ ਦਾ ਨਤੀਜਾ ਹੋਵੇ ਉਹਦੇ ਅਨੁਪਾਤ ਦੀ ਗੱਲ ਹੋਵੇ, ਜਾਂ ਸ਼ਹਿਰੀ ਪਿੰਡੂ ਖੇਤਰ ਦੇ ਅਨੁਪਾਤ ਦੀ ਗੱਲ ਹੋਵੇ, ਜਾਂ ਬਾਰਡਰ ਏਰੀਆ ਦੇ ਵਿੱਚ ਜਿਹੜੇ ਨਤੀਜੇ ਆਏ ਨੇ ਉਹਨਾਂ ਦੀ ਗੱਲ ਹੋਵੇ, ਸਾਰਿਆਂ ਦੇ ਵਿੱਚ ਵੱਡਾ ਫਰਕ ਆਇਆ। ਉਸੇ ਤੇ ਸਵਾਲ ਵੀ ਕੀਤੇ ਜਾ ਰਹੇ ਨੇ ਔਰ ਉਹਦੀ ਡੂੰਘਾਈ ਦੇ ਨਾਲ ਇਹ ਪੜਤਾਲ ਕਰਨੀ ਵੀ ਬੜੀ ਜ਼ਰੂਰੀ ਹੈ ਕਿ ਆਖਿਰਕਾਰ ਇਹ ਹੋਇਆ ਕਿਉਂ ਔਰ ਅੱਗੋਂ ਨਾ ਹੋਵੇ। ਇਸ ਦੇ ਲਈ ਵੀ ਸਰਕਾਰ ਵੱਲੋਂ ਕੀ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਸਾਡਾ ਖਾਸ ਮਹਿਮਾਨ ਮੌਜੂਦ ਨੇ ਇਸ ਸਾਰੇ ਮੁੱਦੇ ਤੇ ਵਿਚਾਰ ਚਰਚਾ ਕਰਨ ਦੇ ਲਈ। डॉक्टर दलजीत सिंह चीमा साहब मौजूद ने, साबका सिक्ख्या मंत्री पंजाब। प्यारेलाल गर्ग साहब मौजूद ने, सिक्ख्या माहिर ने। एडवोकेट बूटा सिंह जी बुलार ने आम आदमी पार्टी दे। उदय सिंह राठौड़ साहब बुलार ने पंजाब कांग्रेस दे। विनीत जोशी साहब सकत्तर ने पंजाब भाजपा दे। स्वागत है सारे मेहमानों का। मैं चीमा साहब थोड़े तो शुरुआत इसलिए कर रहे हैं क्योंकि तुसी सिक्ख्या मंत्री रहे हो और इस विभाग दे विच तुहाडी चंगी खासी पकड़ भी रही है। ਜਿਹੜੇ ਇਹ ਨਤੀਜੇ ਐਲਾਨੇ ਗਏ ਨੇ, ਜਿਹੜੇ 12ਵੀਂ ਦੇ ਨਤੀਜੇ ਹੁਣ ਐਲਾਨੇ ਗਏ ਨੇ, ਇਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇੰਨੀ ਤੇਜ਼ੀ ਕਿਉਂ ਦਿਖਾਈ ਗਈ ਜਾਂ ਜਲਦਬਾਜ਼ੀ ਕਿਉਂ ਦਿਖਾਈ ਗਈ ਨਤੀਜੇ ਐਲਾਨਣ ਦੇ ਵਿੱਚ। ਥੋੜਾ ਰੁਕ ਕੇ ਜਿਹੜੇ ਵਿਦਿਆਰਥੀਆਂ ਦੇ ਐਗਜ਼ਾਮ ਹਲੇ ਚੱਲ ਰਹੇ ਸਨ ਜਾਂ ਜਿਨ੍ਹਾਂ ਦੇ ਨਤੀਜੇ ਨਹੀਂ ਆਏ, ਕੀ ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਨਹੀਂ ਕਰਨਾ ਚਾਹੀਦਾ ਸੀ? ਜੇ 15 ਤੋਂ 20% ਵਿਦਿਆਰਥੀ ਤੁਹਾਡੇ ਨਤੀਜੇ ਫੀਸਦ ਦੇ ਵਿੱਚੋਂ ਨਿਕਲ ਗਏ ਤਾਂ ਤੁਸੀਂ ਕਿਵੇਂ ਪਰਸੈਂਟੇਜ ਜਾਂ ਮੈਰਿਟ ਬਣਾ ਸਕਦੇ ਹੋ? ਦੇਖੋ, ਨਤੀਜੇ ਇੰਨੇ ਫਾਸਟ ਕਿਉਂ ਕੱਢੇ ਗਏ ਇਹ ਤਾਂ ਐਜੂਕੇਸ਼ਨ ਡਿਪਾਰਟਮੈਂਟ ਹੀ ਦੱਸ ਸਕਦਾ, ਕਿਉਂਕਿ ਮੇਰੇ ਹਿਸਾਬ ਦੇ ਨਾਲ ਤਾਂ ਕੋਈ ਏਡੀ ਕਾਹਲੀ ਹੈ ਨਹੀਂ ਸੀ। ਔਰ ਦੂਜੀ ਵੀ ਗੱਲ ਜਿਹੜੀ ਹੈ ਕਿ ਕੰਪਲੀਟ ਨਤੀਜਾ ਇਕੱਠਾ ਹੋਣਾ, 22-24,000 ਸਟੂਡੈਂਟ ਦਾ ਰਹਿ ਜਾਣਾ, ਮੈਰਿਟ ਲਿਸਟ ਨਾ ਬਣ ਪਾਉਣੀ, ਇਹਦੇ ਨਾਲੋਂ ਬੈਟਰ ਸੀ ਕਿ ਥੋੜ੍ਹਾ ਜਿਹਾ ਇੰਤਜ਼ਾਰ ਕਰ ਲਈ ਜਾਂਦੀ। ਹਾਲੇ ਕੋਈ ਕਾਹਲੀ ਨਹੀਂ ਸੀ ਤੇ ਪ੍ਰੋਪਰ ਰਿਜ਼ਲਟ ਜਿਹੜਾ ਪੂਰਾ ਇੱਕ ਜਿਵੇਂ ਪਹਿਲਾਂ ਨਿਕਲਦਾ ਉਸੇ ਤਰੀਕੇ ਨਿਕਲਣਾ ਚਾਹੀਦਾ ਸੀ। ਪਰ ਮੈਂ ਸਮਝਦਾ ਕਿ ਕੁਛ ਨਾ ਕੁਛ ਕਮੀਆਂ ਚਾਹੇ ਬੋਰਡ ਦੇ ਲੈਵਲ ਦੇ ਉੱਤੇ ਚਾਹੇ ਐਜੂਕੇਸ਼ਨ ਡਿਪਾਰਟਮੈਂਟ ਦੇ ਲੈਵਲ ਦੇ ਉੱਤੇ ਕਿਤੇ ਨਾ ਕਿਤੇ ਰਹੀਆਂ, ਜਿਹਦੇ ਕਰਕੇ ਇਹ ਜਿਹੜੇ ਪੁਆਇੰਟ ਹੈ ਐਤਕੀ ਉੱਠੇ। ਅੱਛਾ ਚੀਮਾ ਸਾਹਿਬ, ਜਿਹੜੇ ਦੋ ਤਰਕ ਨੇ ਜਿੱਥੇ ਤੱਕ ਮੋਟੀ ਮੈਨੂੰ ਸਮਝ ਆਉਂਦੀ ਹੈ, ਜਿਹੜੇ ਡਿਪਾਰਟਮੈਂਟ ਨੇ ਤਰਕ ਦਿੱਤੇ ਨੇ, ਉਹ ਤਰਕ ਇਹ ਦਿੰਦੇ ਨੇ ਕਿ ਸਾਨੂੰ ਆਪਣੇ ਨਤੀਜੇ ਹੋਰਨਾਂ ਸੂਬਿਆਂ ਨਾਲ ਸ਼ੇਅਰ ਕਰਨੇ ਪੈਂਦੇ ਨੇ, ਪਹਿਲੀ ਗੱਲ। ਦੂਜੀ ਗੱਲ, ਸਾਨੂੰ ਸੈਂਟਰ ਦੇ ਵਿੱਚ ਇਹ ਦੱਸਣਾ ਪੈਂਦਾ ਕਿ ਇਹ ਸਾਡੇ ਬੱਚੇ ਨੇ, ਇਸ ਲਈ ਸਾਨੂੰ ਵਜ਼ੀਫਿਆਂ ਦਾ ਜਿਹੜਾ ਇੰਤਜ਼ਾਮ ਹੈ ਤਾਂ ਹੀ ਹੋ ਪਾਉਂਦਾ ਜੇਕਰ ਅਸੀਂ ਟਾਈਮਲੀ ਉਹਨਾਂ ਨੂੰ ਦੱਸ ਪਾਉਂਦੇ ਹਾਂ। ਇਹਦੇ ਵਿੱਚ ਇਹ ਦੋਵੇਂ ਤਰਕ ਕਿਵੇਂ? ਐਜੂਕੇਸ਼ਨ ਡਿਪਾਰਟਮੈਂਟ ਕੋਈ ਨਵਾਂ ਨਹੀਂ ਬਣਿਆ, 70 ਸਾਲ ਤੋਂ ਇਹੀ ਐਜੂਕੇਸ਼ਨ ਡਿਪਾਰਟਮੈਂਟ ਹੈ, ਉਹੀ MHRD ਹੈ, ਉਹੀ NCT ਹੈ। ਕੋਈ ਨਵਾਂ ਜਿਹੜਾ ਹੈ ਸਿਸਟਮ ਕੋਈ ਪਿਛਲੇ ਸਾਲ ਦੇ ਵਿੱਚ ਜਾਂ ਹੁਣ ਦੇ ਵਿੱਚ ਉਹੀ ਅੱਗੋਂ ਕਾਲਜਿਸ ਦੀਆਂ ਐਡਮਿਸ਼ਨ ਦੀਆਂ ਡੇਟਸ ਹੈ। ਕਿਤੇ ਵੀ ਦੇਸ਼ ਦੇ ਵਿੱਚ ਕੋਈ ਮੇਜਰ ਚੇਂਜ ਨਹੀਂ ਆਈ ਜਿਹਦੇ ਕਰਕੇ ਬਹਾਨੇਬਾਜ਼ੀ ਉਹਨਾਂ ਨੂੰ ਬਣਾਉਣੀ ਪਵੇ ਕਿ ਆਹ ਕਰਨਾ। ਇਹਨਾਂ ਨੇ ਆਪ ਐ ਕਿ ਉੱਤਲ ਥੱਲੇ ਬਹੁਤ ਕੁਝ ਕੀਤਾ, ਜਿਹਦਾ ਰਿਐਕਸ਼ਨ ਵੀ ਫੀਲਡ ਦੇ ਵਿੱਚ ਅਧਿਆਪਕਾਂ ਦੇ ਵਿੱਚ ਵੀ ਨਜ਼ਰ ਆਉਂਦਾ ਕਿ ਜਲਦਬਾਜ਼ੀ ਵੀ ਕਰਾਈ ਗਈ, ਧੱਕੇ ਨਾਲ ਜਿਹੜੇ ਹੈਗੇ ਆ ਵੀ ਰਾਤੋਂ ਰਾਤ ਰਿਜ਼ਲਟ ਅਪਲੋਡ ਕਰੋ, ਇਸ ਤਰ੍ਹਾਂ ਕਰੋ, ਜਿਹਦੇ 'ਚ ਕਿ ਹਾਲੇ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ 'ਚ ਗਲਤੀਆਂ ਕਿੰਨੀਆਂ ਹੋਈਆਂ। ਜਿਹੜੀ ਮੈਨੂੰ ਲੱਗਦਾ ਕਿ ਹਾਲੇ ਤਾਂ ਰਿਜ਼ਲਟ ਆਇਆ, ਹੌਲੀ ਹੌਲੀ ਇਹਦੇ 'ਚ ਜਦੋਂ ਬੱਚੇ ਪੁਆਇੰਟ ਆਊਟ ਕਰਨਗੇ ਆਪੋ ਆਪਣਾ ਰਿਜ਼ਲਟ, ਕੁਛ ਰੀਵੈਲੂਏਸ਼ਨ ਵਾਸਤੇ ਅਪਲਾਈ ਕਰਨਗੇ, ਕੁਛ ਹੋਰ ਚੀਜ਼ਾਂ ਵਾਸਤੇ, ਤੇ ਹਾਲੇ ਸ਼ਾਇਦ ਇਹ ਜਿਹੜਾ ਨਵਾਂ ਇਹਨਾਂ ਤਜਰਬਾ ਕੀਤਾ ਇਹਦੇ 'ਚ ਸ਼ਾਇਦ ਹਾਲੇ ਹੋਰ ਖਾਮੀਆਂ ਵੱਡੀਆਂ ਵੀ ਸਾਹਮਣੇ ਆਉਣ। ਠੀਕ ਹੈ ਰਾਠੌੜ ਸਾਹਿਬ, ਤੁਹਾਡੇ ਤੋਂ ਹੀ ਲੈ ਲੈਣਾ। ਹਾਂਜੀ ਚੀਮਾ ਸਾਹਿਬ, ਗੱਲ ਤੁਹਾਡੇ ਤੋਂ ਬਾਅਦ 'ਚ ਆਉਣਾ ਮੈਂ। ਰਾਠੌੜ ਸਾਹਿਬ, ਜਿਹੜੀ ਗੱਲ ਸਾਰੀਆਂ ਤਰ੍ਹਾਂ ਕਹਿ ਰਹੀਆਂ ਨੇ ਔਰ ਕਈ ਬੱਚੇ ਵੀ ਕਹਿ ਰਹੇ ਨੇ, ਉਹਨਾਂ ਦੇ ਮਾਪੇ ਵੀ ਕਹਿ ਰਹੇ ਨੇ ਕਿ ਇੰਨੀ ਜਲਦਬਾਜ਼ੀ ਕਿਉਂ, ਨਤੀਜਿਆਂ ਦੀ ਉਡੀਕ ਕਿਉਂ ਨਹੀਂ ਕੀਤੀ ਗਈ ਮੁਕੰਮਲ ਤੌਰ ਤੇ? ਤੁਹਾਡੀ ਮੈਰਿਟ ਲਿਸਟ ਨਹੀਂ ਬਣ ਸਕੀ। ਇਹ ਪਹਿਲੀ ਵਾਰੀ ਹੋਇਆ ਕਿ ਜਦੋਂ ਤੁਸੀਂ ਨਤੀਜੇ ਐਲਾਨੇ ਹੋਣ ਤਾਂ ਮੈਰਿਟ ਲਿਸਟ ਹੀ ਨਾ ਬਣੇ। ਬਿਲਕੁਲ, ਜਿਹੜੇ ਕੁਝ ਵੋਕੇਸ਼ਨਲ ਜਿਹੜੇ ਸਟਰੀਮ ਦੇ ਬੱਚੇ ਸੀ ਉਹਨਾਂ ਦੇ ਰਹਿ ਗਏ ਨੇ, ਤੇ ਮਾਸ ਕਾਪਿੰਗ ਜਿੱਥੇ ਹੋਈ ਹੈ ਕੁਝ ਜ਼ਿਲ੍ਹਿਆਂ ਦੇ ਅੰਦਰ, ਉਹਨਾਂ ਦੇ ਨਤੀਜੇ ਜਿਹੜੇ ਉਹ ਪੈਂਡਿੰਗ ਰਹਿ ਗਏ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਲੇਕਿਨ ਗੱਲ ਹੈ ਕਿ ਇਹ ਛੇਤੀ ਨਹੀਂ ਹੈਗੀ। ਇਹ ਸਾਰੇ ਤੁਸੀਂ ਜਾਣਦੇ ਹੋ ਕਿ ਅੱਗੇ ਕੁਝ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ, ਐਡਮਿਸ਼ਨਸ ਨੇ, ਤੇ ਦੂਜੇ ਸੂਬਿਆਂ ਦੇ ਸਾਰਿਆਂ ਦੇ ਰਿਜ਼ਲਟ ਆ ਚੁੱਕੇ ਨੇ। ਤੇ ਮਤਲਬ ਤੁਹਾਡੀ ਮਜਬੂਰੀ ਬਣ ਗਈ ਸੀ ਨਤੀਜੇ ਐਲਾਨ? ਬਿਲਕੁਲ, ਇਹ ਐਲਾਨਾ ਸਾਡੀ ਮਜਬੂਰੀ ਸੀਗੀ ਤੇ ਇਹ ਜਿਹੜੇ ਬਾਕੀ ਪੈਂਡਿੰਗ ਨਤੀਜੇ ਨੇ ਉਹ ਵੀ ਛੇਤੀ ਆ ਜਾਏਗੇ। ਤੇ ਜਿਹੜੇ ਪੈਂਡਿੰਗ ਵਿਦਿਆਰਥੀ ਨੇ ਉਹਨਾਂ ਨੇ ਕਿਸੇ ਕੰਪੀਟੀਸ਼ਨ 'ਚ ਹਿੱਸਾ ਨਹੀਂ ਲੈਣਾ? ਬਿਲਕੁਲ ਲੈਣਾ ਹੈ, ਲੇਕਿਨ ਅਗਰ ਕੋਈ ਦਿੱਕਤ ਉੱਥੇ ਆਈ ਹੈ ਤਾਂ ਉਹ ਦਿੱਕਤ ਸਰਕਾਰ ਦੇ ਨਾਲ ਬੱਚਿਆਂ ਦੀ ਵੀ ਹੈ।
ਅੱਛਾ, ਹੁਣ ਤੁਹਾਡਾ ਤਰਕ ਸਿਰਫ ਇਹੀ ਹੈ ਕਿ ਬਾਕੀ ਸਾਰੇ ਸੂਬਿਆਂ ਨੇ ਐਲਾਨ ਦਿੱਤਾ ਸੀਗਾ, ਅੱਗੋਂ ਐਡਮਿਸ਼ਨਾਂ ਵੀ ਹੋਣੀਆਂ ਨੇ ਔਰ ਅੱਗੋਂ ਇਮਤਿਹਾਨ ਵੀ ਕਿਸੇ ਤਰ੍ਹਾਂ ਦੀ ਦੱਸਿਆ ਕਿ ਉਹ ਸਾਨੂੰ ਸ਼ੇਅਰ ਵੀ ਕਰਨਾ ਪੈਂਦਾ ਸੈਂਟਰ ਦੇ ਨਾਲ ਵੀ ਤੇ ਬਾਕੀ ਸੂਬਿਆਂ ਦੇ ਨਾਲ ਵੀ, ਤੇ ਵਜੀਫਿਆਂ ਬਾਰੇ ਵੀ ਉਹ ਸਾਰੀ ਜਿਹੜੀ ਕਾਰਵਾਈ ਹੈ ਉਸੇ ਤਰ੍ਹਾਂ ਨਿਕਲ ਕੇ ਆਂਦੀ ਹੈ। ਠੀਕ ਹੈ ਗਰਗ ਸਾਹਿਬ ਜਿਹੜੇ ਤਰਕ ਦੇ ਰਹੇ ਨੇ, ਤਰਕ ਠੀਕ ਲੱਗਦੇ ਨੇ? ਦੇਖੋ, ਜਿੱਥੇ ਤੱਕ ਸਵਾਲ ਹੈ ਵੀ ਇੱਕ ਤਾਂ ਮੈਂ ਇਹ ਤਾਂ ਨਹੀਂ ਐਗਰੀ ਕਰਦਾ ਕਿ 15% ਬੱਚਿਆਂ ਦਾ ਰਿਜ਼ਲਟ ਰਹਿ ਗਿਆ, ਤਕਰੀਬਨ 18-19 ਹਜ਼ਾਰ ਬੱਚਾ ਹੈ ਤੇ ਟੋਟਲ 3,04,000 ਬੱਚੇ ਦਾ ਰਿਜ਼ਲਟ ਆ ਗਿਆ ਹੈ ਤੇ 7% ਇਹ ਬਣਦਾ ਹੈ ਜੇ ਅਸੀਂ ਦੇਖੀਏ। ਸੋ ਪਰ 7% ਵੀ ਕੋਈ ਛੋਟੀ ਗਿਣਤੀ ਨਹੀਂ ਹੈ। ਦੂਜੀ ਗੱਲ ਇਹ ਹੈ ਵੀ ਅਸੀਂ ਰਿਜ਼ਲਟ ਕੱਢਣ ਦੀ ਸਾਨੂੰ ਕਾਹਲੀ ਕੀ ਹੁੰਦੀ ਹੈ? ਕਾਹਲੀ ਹੁੰਦੀ ਹੈ ਜੇ ਇਮੀਡੀਏਟਲੀ ਕੋਈ ਦਾਖਲੇ ਹੋਣੇ ਨੇ, ਕੋਈ ਪੰਜਾਬ 'ਚ ਹੀ ਪੋਸਟਾਂ ਨਿਕਲੀਆਂ ਹੋਣ, ਕਿਉਂਕਿ +2 ਦੇ ਬੱਚੇ ਤਾਂ ਇੱਥੇ ਹੀ ਜ਼ਿਆਦਾ ਨੇ, ਤੇ ਇਹੋ ਜਿਹੀ ਕੋਈ ਕਾਹਲੀ ਨਹੀਂ, ਕਿਉਂਕਿ ਕਾਲਜਾਂ ਦੇ ਦਾਖਲੇ ਤਾਂ ਬੜੇ ਲੇਟ ਸ਼ੁਰੂ ਹੋਣੇ ਨੇ। +1 +2 ਚ ਉੱਥੇ ਜਾਣਾ ਹੈ। ਪ੍ਰੋਫੈਸ਼ਨਲ ਕਾਲਜਾਂ ਦੇ ਵੀ, ਚਾਹੇ ਪੋਲੀਟੈਕਨਿਕ ਨੇ, ਚਾਹੇ ITI ਨੇ, ਚਾਹੇ ਨਰਸਿੰਗ ਦੇ ਦਾਖਲੇ ਨੇ, ਜਿਹੜੇ ਛੋਟੇ ਕੋਰਸ ਨੇ ਗ੍ਰੈਜੂਏਟ ਤੋਂ ਥੱਲੇ ਵਾਲੇ ਵੀ, ਉਹਨਾਂ ਦੇ ਵੀ ਲੇਟ ਹੋਣੇ ਨੇ। ਸੋ ਜਦ ਤੁਹਾਡੇ ਇੱਕ ਕਾਰਨ ਜੋ ਮਰਜ਼ੀ ਨੇ, ਬੱਚਿਆਂ ਦਾ ਕਾਰਨ ਹੈ, ਕਿਸੇ ਦਾ ਕਾਰਨ ਹੈ, ਮਤਲਬ ਬੱਚਿਆਂ ਦਾ ਕਾਰਨ ਮਤਲਬ ਇਹ ਨਹੀਂ ਹੈ ਵੀ ਉਹ ਬੱਚੇ ਜ਼ਰੂਰ ਸਫਰ ਕਰਨ। ਇਹ ਠੀਕ ਹੈ, ਸਰਕਾਰ ਕੋਲ ਇੱਕ ਤਰਕ ਹੈਗਾ ਕਿ ਜੀ ਬੱਚੇ ਵੀ ਤਾਂ ਜ਼ਿੰਮੇਵਾਰ ਨੇ, ਪਰ ਬੱਚੇ ਤਾਂ ਬੱਚੇ ਨੇ ਨਾ। ਜੇ ਪ੍ਰਬੰਧ ਮਾੜਾ ਚੱਲਦਾ ਆਇਆ ਹੈ, ਨਕਲਾਂ ਚੱਲਦੀਆਂ ਆਈਆਂ ਨੇ, ਇਹਨਾਂ ਨੇ ਰੋਕ ਕੇ ਵਧੀਆ ਗੱਲ ਕਰੀ ਹੈ, ਨਕਲ ਰੋਕਣ ਵਾਲੀ ਗੱਲ ਇਹ ਚੰਗੀ ਰਹੀ ਹੈ, ਕਿਉਂਕਿ ਐਡਾ ਜ਼ਿਆਦਾ ਉੱਥੇ ਤਰਨਤਾਰਨ ਦੇ ਵਿੱਚ ਜੇ ਪ੍ਰਿੰਸੀਪਲ ਸੈਕਟਰੀ ਐਜੂਕੇਸ਼ਨ ਨੂੰ ਵੀ ਘੇਰ ਲੈਂਦੇ ਨੇ, ਇਹ ਤੋਂ ਵੱਡੀ ਅਨਾਰਕੀ ਨਹੀਂ ਹੋ ਸਕਦੀ ਸਿਸਟਮ 'ਚ। ਉਹ ਇਹਨਾਂ ਨੇ ਤੋੜੀ ਆ ਜ਼ੋਰ ਲਾ ਕੇ, ਪਰ ਇਹ ਰਿਜ਼ਲਟ ਲੇਟ ਕੱਢਿਆ ਜਾ ਸਕਦਾ ਸੀ। ਇਹਦੇ 'ਚ ਮੈਨੂੰ ਕੋਈ ਵਜੀਫਿਆਂ ਵਾਲਾ ਤਰਕ ਵੀ ਮੈਨੂੰ ਗਲਤ ਲੱਗਦਾ। ਅੱਜ ਤੱਕ ਵਜੀਫੇ ਨਾ ਰੁਕੇ ਨੇ, ਮਿਨੋਰਟੀ ਨੂੰ ਵਜੀਫੇ ਮਿਲਣੇ ਹੁੰਦੇ ਨੇ, SC BC ਨੂੰ ਵਜੀਫੇ ਮਿਲਣੇ ਹੁੰਦੇ ਨੇ। ਹੁੰਦੀ ਹੋਏਗੀ ਨਾ, ਤੁਸੀਂ ਇਸ ਡੇਟ ਤੱਕ ਅਪਲਾਈ ਕਰ ਸਕਦੇ ਹੋ? ਨਹੀਂ, ਐਸਾ ਨਹੀਂ ਹੈ, ਸਰਕਾਰ ਨੇ ਭੇਜਣਾ ਹੁੰਦੀ ਹੋਏਗੀ ਨਹੀਂ? ਨੋ, ਇਹ ਸਰਕਾਰ ਨੇ ਵਜੀਫੇ ਦੇ ਅਮਾਉਂਟ ਸੈਂਟਰ ਤੋਂ ਮੰਗਣੇ, MHRD ਤੋਂ। ਬੱਚਿਆਂ ਨੂੰ ਤਾਂ ਸਰਕਾਰ ਨੇ ਬਾਅਦ ਚ ਦੇਣੇ ਨੇ। MHRD ਨੇ ਉਹ ਬਜਟ ਆਲਰੇਡੀ ਪਾਸ ਹੋਇਆ, ਅਗਲੇ ਸਾਲ ਦਾ ਬਜਟ ਤਾਂ ਪਾਸ ਹੋ ਚੁੱਕਿਆ, ਉੱਥੋਂ ਸਿਰਫ ਅਮਾਉਂਟ ਹੀ ਮੰਗਾਣੀ ਹੈ ਨਾ, ਉਹਦੇ ਚ ਕੋਈ ਐਸੀ ਡੇਟਾ ਤੁਸੀਂ ਦੇਣਾ ਵੀ ਇਹ। ਹਾਂ, ਉਹ ਡੇਟਾ ਭੇਜਣਾ ਹੈ। ਉਹ ਡੇਟਾ ਭੇਜਣ ਦੇ ਵਿੱਚ ਹਰ ਸਰਕਾਰ ਦੀ ਆਪਣੀ ਹੈ। ਸਾਡੀ ਸਰਕਾਰ ਦਾ ਇੱਕ ਬੜਾ ਵੱਡਾ ਪੁਆਇੰਟ ਹੈਗਾ ਕਿ ਜੀ ਸਾਡੇ ਤਾਂ ਹਰ ਦੀ ਵਾਢੀ ਹੁੰਦੀ ਹੈ। ਸਾਡੇ ਇਹ ਇੱਕ ਸਾਡੇ ਕੋਲੇ ਨੈਚੁਰਲ ਜਿਹੜਾ ਸਰਕਲ ਹੈ ਲਾਈਫ ਦਾ, ਟੋਟਲ ਇਕਨੋਮਿਕ ਸਿਸਟਮ ਦਾ, ਉਹ ਸਰਕਲ ਸਾਨੂੰ ਦੱਸਦਾ। ਜਿਵੇਂ ਜਿੱਥੇ ਬਰਫ਼ ਪੈਂਦੀ ਉੱਥੇ ਚੋਣਾਂ ਥੋੜ੍ਹਾ ਹੋ ਜਾਂਦੀਆਂ ਨੇ, ਚੋਣਾਂ ਵੀ ਪੋਸਟਪੋਨ ਹੁੰਦੀਆਂ ਨੇ। ਸੋ ਇਹ ਤਰਕ ਕੋਈ ਠੀਕ ਨਹੀਂ ਲੱਗਦਾ, ਬਿਊਰੋਕਰੈਟਿਕ ਸਟਾਈਲ ਜਿਹੀ ਹੈ। ਇਹਦੇ ਵਿੱਚ ਮੰਨ ਲੈਣਾ ਚਾਹੀਦਾ ਵੀ ਕਾਹਲੀ ਹੋਈ ਹੈ। ਕਾਹਲੀ ਹੋਣ ਨਾਲ ਇੱਕ ਵੱਡਾ ਨੁਕਸਾਨ ਜਿਹੜਾ ਹੋਇਆ, ਜਿਹੜਾ ਮੈਂ ਸਮਝਦਾ, ਉਹ ਇਹ ਹੈ ਵੀ ਜਦ ਤੁਸੀਂ ਮੈਰਿਟ ਬਣਾਉਣਾ, ਤੁਸੀਂ 10 ਬੱਚਿਆਂ ਦੀ ਮੈਰਿਟ ਕੱਢੀ ਹੈ, ਇੱਕ ਤਾਂ ਲੋਕਾਂ ਨੂੰ ਸ਼ੰਕੇ ਬਣੇ ਰਹਿਣਗੇ ਵੀ ਇਹ ਪਤਾ ਨਹੀਂ ਮੈਰਿਟ ਚੇਂਜ ਹੋ ਜੂ, ਕੀ ਕਰਨਗੇ ਕੀ ਨਾ ਕਰਨਗੇ। ਇਹਦੀ ਛੋਟੀ ਜਿਹੀ ਮੈਂ ਉਦਾਹਰਨ ਦੇ ਦਿੰਦਾ। ਇੱਕ ਵਾਰੀ ਮੈਂ ਯੂਨੀਵਰਸਿਟੀ ਦਾ ਰਜਿਸਟਰ ਸੀ, ਅਸੀਂ ਰਿਜ਼ਲਟ ਕੱਢਿਆ, ਕੱਲਾ ਬੱਚਾ ਆਪਦਾ ਰੋਲ ਨੰਬਰ ਪਾ ਕੇ ਰਿਜ਼ਲਟ ਦੇਖ ਸਕਦਾ, ਸਾਰਾ ਰਿਜ਼ਲਟ ਨਹੀਂ ਆਉਂਦਾ ਸੀ ਸਾਹਮਣੇ। ਮੈਂ ਨਾਲ ਦੀ ਨਾਲ ਵਾਈਸ ਚਾਂਸਲਰ ਸਾਹਿਬ ਨੂੰ ਫੋਨ ਮਾਰਿਆ, ਮੈਂ ਜੀ ਇਹ ਜੇ ਆਪਾਂ ਹੇਰਾਫੇਰੀ ਕਰਨਾ, ਮੈਂ ਰਜਿਸਟਰ ਆ, ਮੈਂ ਕਿਸੇ ਦੇ ਨੰਬਰ ਵਧਾ ਦਾਂ। ਕਹਿੰਦੇ ਨਹੀਂ ਆਪਾਂ ਬੜੇ ਇਮਾਨਦਾਰ ਆ। ਮੈਂ ਕਿਹਾ ਜੀ ਆਪਾਂ ਇਮਾਨਦਾਰ ਆ, ਬੇਈਮਾਨ ਆ, ਛੱਡੋ, ਲੋਕਾਂ ਨੂੰ ਕਿਵੇਂ ਪਤਾ ਲੱਗੇ? ਕਹਿੰਦੇ ਕੀ ਨੁਕਸਾ ਤੇਰਾ? ਮੈਂ ਜੀ ਇਹ ਸਾਰਾ ਰਿਜ਼ਲਟ ਪਾਉਣਾ ਚਾਹੀਦਾ ਤਾਂ ਹਰੇਕ ਦੇਖ ਲੈ, ਕੋਈ ਬਦਲ ਹੀ ਨਾ ਸਕੇ। ਕਹਿੰਦੇ ਪਵਾ ਦਿਓ। ਮੈਂ ਨਾਲ ਦੀ ਨਾਲ ਆਰਡਰ ਕਰਿਆ ਵੀ ਇਹ ਰਿਜ਼ਲਟ 1 ਘੰਟੇ ਦੇ ਵਿੱਚ ਵੈਬਸਾਈਟ ਤੇ ਪੈ ਜੇ, ਕਿਉਂਕਿ ਲੋਕਾਂ ਦੇ ਵਿੱਚ ਵਿਸ਼ਵਾਸ ਜਗਾਉਣਾ ਸਾਡੇ ਵਾਸਤੇ ਜ਼ਰੂਰੀ। ਇਹ ਨਹੀਂ ਕਿ ਅਸੀਂ ਕਿੰਨੇ ਇਮਾਨਦਾਰ ਆ ਕਿੰਨੇ ਬੇਈਮਾਨ ਆ, ਵਿਸ਼ਵਾਸ ਬਹੁਤ ਜ਼ਰੂਰੀ ਹੈ ਔਰ ਇਮਤਿਹਾਨਾਂ ਦੇ ਵਿੱਚ ਵਿਸ਼ਵਾਸ ਜ਼ਰੂਰੀ ਹੈ। ਅੱਜ ਇਹ ਵਿਸ਼ਵਾਸ ਇੱਕ ਕਿਸਮ ਦਾ ਬੱਚਿਆਂ 'ਚ ਜਾਰੀ ਹੈ ਵੀ ਮੇਰੇ ਅਗਲੀ ਗੱਲ ਦੇਖੋ, ਰੂਲ ਨੇ, ਰੂਲ ਇਹਦੇ 'ਚ ਰਸਤੇ ਚੜਨਗੇ, ਉਹੀ ਬਿਊਰੋਕ੍ਰੇਸੀ ਇਹਨਾਂ ਨੇ ਫਿਰ ਜਸਟੀਫਾਈ ਕਰਨਾ। ਪੋਲੀਟੀਕਲ ਲੀਡਰਸ਼ਿਪ ਚਾਹੇ ਕੱਲ੍ਹ ਨੂੰ ਚੀਮਾ ਸਾਹਿਬ ਦੀ ਹੋਵੇ, ਚਾਹੇ ਇਹਨਾਂ ਦੀ ਹੋਵੇ, ਚਾਹੇ ਜੋਸ਼ੀ ਜੀ ਦੀ ਹੋਵੇ, ਉਹ ਬਿਊਰੋਕ੍ਰੇਸੀ ਜਸਟੀਫਾਈ ਕਰਾਏਗੀ। ਕਿਵੇਂ? 10 ਬੱਚੇ ਆ ਗਏ ਜੀ, ਉਹ ਕਹਿੰਦੇ ਨਹੀਂ ਜੀ ਜਿਹਦਾ ਪਹਿਲਾ ਰਿਜ਼ਲਟ ਆ ਗਿਆ, ਉਹ ਹੋਇਆ ਬਾਬਾ ਫਰੀਦ ਯੂਨੀਵਰਸਿਟੀ 3 ਸਾਲ ਪਹਿਲਾਂ, ਉਹਦੇ 2 ਬੈਚ ਬਣਾਤੇ ਦਾਖਲੇ ਦੀ। ਉਹ ਕਹਿੰਦੇ ਜੇ ਤਾਂ ਸਪਲੀ ਪਹਿਲਾ ਬੈਚ ਕਰ ਗਿਆ, ਲੈ ਗਿਆ, ਉਹ ਦੂਜੇ ਨੂੰ ਕਹਿੰਦੇ ਸਪਲੀ ਹੈ ਜੀ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਰੌਲੇ ਪੈਂਦੇ ਨੇ। ਜਿਹੜਾ ਬੱਚਾ ਅੱਗੇ ਆਉਣਾ ਹੁੰਦਾ ਉਹ ਪਿੱਛੇ ਰਹਿ ਜਾਂਦਾ, ਜਦ ਕਿ ਉਹਦਾ ਕੋਈ ਕਸੂਰ ਨਹੀਂ ਹੁੰਦਾ। ਸਾਰੇ ਬੱਚੇ ਤਾਂ ਤਰਨਤਾਰਨ ਤੇ ਹੇਰਾਫੇਰੀ ਵਾਲੇ ਨਹੀਂ ਨਾ। ਸੋ ਇਸ ਕਰਕੇ ਮੈਂ ਇਹ ਸਮਝਦਾ ਵੀ ਇਨਸਾਫ ਦੇ ਤੌਰ ਦੇ ਉੱਤੇ ਇਹ ਰਿਜ਼ਲਟ ਜ਼ਰੂਰੀ ਸੀ ਕਿ ਇਕੱਠਾ ਕੱਢਿਆ ਜਾਂਦਾ, ਤੇ ਐਕਸੀਜੈਂਸੀ ਦੇ ਤੌਰ ਤੇ ਇਹਦੀ ਲੋੜ ਕੋਈ ਨਹੀਂ ਸੀ ਇਸ ਵੇਲੇ ਕੱਢਣ ਦੀ। ਚਲੋ ਹਾਂਜੀ ਬਿਰਾਗੀ ਸਾਹਿਬ। ਬਿਲਕੁਲ ਮੈਂ ਗਰਗ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ, ਪਰ ਜਿੱਥੇ ਰਠੌਰ ਸਾਹਿਬ ਦੱਸਦੇ ਆ ਵੀ ਮਾਸ ਕਾਪਿੰਗ ਚੀਟਿੰਗ ਹੋਈ ਆ, ਉੱਥੇ ਜੇ ਇਹਨਾਂ ਨੇ ਉਹ ਰਿਜ਼ਲਟ ਨਹੀਂ ਕੱਢਿਆ ਤਾਂ ਮੈਨੂੰ ਲੱਗਦਾ ਉਹ ਵੀ ਕਿਤੇ ਨਾ ਕਿਤੇ ਗੱਲ ਤਾਂ ਹੈਗੀ ਹੋਈ ਆ। ਜਿੱਥੇ ਕਾਪੀ ਇਸ ਲਾਰਜ ਸਕੇਲ ਤੇ ਹੋਈ ਆ, ਜੇ ਉਹ ਪੈਂਡਿੰਗ ਰੱਖ ਲਿਆ, ਪਰ ਕੋਈ ਛੇਤੀ ਵਾਲੇ ਕਾਰਨ ਮੈਨੂੰ ਸਮਝ ਨਹੀਂ ਆਉਂਦੇ। ਬੇਸ਼ੱਕ ਉਹਨਾਂ ਦਾ ਹਜੇ ਪੈਂਡਿੰਗ ਸੀਗਾ। ਠੀਕ ਹੈ। ਇੱਕ ਗੱਲ ਰਠੌਰ ਸਾਹਿਬ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜਿਵੇਂ ਗਰਗ ਸਾਹਿਬ ਨੇ ਕਿਹਾ ਕਿ ਜਿਹੜੀ ਮੈਰਿਟ ਹੁਣ ਤੁਸੀਂ ਜਿਹੜੀ 10-12 ਬੱਚਿਆਂ ਦੀ ਮੈਰਿਟ ਕੀਤੀ ਹੈ, ਹੁਣ ਤੁਹਾਨੂੰ ਕੀ ਪਤਾ ਹੈ ਕਿ ਜਿਹੜੇ ਪਿੱਛੇ ਐਗਜ਼ਾਮ ਰਹਿ ਗਏ ਨੇ, ਜਿਹੜੇ ਬੱਚੇ ਰਹਿ ਗਏ ਨੇ, ਉਹਨਾਂ ਦੇ ਵਿੱਚੋਂ ਕੁਝ ਅਜਿਹੇ ਲਾਇਕ ਬੱਚੇ ਵੀ ਹੋ ਸਕਦੇ ਨੇ ਜਿਹੜੇ ਤੁਹਾਡੀ ਪੂਰੀ ਮੈਰਿਟ ਨੂੰ ਹੀ ਹਿਲਾ ਕੇ ਰੱਖ ਦੇਣਗੇ। ਹੁਣ ਜਿਹੜੇ ਬੱਚੇ ਮੈਰਿਟ ਦੇ ਵਿੱਚ ਆ ਗਏ, ਉਹਨਾਂ ਤਾਂ ਲੱਡੂ ਵੀ ਵੰਡ ਲਏ, ਰਿਸ਼ਤੇਦਾਰਾਂ ਤੋਂ ਵਧਾਈਆਂ ਵੀ ਲੈ ਲਈਆਂ, ਐਡਮਿਸ਼ਨਾਂ ਦੀਆਂ ਤਿਆਰੀਆਂ ਵੀ ਕਰ ਲਈਆਂ, ਔਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਣਾ ਕਿ ਸਾਡੀ ਇੱਥੇ ਜਗ੍ਹਾ ਨਹੀਂ ਬਣਦੀ, ਸਾਡੀ ਥੱਲੇ ਜਗ੍ਹਾ ਬਣਦੀ ਹੈ, ਫਿਰ ਦੋਵਾਂ ਨਾਲ ਨਾਇਨਸਾਫੀ ਹੋਗੀ। ਜਿਹੜਾ ਪਿੱਛੇ ਰਹਿ ਗਿਆ ਉਹਦੇ ਨਾਲ ਵੀ, ਜਿਹੜਾ ਅੱਗੋਂ ਲੈ ਗਿਆ ਉਹਦੇ ਨਾਲ ਵੀ। ਇਹ ਦੇਖੋ ਜਿਹੜੀ ਦਿੱਕਤ ਇਹ ਆਈ ਹੈ,
ਇਹ ਤਾਂ ਹੈ ਕਿ ਨੈਚੁਰਲ ਹੈ, ਇਹ ਦਿੱਕਤ ਆਈ ਹੈ। ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਗਰਗ ਸਾਹਿਬ ਵੀ ਕਹਿ ਰਹੇ ਰਠੌਰ ਸਾਹਿਬ ਮੈਂ ਸਿੰਪਲ ਜਿਹਾ ਤੁਹਾਡੇ ਤੋਂ ਸਵਾਲ ਮੈਂ ਪੁੱਛ ਰਿਹਾ ਵੀ ਇੰਨੀ ਜਲਦਬਾਜ਼ੀ ਕਿਉਂ? ਜਲਦਬਾਜ਼ੀ ਦੇ ਪਿੱਛੇ ਜਿਹੜੇ ਤੁਸੀਂ 2 ਤਰਕ ਦੱਸੇ ਸੀ, ਉਹਨਾਂ ਨੇ ਦੱਸਤਾ ਕਿ ਉਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ। ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਇਹ ਨਿਕਲ ਕੇ ਆ ਰਹੀ ਹੈ, ਜਿਹੜੇ ਤੁਸੀਂ ਨਵੇਂ ਅਫਸਰ ਸਾਹਿਬਾਨ ਲਾਏ ਨੇ ਉਹਨਾਂ ਨੇ ਆਪਣੀ ਇਹ ਦਿਖਾਣੀ ਸੀ ਕਿ ਮੇਰਾ ਕੰਮ ਕਰਨ ਦਾ ਤਰੀਕਾ ਕੁਝ ਵੱਖਰਾ ਹੈ ਜਾਂ ਮੇਰੀ ਐਫੀਸ਼ੀਐਂਸੀ ਬਹੁਤ ਜ਼ਿਆਦਾ ਪਿਛਲੇ ਨਾਲੋਂ, ਇਸ ਕਰਕੇ ਨਤੀਜੇ ਮੈਂ ਤੁਰੰਤ ਦਿਖਾਏ। ਇਹੋ ਜੀ ਕੋਈ ਗੱਲ ਨਹੀਂ ਹੈ। ਕੋਈ ਵੀ ਅਫਸਰ ਆਪਣੇ ਉੱਪਰ ਐਡੀ ਵੱਡੀ ਗੱਲ ਲੈ ਕੇ ਗਾਜ਼ ਆਪਣੇ ਉੱਪਰ ਨਹੀਂ ਗਿਰਾਏਗਾ ਕਿ ਵੀ ਅੱਧਾ ਰਿਜ਼ਲਟ ਰੋਕਤੇ ਹੈ, ਚਾਹੇ ਉਹ 17-18 ਸਟੂਡੈਂਟਸ ਦਾ ਹੈ। ਦੇਖੋ ਇਹ ਹੈ ਕਿ ਪ੍ਰੋਬਲਮ ਤਾਂ ਆਈ ਹੈ ਇਹ, ਔਰ ਇਹ ਅੱਗੇ ਪ੍ਰੋਬਲਮ ਮੈਰਿਟ 'ਚ ਆਏਗੀ ਵੀ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਹੈ ਜਿਹੜੀ ਗੱਲ ਹੈ, ਲੇਕਿਨ ਇਹ ਚੀਜ਼ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਹੈ ਕਿ ਕੰਪੀਟੀਟਿਵ ਐਗਜ਼ਾਮ ਦੀ, ਹਾਂ ਬਿਲਕੁਲ ਤੁਸੀਂ ਇਹ ਤਾਂ ਕਹਿ ਰਹੇ ਹੋ ਕਿ ਇਹ ਹੋਊਗਾ, ਪਰ ਇਹਦਾ ਵੇ ਆਊਟ ਕੀ ਨਿਕਲਦਾ ਸੀਗਾ ਇਹ ਪਹਿਲਾਂ ਸੋਚਣਾ ਚਾਹੀਦਾ ਸੀ। ਬਿਲਕੁਲ ਇੱਥੇ ਥੋੜੀ ਗਲਤੀ ਹੋਈ ਹੈ। ਇਸ ਚੀਜ਼ ਨੂੰ ਮੰਨਣਾ ਚਾਹੀਦਾ ਹੈ ਕਿ ਇਹ ਮੈਰਿਟ ਦੇ ਅੰਦਰ ਜਿਹੜੀ ਡਿਸਟਰਬੈਂਸ ਆਏਗੀ ਇਹਨੂੰ ਸੰਭਾਲਣਾ ਬੜਾ ਮੁਸ਼ਕਲ ਹੋਏਗਾ। ਹਾਂਜੀ ਜੋਸ਼ੀ ਸਾਹਿਬ, ਇਸ ਪੂਰੀ ਪ੍ਰਕਿਰਿਆ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕਿਉਂਕਿ ਇਸ ਤਾਂ ਸਾਨੂੰ ਮੰਨ ਕੇ ਚੱਲਣਾ ਪਏਗਾ ਕਿ ਥੋੜੀ ਮਜਬੂਰੀ ਸੀਗੀ ਕਿ ਨਤੀਜੇ ਲੇਟ ਆਣੇ ਸੀ, ਕਿਉਂਕਿ ਜਿੱਥੇ ਨਕਲ ਹੋਈ, ਜਿੱਥੇ ਕੁਝ ਹੋਰ ਤਕਨੀਕੀ ਖਰਾਬੀ ਆਈ ਹੈ ਉਹ ਨਤੀਜੇ ਲੇਟ ਹੋਏ। ਪਰ ਦੂਜੇ ਪਾਸੇ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਉਹ ਨਤੀਜੇ ਲੇਟ ਦੀ ਬਜਾਏ ਸਾਰੇ ਬੱਚੇ ਸਫਰ ਕਿਉਂ ਕਰਨ? ਜਿਨ੍ਹਾਂ ਨੇ ਐਗਜ਼ਾਮ ਸਹੀ ਤਰੀਕੇ ਨਾਲ ਦੇਤੇ ਉਹਨਾਂ ਦੇ ਨਤੀਜੇ ਪਹਿਲਾਂ ਐਲਾਨ ਦਿੱਤੇ, ਫਰਕ ਕੀ ਪਿਆ? ਦੇਖੋ ਗੱਲ ਇਹ ਹੈ ਕਿ ਵੀ ਪੂਰਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਸਕੂਲ ਐਜੂਕੇਸ਼ਨ ਦਾ, ਉਹ ਐਡਮਿਨਿਸਟ੍ਰੇਟਿਵ ਤੌਰ ਤੇ ਲੀਡਰਸ਼ਿਪ ਦੇ ਤੌਰ ਤੇ ਟੋਟਲੀ ਕੋਲੈਪਸ ਸੀਗਾ। ਔਰ 1 ਸਾਲ ਤੋਂ ਸਾਡੇ ਸਾਹਮਣੇ ਇੱਕ ਨਹੀਂ ਕਈ ਸਾਰੇ ਉਦਾਹਰਣ ਆ ਰਹੇ ਸੀਗੇ। ਅਸੀਂ ਪਿਛਲੇ ਉਦਾਹਰਣਾਂ 'ਚ ਨਾ ਜਾ ਕੇ ਸਿਰਫ ਆਪਾਂ ਰਿਜ਼ਲਟ ਔਰ ਐਗਜ਼ਾਮੀਨੇਸ਼ਨ ਦੀ ਗੱਲ ਕਰ ਰਹਾ। +2 ਦਾ ਪੇਪਰ ਉਹਦਾ ਲੀਕ ਹੋ ਗਿਆ ਮੈਥਮੈਟਿਕਸ ਦਾ, ਲਗਭਗ 50-60 ਹਜ਼ਾਰ ਬੱਚਿਆਂ ਦੇ ਉੱਪਰ ਇੰਪੈਕਟ ਪਿਆ। 5ਵੀਂ ਦਾ ਅੰਗਰੇਜ਼ੀ ਦਾ ਪੇਪਰ ਸੀ, ਜਦ ਬੱਚਿਆਂ ਨੂੰ ਵੰਡਣ ਲੱਗੇ ਤਾਂ ਵਿੱਚੋਂ ਪੰਜਾਬੀ ਦਾ ਕੁਐਸਚਨ ਨਿਕਲ ਆਇਆ। ਚਲੋ ਇਹ ਤੁਸੀਂ ਕਹਿ ਸਕਦੇ ਹੋ ਵੀ ਹੋ ਸਕਦੀ ਹੈ, ਚਲੋ ਇਹਨੂੰ ਅਸੀਂ ਰੋਕ ਲੈਂਦੇ ਹਾਂ, ਪਰ ਸਾਨੂੰ ਇਹ ਸਮਝਾਓ ਕਿ ਵੀ ਜਦ ਤੁਹਾਡਾ ਇਹ ਕਾਨੂੰਨ ਬਣਿਆ ਹੈ ਕਿ +2 ਦੇ ਬੱਚਿਆਂ ਦੇ ਜਿਹੜੀ ਪੇਪਰ ਚੈਕਿੰਗ ਹੈ ਉਹ ਲੈਕਚਰਰ ਤੋਂ ਹੋਏਗੀ, ਉਹ ਟੀਚਰਸ ਜਾਂ ਮਾਸਟਰ ਜਾਂ ਪ੍ਰਾਈਵੇਟ ਤੋਂ ਨਹੀਂ ਹੋਏਗੀ, ਉਹ ਡਾਊਨਗ੍ਰੇਡ ਤੁਸੀਂ ਕਿਉਂ ਕੀਤਾ? ਜਾਂ ਸਾਨੂੰ ਇਹ ਸਮਝਾ ਦਿਓ ਕਿ ਵੀ ਜਿਨ੍ਹਾਂ ਨੂੰ ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ, ਜਿਨ੍ਹਾਂ ਦਾ ਸਬਜੈਕਟ ਇੰਗਲਿਸ਼ ਨਹੀਂ ਹੈ, ਜਿਸ ਦਾ ਸਬਜੈਕਟ ਪੰਜਾਬੀ ਹੈ ਜਾਂ ਹੋਰ ਹੈ, ਤੁਸੀਂ ਉਹਨਾਂ ਤੋਂ ਇੰਗਲਿਸ਼ ਦੇ ਪੇਪਰ ਦੀ ਮਾਰਕਿੰਗ ਕਿਉਂ ਕਰਵਾਈ? ਜਾਂ ਸਾਨੂੰ ਇਹ ਸਮਝਾ ਦਿਓ ਕਿ ਜਿਹੜੇ ਸੋਸ਼ਲ ਸਟੱਡੀਜ਼ ਦੇ ਟੀਚਰ ਨੇ ਉਹ ਪੰਜਾਬੀ ਦੇ ਪੇਪਰ ਕਿਵੇਂ ਚੈੱਕ ਕਰ ਸਕਦੇ ਨੇ? ਮੈਂ ਪੰਜਾਬੀ ਪੜ੍ਹਿਆ ਹੋਇਆ, ਸਭ ਕੁਝ ਹੈ, ਅੱਜ ਵੀ ਹੁਸ਼ਿਆਰੀਆਂ ਵੈਰੇ ਜਿਵੇਂ ਕਨਫਿਊਜ਼ ਹੁੰਦਾ, ਤੇ ਉਹ ਜਿਹੜਾ ਪੰਜਾਬੀ ਦਾ ਜਿਹੜਾ ਟੀਚਰ ਹੈ ਉਹ ਤੁਹਾਨੂੰ ਚੈੱਕ ਕਰਾ ਕੇ ਸੋਸ਼ਲ ਸਟੱਡੀਜ਼ ਤੋਂ ਕਰਾ ਲਿਆ। ਜਾਂ ਫਿਰ ਤੁਸੀਂ ਜਿਹੜਾ ਹੈਗਾ ਪ੍ਰਾਈਵੇਟ ਇੰਸਟੀਚਿਊਟਸ ਤੋਂ ਜਿਹੜਾ ਹੈਗਾ ਜਿੱਥੇ ਤੁਸੀਂ ਨਹੀਂ ਕਰਵਾਉਣਾ, ਤੁਹਾਡਾ ਆਪ ਦਾ ਤੁਸੀਂ ਇੱਕ ਮਾਪਦੰਡ ਬਣਾਇਆ, ਉਸ 'ਚ ਕਿਤੇ ਫਿੱਟ ਨਹੀਂ ਹੁੰਦਾ, ਤੁਸੀਂ ਕਰਵਾ ਲਿਆ। ਤੇ ਇਹ ਰਿਜ਼ਲਟ ਸਾਰੇ ਕੁਐਸਚਨੇਬਲ ਨੇ, ਜਿਹੜੇ ਤੁਸੀਂ ਰਿਜ਼ਲਟ ਜਿਹੜੇ ਹਰੀਡਲੀ ਕੱਢੇ ਵੀ ਹੈ, ਜਿਹੜੇ ਕੱਢੇ ਜਿੰਨੇ ਬੱਚਿਆਂ ਦੇ ਕੱਢੇ, ਕੁਝ ਤਾਂ ਪੈਂਡਿੰਗ ਰਹਿ ਗਏ। ਹੁਣ ਦੂਸਰੀ ਗੱਲ ਇਹ ਹੈ ਕਿ ਵੀ ਨया ਸੈਸ਼ਨ ਸ਼ੁਰੂ ਹੋ ਗਿਆ, ਨया ਸੈਸ਼ਨ ਸ਼ੁਰੂ ਹੋ ਗਿਆ ਤੇ ਤੁਹਾਡੀ ਸਾਬਕਾ ਸਿੱਖਿਆ ਮੰਤਰੀ ਕਵਾਂਗੇ, ਚਲੋ ਸਿੱਖਿਆ ਮੰਤਰੀ ਡਿਪਾਰਟਮੈਂਟ ਐਗਜ਼ਿਸਟ ਕਰਦਾ ਹੈ, ਉਹਨਾਂ ਨੇ ਨਵੰਬਰ 2017 ਚ ਅਸੈਂਬਲੀ ਚ ਪ੍ਰੋਮਿਸ ਕੀਤਾ ਸੀਗਾ ਕਿ ਵੀ ਅਸੀਂ ਫਰਵਰੀ ਦੇ ਆਖਿਰ ਤੱਕ 27-28 ਫਰਵਰੀ ਤੱਕ ਹਰ ਸਕੂਲ ਦੇ ਅੰਦਰ ਕਿਤਾਬਾਂ ਨਏ ਸੈਸ਼ਨ ਦੀਆਂ ਵਰਦੀਆਂ ਪੁੱਜਦੇ ਕਰ ਦੇਣਗੇ। ਚਲੋ ਆਪਾਂ ਇਸ ਮੁੱਦੇ ਤੇ ਬਾਅਦ ਚੱਲਦੇ ਨਾ, ਪਹਿਲਾਂ ਆਪਾਂ ਰਿਜ਼ਲਟ ਦੇ ਇਸੇ ਤਰ੍ਹਾਂ ਕੀ ਐਗਰੀਡ ਐਕਚੁਅਲੀ ਮੈਂ ਨਾ ਸਕੂਲ ਸਿਸਟਮ ਕਿਵੇਂ ਕੋਲੈਪਸ ਕਰ ਗਿਆ ਉਹ ਦੱਸਣਾ ਚਾਹ ਰਿਹਾ। ਮੈਂ ਰਿਜ਼ਲਟਸ ਦੱਸਦਾ, ਐਗਜ਼ਾਮੀਨੇਸ਼ਨ ਦੱਸਦਾ, ਪੇਪਰ ਕੌਣ ਚੈੱਕ ਕਰ ਰਿਹਾ ਹੈ, ਮਤਲਬ ਅੱਜ ਰਿਜ਼ਲਟ ਦੀ ਚਰਚਾ ਕਰ, ਰਿਜ਼ਲਟ ਦੇ ਅੰਦਰ ਤੁਹਾਡੀ ਗੱਲ ਠੀਕ ਹੈ ਜਿਹੜੀ ਗੱਲ ਆਈ ਹੈ ਪੈਨਲ 'ਚ ਕਿ ਜਦ ਰੀਵੈਲੂਏਸ਼ਨ ਲਈ ਜਾਣਾ ਹੈ ਉੱਥੇ ਕਈ ਸਾਰੀਆਂ ਨਿਕਲਣੀਆਂ, ਕਿਉਂਕਿ ਜੇ ਮੈਨੂੰ ਪੰਜਾਬੀ ਆਂਦੀ ਨਹੀਂ, ਤੁਸੀਂ ਪੰਜਾਬੀ ਦਾ ਮੈਂ ਟੀਚਰ ਨਹੀਂ ਆ, ਤੁਸੀਂ ਮੇਰੇ ਤੋਂ ਪੰਜਾਬੀ ਦਾ ਪੇਪਰ ਚੈੱਕ ਕਰਾ ਲਿਆ, ਅੰਗਰੇਜ਼ੀ ਦਾ ਮੈਂ ਟੀਚਰ ਨਹੀਂ ਆ, ਅੰਗਰੇਜ਼ੀ ਦਾ ਪੇਪਰ ਮੇਰੇ ਤੋਂ ਚੈੱਕ ਕਰਾ ਲਿਆ, ਤੇ ਰਿਜ਼ਲਟ ਤਾਂ ਫਿਰ ਉਹ ਜਿਹੇ ਆਣੇ ਨੇ, ਕੁਐਸਚਨੇਬਲ ਆਣੇ ਨੇ ਜੀ। ਜਿਹੜੇ ਸਵਾਲ ਕਰਨੇ ਉਹਨਾਂ ਦੇ ਵਿੱਚ ਕਿੰਨਾ ਕੁ ਤਰਕ ਤੁਹਾਨੂੰ ਵਾਜਬ ਲੱਗਦਾ? ਦੇਖੋ ਜਿੱਥੇ ਤੱਕ ਸਵਾਲ ਹੈ ਵੀ ਇਹ ਗੱਲਾਂ ਜਿਹੜੀਆਂ ਨੇ ਐਤਕੀ ਹੋ ਸਕਦਾ ਜ਼ਿਆਦਾ ਹੋਈਆਂ ਹੁਣ ਕਾਹਲੀ ਕਰਕੇ, ਇਹ ਹਰ ਵਾਰੀ ਹੁੰਦੀਆਂ ਨੇ। ਮੈਂ ਐਗਜ਼ਾਮਪਲਾਂ ਮੇਰੇ ਕੋਲ ਸਾਹਮਣੇ ਪਈਆਂ ਨੇ ਪਹਿਲਾਂ ਵੀ ਕਿ ਜੀ ਸੁਪਰਵਾਈਜ਼ਰ ਜਿਹੜਾ ਇਹਨਾਂ ਦੇ ਉੱਤੇ ਲਾਇਆ ਜਾਂਦਾ ਹੈ, ਚੈਕਰ ਜਿਹਨੂੰ ਕਹਿੰਦੇ ਨੇ, ਉਹ ਪੰਜਾਬੀ ਦੇ ਪੇਪਰ ਵਾਸਤੇ PTI ਹੈ, ਜਿਹਨੂੰ ਪਤਾ ਨਹੀਂ ਪੰਜਾਬੀ ਹੁੰਦੀ ਕੀ ਹੈ, ਠੀਕ ਹੈ, ਉਹ ਫਿਰ ਬੋਰਡ ਜਾ ਕੇ ਦੱਸਣਾ ਹੋਰ, ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਕਿਉਂਕਿ ਬਹੁਤ ਜ਼ਿਆਦਾ ਵੱਡਾ ਇਹ ਹੈ, ਇਹਦੇ 'ਚ ਕਈ ਵਾਰੀ ਇਹ ਗਲਤੀਆਂ, ਹਾਲਾਂਕਿ ਇਹਨਾਂ ਕੋਈ ਇਨਵੈਂਟਰੀ ਉਹ ਪਿਛਲੇ 10 ਸਾਲ 'ਚ ਵੀ ਨਹੀਂ ਬਣੀ। ਚੀਮਾ ਸਾਹਿਬ ਨੇ ਕੁਝ ਕੋਸ਼ਿਸ਼ ਕਰੀ ਸੀ, ਉਹ ਸ਼ਾਇਦ ਬੋਰਡ ਵੱਲੋਂ ਉਹਨਾਂ ਧਿਆਨ ਨਹੀਂ ਦੇ ਸਕੇ ਜਿੰਨਾ ਇਹਨਾਂ ਨੇ ਸਕੂਲਾਂ ਨੂੰ ਸੁਧਾਰਨ ਤੇ ਜ਼ੋਰ ਲਾ ਕੇ ਰੱਖਿਆ, ਜਿਹਦੇ ਵਿੱਚ ਟੀਚਰਾਂ ਨੂੰ ਵੀ ਚਲੋ ਸਾਈਕੋਲੋਜੀਕਲੀ ਅਸੀਂ ਕਰੀਏ ਹੈ, ਉਹ ਵੱਖਰੀ ਗੱਲ ਹੈ ਵੀ ਕਾਫੀ ਕੋਸ਼ਿਸ਼ ਜੀ। ਪਰ ਬੋਰਡ ਦੇ ਵਿੱਚ ਜਿਹੜੀਆਂ ਇਹ ਸਭ ਕੁਝ ਹੁੰਦੀਆਂ ਨੇ, ਚਾਹੇ ਕਿਤਾਬਾਂ ਦਾ ਮਾਮਲਾ ਹੈ ਚਾਹੇ ਕੁਝ ਵੀ ਹੈ, ਜੇ ਉਹਦੇ ਵਿੱਚ ਅਜੇ ਤੱਕ ਸੁਧਾਰ ਦੀ ਲੋੜ ਹੈ।
ਉਸ ਪਹਿਲੀ ਸਰਕਾਰ ਵੇਲੇ ਵੀ ਇੰਨਾ ਵਧੀਆ ਨਹੀਂ ਹੋਇਆ ਐਵੇਂ ਕਿ ਆਪਾਂ ਕਹੀ ਜੋ ਮਰਜ਼ੀ ਜਾਈਏ। ਇਹ ਠੀਕ ਹੈ ਕਿ ਇਹਨਾਂ ਨੇ ਕਾਹਲੀ ਕਰਕੇ, ਜੋ ਮੈਂ ਜੋਸ਼ੀ ਜੀ ਦੀ ਵੀ ਗੱਲ ਨਾਲ ਐਗਰੀ ਕਰਦਾ ਵੀ ਕਾਹਲੀ 'ਚ ਫਿਰ ਵੀ ਆਪਾਂ ਜਲਦੀ ਰਿਜ਼ਲਟ ਕੱਢਣਾ ਹੈ, ਜਿਵੇਂ ਹੁੰਦਾ ਵੀ ਆਪਾਂ ਤਾਂ ਪਹੁੰਚਣੇ ਆ ਚਾਹੇ ਜੋ ਮਰਜ਼ੀ ਹੋਵੇ, ਫਿਰ ਬੰਦਾ ਮੀਨਸ ਦੂਜੇ ਅਡਾਪਟ ਕਰਦਾ ਹੈ। ਉਹ ਮੀਨਸ ਦੇ ਵਿੱਚ ਆ ਵੀ ਦੂਜੇ ਨੂੰ ਦੇ ਦਿਓ ਜੀ ਪੇਪਰ, ਇਹ ਤੋਂ ਦਿਖਾ ਲਓ ਜੀ। ਇਹ ਰੌਲਾ ਵੀ ਪਿਆ ਸੀ ਅਖਬਾਰਾਂ 'ਚ, ਕੋਈ ਐਂ ਨਹੀਂ ਹੈ ਵੀ ਵਿਨੀਤ ਜੀ ਇਕੱਲੇ ਕਹਿ ਰਹੇ ਨੇ, ਇਹ ਅਖਬਾਰਾਂ 'ਚ ਵੀ ਆਇਆ ਸੀ ਕਿ ਜਿਹੜੇ ਬੰਦੇ ਨੇ ਰੂਲ ਇਹ ਹੁੰਦਾ ਹੈ ਬੇਸਿਕਲੀ ਪੜਾਉਂਦਾ, ਮੈਂ ਯੂਨੀਵਰਸਿਟੀ ਦਾ ਰਜਿਸਟਰ ਹਾਂ, ਜਿਸ ਬੰਦੇ ਨੇ ਉਹ ਸਬਜੈਕਟ ਨਹੀਂ ਪੜਾਇਆ, ਮੈਂ ਮਾਹਰ ਵੀ ਹੋਵਾਂ, ਜੇ ਮੈਂ ਉਸ ਕਲਾਸ ਨੂੰ ਸਬਜੈਕਟ ਨਹੀਂ ਪੜਾਇਆ ਤਾਂ ਮੈਂ ਉਹਦਾ ਐਗਜ਼ਾਮੀਨਰ ਨਹੀਂ ਬਣ ਸਕਦਾ, ਕਿਉਂਕਿ ਮੈਨੂੰ ਪਤਾ ਨਹੀਂ ਵੀ ਅੱਜ ਕੱਲ੍ਹ ਕੀ ਚੱਲ ਰਿਹਾ ਉਸ ਸਬਜੈਕਟ ਦੇ ਵਿੱਚ। ਚਲੋ ਸਕੂਲ ਲੈਵਲ ਤੇ ਥੋੜਾ ਜਿਹਾ ਕਈ ਵਾਰੀ ਬਲਕ ਕਰਕੇ ਤੁਸੀਂ ਛੱਡ ਸਕਦੇ ਹੋ, ਪਰ ਅੰਗਰੇਜ਼ੀ ਵਾਲਾ ਪੇਪਰ ਤਾਂ ਅੰਗਰੇਜ਼ੀ ਵਾਲਾ ਲੈਕਚਰ ਹੀ ਚੈੱਕ ਕਰੋ। ਔਰ +2 ਵਾਸਤੇ ਮਾਸਟਰ ਕੈਡਰ ਪੇਪਰ ਚੈੱਕ ਕਰਨ ਦੇ ਨਾ ਪੜਾਉਣ ਦੇ ਐਲੀਜੀਬਲ ਹੀ ਨਹੀਂ ਹੈ। ਜਿਹੜਾ ਬੰਦਾ ਉਹਨਾਂ ਨੂੰ ਪੜਾਉਣ ਦੇ ਐਲੀਜੀਬਲ ਨਹੀਂ, ਉਹ ਉਹਨਾਂ ਨੂੰ ਗ੍ਰੈਜੂਏਟ ਕਰਨ ਦੇ ਐਲੀਜੀਬਲ ਕਿਵੇਂ ਹੋ ਗਿਆ, ਉਹਨਾਂ ਦਾ ਮੁਲਾਂਕਣ ਕਿਵੇਂ ਕਰੇ? ਇਹ ਗੱਲ ਜ਼ਰੂਰ ਦੇਖਣ ਦੀ ਲੋੜ ਸੀ ਜੇ ਇਹ ਰਹੀ ਹੈ। ਦੂਜੀ ਗੱਲ ਜਿਹੜੀ ਮੈਂ ਹੋਰ ਕਹਾਂਗਾ ਵੀ ਇੱਕ ਗੱਲ ਕਲੈਰੀਫਾਈ ਕਰਨਾ ਚਾਹੁੰਦਾ ਮੈਂ ਕਿ ਜਿਹੜੇ ਨਕਲ ਮਾਰੇ ਸੀ ਉਹਨਾਂ ਦੇ ਪੇਪਰ ਤਾਂ ਕੈਂਸਲ ਹੋ ਗਏ, ਹੁਣ ਉਹ ਦੁਬਾਰਾ ਪੇਪਰ ਹੋ ਰਹੇ ਨੇ। ਇਸ ਕਰਕੇ ਕੋਈ ਕਾਹਲੀ ਨਹੀਂ ਸੀ ਵੀ ਦੁਬਾਰਾ ਕਰ ਲਓ, ਰਿਜ਼ਲਟ ਇਕੱਠਾ ਕੱਢ ਦਿਓ। ਬੱਚਿਆਂ ਦੇ ਪੇਪਰ ਦੁਬਾਰਾ ਕਰਤੇ, ਉਹ ਨਕਲ ਵਾਲੇ ਸਾਰੇ ਤਾਂ ਹੈ ਨਹੀਂ ਸੀ, ਕੁਝ ਮੇਰੇ ਵਰਗੇ ਉਹ ਵੀ ਹੋਣਗੇ ਜਿਹੜੇ ਵਿਚਾਰੇ ਇਦਾਂ ਹੀ ਦੁਬਾਰਾ ਪੇਪਰ ਦੇਣਾ ਪਿਆ। ਸੋ ਇਹ ਰਿਜ਼ਲਟ ਇਕੱਠਾ ਨਿਕਲ ਸਕਦਾ ਸੀ, ਆ ਕਾਹਲੀ ਵੀ ਨਹੀਂ ਕਰਨੀ ਪੈਣੀ ਸੀ। ਬੱਚਿਆਂ ਤੋਂ ਦੋਹਰੀ ਮਾਰ ਪੈ ਗਈ, ਇੱਕ ਤਾਂ ਪੇਪਰ ਵੀ ਦੁਬਾਰਾ ਦੇਣੇ ਪਏ ਤੇ ਨਤੀਜੇ ਪਹਿਲਾਂ ਨਿਕਲ ਗਏ, ਉਹਨਾਂ ਨੂੰ ਨਤੀਜੇ ਲਈ ਵੀ ਇੱਕ ਹੱਲ ਇਹਦੇ ਵਿੱਚ ਹੈਗਾ, ਮੈਂ ਇਹ ਕਹਾਂਗਾ ਰਠੌਰ ਸਾਹਿਬ ਸੁਣ ਸਕਦੇ ਨੇ। ਹੱਲ ਇਹ ਹੈ, ਇਹ ਵਨ ਟਾਈਮ ਰਿਲੈਕਸੇਸ਼ਨ ਦੇ ਕੇ ਅਸੀਂ ਕਈ ਵਾਰੀ ਕਰਾਇਆ ਹੈ ਕਿ ਜੀ ਇਸ ਵਾਰੀ ਜਿਹੜੀ ਮੈਰਿਟ ਨਵੀਂ ਬਣੇਗੀ ਉਹ ਚ ਪਹਿਲੀ ਮੈਰਿਟ ਦਾ ਜੇ ਉਹ ਚੇਂਜ ਹੁੰਦੀ ਆ ਤਾਂ ਕਿਸੇ ਦਾ ਕੋਈ ਅਧਿਕਾਰ ਨਹੀਂ ਹੋਏਗਾ, ਉਹ ਚੇਂਜ ਹੋਏਗੀ, ਕਿਉਂਕਿ ਅਸੀਂ ਰਿਜ਼ਲਟ 2 ਪਾਰਟ ਚ ਕੱਢ ਰਹੇ ਹਾਂ, ਅਸੀਂ ਇੱਕ ਪਾਰਟ ਚ ਰਿਜ਼ਲਟ ਹੀ ਨਹੀਂ ਕੱਢਿਆ। ਇਸ ਕਰਕੇ ਮੈਰਿਟ ਅਸੀਂ ਇਹ ਪ੍ਰੋਵੀਜ਼ਨਲ ਮੈਰਿਟ ਲਿਸਟ ਹੈ, ਫਾਈਨਲ ਉਦੋਂ ਬਣੇਗੀ, ਨਤੀਜੇ ਪੂਰੇ ਆਣਗੇ ਤਾਂ ਉਹ ਬਣੇਗੀ, ਤਾਂ ਕਿ ਬੱਚਿਆਂ ਨੂੰ ਕੋਈ ਨਾ ਹੋਵੇ। ਪਰ ਫਿਰ ਵੀ ਤੁਹਾਡੇ ਜਿਹੜੇ ਨਤੀਜੇ ਆਏ ਨੇ, ਚਲੋ ਥੋੜਾ ਅੱਗੇ ਵਧਦੇ ਆ। ਇਹਨਾਂ ਨਤੀਜਿਆਂ ਦੇ ਵਿੱਚ ਜਿਹੜੀ ਗੱਲ ਦੇਖਣ ਆਈ ਹੈ, ਬਾਰਡਰ ਏਰੀਆ ਦੀ ਗੱਲ ਦੇਖਣ ਆਈ ਹੈ। ਬਾਰਡਰ ਏਰੀਆ ਦੇ ਨਤੀਜੇ ਜਿਹੜੇ ਨੇ ਉਹ ਕਾਫੀ ਹਲਕੇ ਰਹੇ ਨੇ ਇਸ ਵਾਰ, ਉਹਦਾ ਕੁਝ ਖਾਸ ਕਾਰਨ ਤੁਹਾਨੂੰ ਸਮਝ ਆਉਂਦਾ? 2-3 ਚੀਜ਼ਾਂ ਇਹਦੇ ਚ ਬਹੁਤ ਜ਼ਿਆਦਾ ਚਿੰਤਾਜਨਕ ਹੈ। ਇੱਕ ਤਾਂ ਇਹ ਕਿ ਜਿਹੜੇ ਬਾਰਡਰ ਦੇ ਡਿਸਟ੍ਰਿਕਟ ਹੈ ਸਾਡੇ ਬਹੁਤ ਸੈਂਸਿਟਿਵ ਡਿਸਟ੍ਰਿਕਟ ਹੈ ਔਰ ਸਾਡੇ ਵਾਸਤੇ ਬੜੇ ਇੰਪੋਰਟੈਂਟ ਡਿਸਟ੍ਰਿਕਟ ਹੈ। ਜਦੋਂ ਅਸੀਂ ਪੰਜਾਬ ਦੀ ਅਮਨ ਦੀ ਸ਼ਾਂਤੀ ਦੀ ਗੱਲ ਕਰਦੇ ਹਾਂ, ਸਟੇਬਿਲਿਟੀ ਦੀ ਗੱਲ ਕਰਦੇ ਹਾਂ ਸਟੇਟ ਦੀ, ਤੇ ਇਹਨਾਂ ਡਿਸਟ੍ਰਿਕਟ ਦੇ ਵਿੱਚ ਐਜੂਕੇਸ਼ਨ ਦੀ ਜਿਹੜੀ ਹੈਗੀ ਹੈ ਅਹਿਮੀਅਤ ਹੋਰ ਵੱਧ ਜਾਂਦੀ। ਹੁਣ ਚਿੰਤਾਜਨਕ ਇਹ ਹੈ ਕਿ ਤਰਨਤਾਰਨ ਦੇ ਜਿਹੜਾ ਰਿਜ਼ਲਟ ਹੈ ਉਹ 31.6% ਹੈ, ਜਿਹੜਾ ਗੁਰਦਾਸਪੁਰ ਦਾ ਹੈਗਾ ਉਹ 46.73% ਹੈ, ਜਿਹੜਾ ਪਠਾਨਕੋਟ ਦਾ ਉਹ 47% ਹੈ, ਤੇ ਜਿਹੜਾ ਅੰਮ੍ਰਿਤਸਰ ਦਾ 50% ਹੈ। ਚਾਰੇ ਡਿਸਟ੍ਰਿਕਟ ਜਿਹੜੇ ਆ ਸਾਡੇ ਕੋਲੇ ਲਾਈਨ ਆਰਡਰ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ। ਜੇ ਡਰੱਗਸ ਦੀ ਗੱਲ ਕਰਦੇ ਆ ਤਾਂ ਵੀ ਇਹਨਾਂ ਜ਼ਿਲ੍ਹਿਆਂ ਦੀ ਚਿੰਤਾ ਅਸੀਂ ਵੱਧ ਕਰਦੇ ਹਾਂ। ਠੀਕ ਹੈ, ਤੁਸੀਂ ਐਜੂਕੇਸ਼ਨ ਮਿਨਿਸਟਰ ਚਾਰਾਂ ਦੇ ਵਿੱਚ ਜਿਹੜਾ ਬਹੁਤ ਕਾਰਨ ਕੀ ਨਜ਼ਰ ਆਉਂਦਾ? ਰਿਜ਼ਲਟ ਤਾਂ ਦਿਖ ਗਿਆ ਸਾਹਮਣੇ, ਦੇਖੋ ਮੈਨੂੰ ਨਹੀਂ ਕਾਰਨ ਮੈਂ ਉੱਥੇ ਦੇ ਟੀਚਰਸ ਨਾਲ ਵੀ ਪੁਰਾਣੇ ਜਿਹੜੇ ਮੈਨੂੰ ਲੱਗਦਾ ਸੀ ਕਿ ਅੱਛੇ ਅਧਿਆਪਕ ਹੈ ਜਾਂ ਅੱਛੇ ਅਫਸਰ ਐਜੂਕੇਸ਼ਨ ਡਿਪਾਰਟਮੈਂਟ ਦੇ, ਕਾਫੀਆਂ ਨਾਲ ਮੈਂ ਟੈਲੀਫੋਨ ਦੇ ਉੱਤੇ ਵੀ ਗੱਲ ਕੀਤੀ ਕਿ ਆਫਟਰ ਆਲ ਗੁਰਦਾਸਪੁਰ ਦਾ ਤੁਹਾਡਾ ਪਿਛਲਾ ਰਿਜ਼ਲਟ 72% ਸੀ, 76%, ਤਰਨਤਾਰਨ ਦਾ 72% ਸੀ, ਪਠਾਨਕੋਟ ਦਾ 64% ਸੀ, ਅੰਮ੍ਰਿਤਸਰ ਦਾ 71% ਸੀ। ਐਡਾ ਵੱਡਾ ਫਰਕ, ਤੇ ਇੰਨਾ ਵੱਡਾ ਫਰਕ 40% ਦਾ 41% ਦਾ ਜਿਹੜਾ ਫਰਕ ਹੈ ਤੁਹਾਡਾ, ਇਹ ਬਹੁਤ ਵੱਡਾ ਕੁਐਸਚਨ ਖੜਾ ਕਰਦਾ ਕਿ ਇਹ ਇੰਨਾ, ਇਹ ਨਹੀਂ ਆਪਾਂ ਕਹਿ ਸਕਦੇ ਕਿ ਇੱਕੋ ਸਾਲ ਦੇ ਵਿੱਚ ਡਿਟੀਰੀਓਰੇਸ਼ਨ ਜਿਹੜੀ ਆ ਓਵਰਆਲ ਇੰਨੀ ਹੋ ਗਈ। ਇਹ ਕਿੱਥੇ ਫਰਕ ਰਿਹਾ? ਇਹ ਬਹੁਤ ਡੂੰਘਾਈ ਦੇ ਵਿੱਚ ਜਾ ਕੇ ਇਹਨਾਂ ਫੈਕਟਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਕਿਤੇ ਐਵੈਲੂਏਸ਼ਨ ਦੇ ਪੱਧਰ ਦੇ ਉੱਤੇ ਕੋਈ ਵੱਡੀ ਗਲਤੀ ਹੈ ਕਿ ਨਕਲ ਦਾ ਐਡਾ ਵੱਡਾ ਆਪਾਂ ਸਮਝ ਲਈਏ ਤਾਂ ਮੈਨੂੰ ਨਹੀਂ ਲੱਗਦਾ ਕਿ 41% 42% ਜਿਹੜਾ ਡਾਕਟਰ ਸਾਹਿਬ ਮੈਨੂੰ ਜ਼ਿਆਦਾ ਐਕਸਪੀਰੀਅੰਸ ਨੇ ਉਹ ਆਪਣਾ ਦੱਸਣਗੇ ਕਿ ਐਡਾ ਵੱਡਾ ਫਰਕ 40% ਦਾ ਫਰਕ ਜਿਹੜਾ ਹੈਗਾ। ਮੈਂ ਇੱਕ ਮਿੰਟ ਆਣਾ, ਮੈਂ ਬੂਟਾ ਸਿੰਘ ਬਰਾਗੀ ਹੋਰਾਂ ਦਾ ਇੱਕ ਰਿਐਕਸ਼ਨ ਲੈ ਲਵਾਂ ਫਿਰ। ਬਰਾਗੀ ਸਾਹਿਬ, ਮੈਂ ਇਸ ਚੀਜ਼ ਨੂੰ ਬਾਕੀ ਸਾਰੀਆਂ ਚੀਜ਼ਾਂ ਨਾਲੋਂ ਵੱਖਰਾ ਕਰਕੇ ਇਹ ਦੇਖ ਰਿਹਾ ਕਿ ਮੁੱਢਲੀਆਂ ਜ਼ਰੂਰਤਾਂ ਦੀ ਘਾਟ ਕਾਰਨ ਨਤੀਜੇ ਪ੍ਰਭਾਵਿਤ ਹੋਏ ਹੋ ਸਕਦੇ ਨੇ। ਜਿਹੜਾ ਸਾਰਾ ਸਾਲ ਆਪਾਂ ਰੌਲਾ ਪਾਉਂਦੇ ਰਹੇ, ਕਿਤਾਬਾਂ ਨਹੀਂ ਪਹੁੰਚੀਆਂ, ਅਧਿਆਪਕ ਸੜਕਾਂ ਤੇ ਰਹੇ, ਕੀ ਉਹਦਾ ਫਰਕ ਪਿਆ ਹੋਊਗਾ? ਲੇਟ ਕੱਢਣਾ, ਇਹ ਕੱਢਣਾ, ਉੱਤੇ ਤਾਂ ਐਕਸਪਰਟ ਸੀਗੇ ਇਹਨਾਂ ਦੇ। ਮੈਂ ਤਾਂ ਹੀ ਉਦੋਂ ਮੈਂ ਦੱਸ ਦਿੰਦਾ, ਮੈਂ 2012 ਦੀ ਗੱਲ ਕਰਨ ਲੱਗਿਆ। ਸੈਨੇਟ ਦੀ ਇਲੈਕਸ਼ਨ ਸੀ, ਅਸੀਂ ਸਕੂਲਾਂ ਦੇ ਵਿੱਚ ਉਦੋਂ ਐਗਜ਼ਾਮ ਹੋ ਰਹੇ ਸੀਗੇ, ਬਾਈ ਚਾਂਸ ਇੰਗਲਿਸ਼ ਦਾ ਪੇਪਰ ਸੀ, ਅਸੀਂ ਵੋਟਾਂ ਮੰਗਣ ਲਈ ਗਏ ਤੇ ਉਹਨਾਂ ਨੇ ਦਵਾ ਜਿੰਨੇ ਟੀਚਰ ਉੱਥੇ ਅਪੁਆਇੰਟਡ ਸੀਗੇ, ਸੁਪਰਵਾਈਜ਼ਰ ਕਰ ਰਹੇ ਸੀ, ਮੈਸੇਜ ਕਰਕੇ ਸਾਰੇ ਬੱਚਿਆਂ ਦੀਆਂ ਜਿਹੜੀਆਂ ਜਿੱਥੇ ਨਕਲਾਂ ਵੱਜ ਰਹੀਆਂ ਸੀ, ਪਰਚੀਆਂ ਸੀਗੀਆਂ, ਉਹ ਡਸਟਬਿਨਾਂ 'ਚ ਸੁੱਟਾਤੀਆਂ। ਬਾਅਦ 'ਚ ਜਦੋਂ ਪਤਾ ਲੱਗਿਆ ਵੀ ਇਹ ਫਲਾਈਂਗ ਨਹੀਂ ਸੀਗੀ, ਚੈਕਿੰਗ ਵਾਲੇ ਨਹੀਂ ਸੀਗੇ, ਇਹ ਤਾਂ ਵੋਟਾਂ ਮੰਗਣ ਵਾਲੇ ਸੀਗੇ, ਉਹਨਾਂ ਨੇ ਉਲਟਾ ਮੈਨੂੰ ਉਲਾਂਭਾ ਦਿੱਤਾ ਵੀ ਅਸੀਂ ਸੋਚਿਆ ਫਲਾਈਂਗ ਆ, ਵੀ ਤੁਸੀਂ ਆਏ ਸੀ, ਅਸੀਂ ਬੱਚਿਆਂ ਦੀਆਂ ਸਾਰੀਆਂ ਨਕਲਾਂ ਪਰਚੀਆਂ ਜਿਹੜੀਆਂ ਦਿੱਤੀਆਂ ਸੀ, ਮੈਂ ਸ਼ਬਦ ਸੱਚੀ ਗੱਲ ਇਹ ਕਹਿ ਰਿਹਾ ਵੀ ਉਹ ਅਸੀਂ ਡਸਟਬਿਨਾਂ 'ਚ ਸੁਟਾਤੀਆਂ ਵਾ। ਹਾਲਤ ਪੰਜਾਬ ਦੀ ਐਜੂਕੇਸ਼ਨ ਦਾ ਇਹ ਆ
ਇੰਨੇ ਪਰਸੈਂਟ ਆਏ ਇੱਥੇ ਪਰ ਲਾਰਜ ਸਕੇਲ ਤੇ ਮਾਸ ਕਾਪਿੰਗ ਹੁੰਦੀ ਆ। ਐਜੂਕੇਸ਼ਨ ਸਿਸਟਮ ਡਿਟੈਰੀਓਰੇਟ ਹੋ ਰਿਹਾ ਵਾ, ਜਿਹੜੀ ਸਿੱਖਿਅਕ ਪੱਧਰ ਆ ਉਹ ਥੱਲੇ ਨੂੰ ਜਾ ਰਿਹਾ ਵਾ, ਕਿਸੇ ਨੂੰ ਪ੍ਰੋਪਰ ਲਿਖਣਾ ਨਹੀਂ ਆਉਂਦਾ, ਅਜੇ ਕੰਪੀਟੀਸ਼ਨ ਕੰਪੀਟ ਕਰਨੇ ਤਾਂ ਬਾਹਰ। ਉਹ ਤੁਸੀਂ ਮੁੱਢਲੀਆਂ ਗੱਲਾਂ ਲਾ ਲਓ, ਟੀਚਰਾਂ ਦੀ ਜਿਵੇਂ ਕਹਿੰਦੇ ਹੁੰਦੇ ਆ ਆਪਦੇ ਨਿੱਜੀ ਸਵਾਰਥ, ਆਪਦੀ ਜੌਬ ਸਿਕਿਉਰਿਟੀ ਨੂੰ ਜ਼ਿਆਦਾ ਪ੍ਰਾਇੋਰਟੀ ਦੇਣਾ, ਬੱਚਿਆਂ ਦੇ ਫਿਊਚਰ ਨੂੰ ਘੱਟ ਦੇਣਾ, ਸਰਕਾਰਾਂ ਦਾ ਉਸ ਪਾਸੇ ਨੂੰ ਨਾ ਝੁਕਾ ਹੋਣਾ, ਇਹ ਸਾਰੀਆਂ ਹੀ ਗੱਲਾਂ ਵਾ। ਮੈਂ ਇੱਕ ਗੱਲ ਕਹਿਣਾ ਚਾਹੂੰਗਾ ਕਿ ਵੀ ਇਸ ਜਿਹੜਾ ਸਾਰਾ ਕ੍ਰਾਈਸਿਸ ਆਇਆ ਹੈ ਔਰ ਅੱਜ ਸਾਨੂੰ ਰਿਜ਼ਲਟ ਡਿਸਕਸ ਕਰਨਾ ਪੈ ਰਿਹਾ, ਇਹਦੀ ਜੜ 'ਚ ਹੈਗੀ ਹੈ ਅਰੁਣਾ ਚੌਧਰੀ, ਜਿਹੜੇ ਐਜੂਕੇਸ਼ਨ ਮਿਨਿਸਟਰ ਸੀਗੇ। ਹਾਲ ਇਹ ਹੈ ਕਿ ਉਹਨਾਂ ਦੇ ਆਪ ਦੇ ਗ੍ਰਹਿ ਜ਼ਿਲ੍ਹੇ ਦੇ ਅੰਦਰ 25 ਸਕੂਲ ਇਹੋ ਜਿਹੇ ਨੇ ਜਿਨ੍ਹਾਂ ਦੇ ਅੰਦਰ ਇਮਾਰਤਾਂ ਹੀ ਨਹੀਂ ਹੈ। ਹੋਰ ਤਾਂ ਹੋਰ ਉਹਨਾਂ ਦੇ ਆਪਣੇ ਵਿਧਾਨ ਸਭਾ ਦੇ 2 ਸਕੂਲ ਇਹੋ ਜਿਹੇ ਨੇ ਜਿਹੜੇ ਮੰਦਿਰਾਂ ਚੱਲਦੇ ਪਏ ਨੇ। ਇੱਕ ਸਕੂਲ ਪਿੰਡ ਨਾਰਦ ਦੇ ਅੰਦਰ ਹੈਗਾ ਜਿੱਥੇ ਕਿ 5 ਕਮਰੇ ਸਕੂਲ ਹੈ, 2 ਦੀ ਛੱਤ ਗਿਰੀ ਹੈ, 3 ਦੀ ਗਿਰਨ ਵਾਲੀ, 2 ਚ ਮਿੱਡੇ ਚੱਲਦਾ, ਬੱਚੇ ਪੇੜ ਥੱਲੇ ਬਹਿ ਕੇ ਪੜ੍ਹਦੇ ਨੇ। ਹੁਣ ਜਿਹੜੀ ਸਿੱਖਿਆ ਮੰਤਰੀ ਆਪਣੇ ਕੌਂਸਟੀਚੁਐਂਸੀ ਔਰ ਆਪਣੇ ਗ੍ਰਹਿ ਜ਼ਿਲ੍ਹੇ 'ਚ 1 ਸਾਲ ਦੇ ਅੰਦਰ ਵੀ ਚੀਜ਼ਾਂ ਨੂੰ ਠੀਕ ਨਾ ਕਰ ਪਾਏ, ਉਹ ਪੂਰੇ ਪੰਜਾਬ 'ਚ ਕੀ ਕਰਦੀ ਹੋਣੀ ਹੈ। ਤੁਸੀਂ ਹਿਸਾਬ ਲਾ ਸਕਦੇ ਹੋ ਜੋਸ਼ੀ ਸਾਹਿਬ, ਬਿਲਕੁਲ ਵੀ ਹਾਲ ਕੀ ਆ ਪੰਜਾਬ ਦੀ ਐਜੂਕੇਸ਼ਨ ਸਿਸਟਮ ਦਾ, ਜਿਹੜਾ 1 ਸਾਲ 'ਚ ਨਹੀਂ ਠੀਕ ਕਰ ਪਾਏ। ਸ਼ੁਰੂ ਮੇਰਾ ਖਿਆਲ ਟੌਪਿਕ ਬੜਾ ਗੰਭੀਰ ਹੈਗਾ। ਆਪਾਂ ਛੋਟੀ ਰਾਜਨੀਤੀ ਤੋਂ ਥੋੜਾ ਜਿਹਾ ਜੇ ਗਰੇਜ ਕਰ ਲਾਂਗੇ ਤੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਆ, ਖਿਲਵਾੜ ਹੋ ਰਹੀ ਆ, ਪ੍ਰੋਪਰ ਲਿਖਣਾ ਪੜ੍ਹਨਾ ਨਹੀਂ ਆਉਂਦਾ, ਮੁੱਦਾ ਛੋਟਾ ਨਹੀਂ ਗਾ, ਇਹ ਮੁੱਦਾ ਵੱਡਾ ਵਾ। ਐਡਮਿਨਿਸਟ੍ਰੇਟਿਵ ਲੈਵਲ ਤੇ ਕੁਝ ਹੋ ਸਕਦਾ, ਪਰ ਚੀਮਾ ਸਾਹਿਬ ਤੁਸੀਂ ਵੀ ਟੈਸਟ ਲਿਆ ਸੀ ਟੀਚਰਾਂ ਦਾ, ਮੈਂ ਅਖਬਾਰ 'ਚ ਪੜ੍ਹਿਆ ਸੀ, ਕਿਸੇ ਨੂੰ ਪ੍ਰੋਪਰ ਪਹਿਰਾ ਨਹੀਂ ਸੀ ਲਿਖਣਾ ਹੋਇਆ। ਹਾਂ, ਉਹ ਸੱਚੀ ਗੱਲ ਕਰੀ, ਬਿਲਕੁਲ। ਚਲੋ ਠੀਕ ਹੈ, ਜੋ ਮੈਨੂੰ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਪਏਗਾ। ਜਿਹੜਾ ਤੁਸੀਂ ਸਵਾਲ ਕੀਤਾ ਉਹਦਾ ਜਵਾਬ ਰਾਠੌਰ ਸਾਹਿਬ ਜ਼ਰੂਰ ਦੇਣਗੇ। ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਨਤੀਜੇ ਜਿਹੜੇ +2 ਦੇ ਆਏ ਨੇ, ਕਈਆਂ ਦੇ ਨਹੀਂ ਆਏ, ਉਸ ਤੇ ਵੀ ਕਿੰਤੂ ਪਰੰਤੂ ਹੋ ਰਿਹਾ। ਰਾਠੌਰ ਸਾਹਿਬ, ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ, ਜਿਹੜੀ ਗੱਲ ਵਿਨੀਤ ਜੋਸ਼ੀ ਹੋਰਾਂ ਨੇ ਕਹੀ ਸੀ ਕਿ ਸਾਰਾ ਠੀਕ ਰਿਹਾ, ਉਹਨਾਂ ਨੇ ਤੁਹਾਡੇ ਮਿਨਿਸਟਰ ਸਿਰ ਤੇ ਭੰਨ ਦਿੱਤਾ, ਕਿਉਂਕਿ ਕਰਤਾ ਧਰਤਾ ਪੂਰੇ ਡਿਪਾਰਟਮੈਂਟ ਦੇ ਉਹੀ ਸੀ। ਜੇ ਉਹ ਆਪਣੇ ਇਲਾਕੇ ਦੇ ਵਿੱਚ ਸਕੂਲਾਂ ਦਾ ਸੁਧਾਰ ਨਹੀਂ ਕਰ ਪਾਏ ਤਾਂ ਹੋਰ ਕਿਹਦਾ ਕਰਨਗੇ? ਦੇਖੋ, ਮੈਂ ਸਤਿਕਾਰਯੋਗ ਚੀਮਾ ਸਾਹਿਬ, ਬੂਟਾ ਸਿੰਘ ਜੀ, ਜਿਹੜੀ ਗੱਲ ਇਹਨਾਂ ਨੇ ਕੀਤੀ ਹੈ, ਮੈਂ ਬਹੁਤ ਸਹਿਮਤ ਹਾਂ ਇਸ ਗੱਲ ਨਾਲ। ਇਹ ਬਹੁਤ ਗੰਭੀਰ ਵਿਸ਼ਾ ਹੈ, ਛੋਟੀ ਰਾਜਨੀਤੀ ਦਾ ਵਿਸ਼ਾ ਨਹੀਂ ਹੈਗਾ। ਇਹ ਜਿਹੜੇ 25 ਸਕੂਲਾਂ ਦੀ ਗੱਲ, ਛੱਤਾਂ ਦੀ ਗੱਲ ਕੀਤੀ ਹੈ, ਦੇਖੋ 1 ਸਾਲ 'ਚ ਤਾਂ ਜਾਂ ਤਾਂ ਢਹਿ ਨਹੀਂ ਗਏ ਜਾਂ ਬਣ ਨਹੀਂ ਗਏ, ਇਹ ਤਾਂ ਲਗਾਤਾਰ ਚੱਲਦੇ ਆ ਰਹੇ ਨੇ। ਪਰ ਕੁਝ ਉਹੀ ਹਾਲਾਤ ਉਹਨਾਂ ਦੇ ਸੀਗੇ। ਨਹੀਂ, ਕੁਝ ਤਾਂ ਸ਼ੁਰੂਆਤ ਤਾਂ ਹੁੰਦੀ। ਬਿਲਕੁਲ, ਮੈਂ ਉਹੀ ਗੱਲ ਕਹਿ ਰਿਹਾ ਵੀ ਇਹ ਬਹੁਤ ਗੰਭੀਰ ਵਿਸ਼ਾ ਹੈ। ਮੈਨੂੰ ਲੱਗਦਾ ਜਿਹੜੇ ਬਾਰਡਰ ਡਿਸਟ੍ਰਿਕਟਸ ਦੇ ਅੰਦਰ ਇਹ ਜਿਹੜੀ ਸਾਡੀ ਪਰਸੈਂਟੇਜ ਘਟੀ ਹੈ, ਉਹਦਾ ਮੇਨ ਕਾਰਨ ਮੈਨੂੰ ਲੱਗਦਾ ਨਕਲ ਹੈ, ਕਿ ਪਿਛਲੇ 2 ਸਾਲ ਦੇ ਅੰਦਰ, 1.5 ਸਾਲ ਦੇ ਅੰਦਰ ਸਖਤੀ ਬਹੁਤ ਜ਼ਿਆਦਾ ਹੋਈ ਹੈ। ਔਰ ਤੁਸੀਂ ਦੇਖਿਆ ਵੀ ਹੈ, ਇਸ ਵਾਰ ਵੀ ਉਨੀ ਡਿਸਟ੍ਰਿਕਟ ਦੇ ਅੰਦਰ ਜਿਹੜੀ ਮਾਸ ਨਕਲ ਹੋ ਰਹੀ ਸੀਗੀ ਤੇ ਉਸ ਵਜ੍ਹਾ ਦੇ ਨਾਲ ਕੈਂਸਲ ਹੋਇਆ। ਸਰਕਾਰ ਗੰਭੀਰ ਹੈ ਇਸ ਦੇ ਪ੍ਰਤੀ, ਔਰ ਅਗਰ ਓਵਰਆਲ ਰਿਜ਼ਲਟ ਅਸੀਂ ਲਾਈਏ ਤਾਂ ਇਸ ਸਾਲ ਵਧਿਆ ਪਿਛਲੇ ਸਾਲ ਦੇ ਮੁਕਾਬਲੇ, ਜਦ ਕਿ ਹਜੇ ਕੁਝ ਸਟੀਮ ਹੈ ਜਿਹੜੇ ਉਹਨਾਂ ਦਾ ਰਿਜ਼ਲਟ ਆਣਾ ਬਾਕੀ ਹੈ। ਬਾਰਡਰ ਇਲਾਕੇ ਦੇ ਵਿੱਚ ਜਿਹੜਾ ਰਿਜ਼ਲਟ ਦੀ ਪਾਸ ਫੀਸਦ ਘਟੀ ਹੈ, ਉਹਦਾ ਕਾਰਨ ਤੁਸੀਂ ਨਕਲ ਮੰਨਦੇ ਹੋ? ਮੈਨੂੰ ਲੱਗਦਾ ਕਿ ਨਕਲ ਦੇ ਉੱਤੇ ਨਕੇਲ ਕੱਸੀ ਗਈ ਹੈ, ਜਿਸ ਤੋਂ ਬਾਅਦ ਪਾਸ ਮੈਨੂੰ ਲੱਗਦਾ। ਹਾਂਜੀ ਗਰਗ ਸਾਹਿਬ, ਹਾਂਜੀ, ਐਗਰੀ ਹੋ ਇਸ ਗੱਲ ਤੋਂ? ਦੇਖੋ, ਮੈਂ ਕੁਛ ਹੱਦ ਤੱਕ ਇਸ ਨਾਲ ਐਗਰੀ ਕਰਦਾ। ਉਹਦਾ ਕਾਰਨ ਇਹ ਹੈ ਵੀ ਅੱਜ ਦੀ ਗੱਲ ਨਹੀਂ। ਹਾਂ, ਬਿਲਕੁਲ। ਮੈਂ ਤੁਹਾਨੂੰ ਇੱਕ ਕੰਕਰੀਟ ਉਦਾਹਰਨ ਦਿੰਦਾ। 1983 ਚ ਉੱਥੇ A&M ਟ੍ਰੇਨਿੰਗ ਸਕੂਲ ਸੀ ਸਾਡੇ ਗੁਰਦਾਸਪੁਰ, ਮੈਂ ਐਕਟਿੰਗ SMO ਸੀ। ਉੱਥੇ ਦਾਖਲ ਹੋਏ 60 ਬੱਚੇ। ਇੱਕ ਦੀ ਸ਼ਿਕਾਇਤ ਆ ਗਈ ਕਿ 10ਵੀਂ ਦਾ ਝੂਠਾ ਸਰਟੀਫਿਕੇਟ ਹੈ। ਅਸੀਂ ਸਾਰੇ 60 ਸਰਟੀਫਿਕੇਟ ਭੇਜਤੇ ਬੋਰਡ ਨੂੰ। ਬੋਰਡ ਕੋਲੋਂ 11 ਮਹੀਨਿਆਂ ਬਾਅਦ ਚੈੱਕ ਹੋ ਕੇ ਆਏ ਜਦ ਸਾਡੇ ਕੋਲੇ 35 ਸਰਟੀਫਿਕੇਟ ਝੂਠੇ। ਔਰ ਜਦ ਮੈਂ ਸਾਰੇ ਟੀਚਰਾਂ ਨੂੰ ਕਿਹਾ, ਜੂਨੀਅਰਾਂ ਨੂੰ ਕਿਹਾ ਵੀ ਯਾਰ ਇਹ ਝੂਠੇ ਸਰਟੀਫਿਕੇਟ ਜਾਈ ਜਾਂਦੇ ਨੇ, ਤੁਸੀਂ ਬੋਲੋ, ਉਹ ਤਾਂ ਜੀ ਐਂ ਚੱਲਦਾ। ਸੋ ਇਹ ਗੱਲਾਂ ਅੱਜ ਵੀ ਤੁਸੀਂ ਗੁਰਦਾਸਪੁਰ ਦੇ ਜਿਹੜੇ ਬਾਰਡਰ ਏਰੀਆ ਦੀ ਗੱਲ ਆਪਾਂ ਕਰਦੇ ਹਾਂ, ਚੀਮਾ ਸਾਹਿਬ ਨੇ ਜਦ ਭਰਤੀ ਕਰੀ ਉਦੋਂ ਵੀ ਝੂਠੇ ਸਰਟੀਫਿਕੇਟ, ਝੂਠਾ ਨਕਲ, ਹੋਰ ਸਾਰਾ ਬਾਰਡਰ ਏਰੀਆ 'ਚ ਕਾਫੀ ਚੱਲਦਾ। ਕਿਉਂਕਿ ਜਦ ਪੰਜਾਬ ਟੈਰਰਿਜ਼ਮ ਦੇ ਇੱਕ ਲਾਅ ਐਂਡ ਆਰਡਰ ਦੇ ਦੌਰ 'ਚ ਗਿਆ, ਉਦੋਂ ਬੜਾ ਕੁਝ ਉੱਥੇ ਹੋਇਆ। ਇੱਕ ਗੱਲ ਇਹ ਚਿੰਤਾ ਦਾ ਵਿਸ਼ਾ, ਉਹ ਫਿਰੋਜ਼ਪੁਰ ਤੇ ਫਾਜ਼ਿਲਕਾ ਜੇ ਨਾਮ ਨਹੀਂ ਆਏ, ਭਾਵੇਂ ਉਹਨਾਂ ਦਾ ਰਿਜ਼ਲਟ ਭਾਵੇਂ ਵੱਧ ਵੀ ਹੋਵੇ, ਪਰ ਇਹ ਨਹੀਂ ਹੈ ਇਸ਼ੂ। ਸਾਡੇ ਸਾਹਮਣੇ ਕੀ ਹੈ? ਸਾਡੇ ਸਾਹਮਣੇ ਇਸ਼ੂ ਇਹ ਹੈ ਕਿ ਅਸੀਂ ਸਕੂਲ ਐਜੂਕੇਸ਼ਨ ਨੂੰ ਜਾਂ ਬਾਕੀ ਓਵਰਆਲ ਐਜੂਕੇਸ਼ਨ ਨੂੰ, ਇਹ ਰਿਜ਼ਲਟ ਇੱਕ ਇੰਡੀਕੇਟਰ ਹੈ, ਛੋਟਾ ਜਿਹਾ, ਬਹੁਤ ਵੱਡਾ ਇੰਡੀਕੇਟਰ ਨਹੀਂ। ਇੰਡੀਕੇਟਰ ਹੈ ਬੱਚਿਆਂ ਦਾ ਗਿਆਨ ਕਿੰਨਾ ਕੁ ਹੈ। ਮੈਂ ਬਾਹਰ ਬੈਠੇ ਬੂਟਾ ਸਿੰਘ ਨੂੰ ਕਹਿ ਰਿਹਾ ਸੀ ਵੀ ਮੈਨੂੰ ਜੇ ਕਲਾਸ ਪੜ੍ਹਾਉਣੀ ਹੀ ਨਹੀਂ ਆ ਰਹੀ, ਮੇਰੇ ਕੋਲ ਡਿਗਰੀ ਹੋਵੇ, ਮੇਰੇ ਬੱਚੇ ਨੂੰ ਗੱਲ ਹੀ ਨਹੀਂ ਸਮਝ ਆਉਂਦੀ, ਜਾਂ ਮੇਰੇ ਘਰੇ ਹੋਏ ਆਪਰੇਸ਼ਨ ਨਾਲ ਮਰੀਜ਼ ਠੀਕ ਹੀ ਨਹੀਂ ਹੁੰਦੇ, ਮੈਜੋਰਟੀ ਮਰੀਜ਼, ਤਾਂ ਫਿਰ ਮੇਰੀ ਪੜ੍ਹਾਈ ਦਾ ਕੋਈ ਫਾਇਦਾ ਨਹੀਂ, ਫਿਰ ਤਾਂ ਡਿਗਰੀ ਹੈ। ਸੋ ਸਾਨੂੰ ਇਹ ਦੇਖਣਾ ਪਊ ਕਿ ਸਾਡੀ ਪੜ੍ਹਾਈ ਦੀ ਕੁਆਲਿਟੀ ਐਜੂਕੇਸ਼ਨ ਕਿਉਂ ਥੱਲੇ ਗਈ ਹੈ। ਥੱਲੇ ਜਾਣ ਦਾ ਵੱਡਾ ਕਾਰਨ ਇਹ ਹੋਇਆ ਕਿ ਅਸੀਂ ਪ੍ਰਾਈਵੇਟਾਈਜੇਸ਼ਨ ਨੂੰ ਪੂਰੇ ਧੜਾ ਅਲਾਓ ਕਰਿਆ।
ਉਹ ਧੜਾ ਲਾਓ ਕਰਨ 'ਚ ਸਾਰੀਆਂ ਸਰਕਾਰਾਂ ਸ਼ਾਮਲ ਨੇ। ਸੋ ਜਦ ਪ੍ਰਾਈਵੇਟ ਐਜੂਕੇਸ਼ਨ ਬਰਾਬਰ ਤੇ ਚਲੀ ਗਈ, ਜਿੱਥੇ 5-7 ਹਜ਼ਾਰ 10 ਹਜ਼ਾਰ ਲੈਣ ਵਾਲਾ ਟੀਚਰ ਹੈ ਜਿਹੜਾ ਘੱਟ ਕੁਆਲੀਫਾਈਡ ਹੈ, ਉੱਥੇ ਤਾਂ ਅਸੀਂ ਆਪਣੇ ਬੱਚੇ ਵੱਡੀ ਫੀਸ ਦੇ ਕੇ ਭੇਜਦੇ ਹਾਂ। ਜਿੱਥੇ 70-80 ਹਜ਼ਾਰ ਲੈਣ ਵਾਲਾ ਪੂਰਾ ਕੁਆਲੀਫਾਈਡ ਹੈ, ਮੈਰਿਟ ਤੇ ਚੁਣਿਆ ਹੋਇਆ ਹੈ, ਉੱਥੇ ਅਸੀਂ ਭੇਜਣ ਨੂੰ ਚਾਹ ਨਹੀਂ, ਕਿਉਂਕਿ ਚਮਕਦਮ ਖੜੀ। ਇਹ ਮੈਂ ਕਹਿਣਾ ਵੀ ਕਈ ਸਰਕਾਰਾਂ ਸੋਚਦੇ ਵੀ ਅਸੀਂ ਉਹੀ ਪ੍ਰਾਈਵੇਟ ਸਕੂਲਾਂ ਵਰਗੀ ਚਮਕਦਮ ਕਰਨ ਦੀ ਬਿਲਕੁਲ ਲੋੜ ਨਹੀਂ। ਸਰਕਾਰਾਂ ਨੂੰ ਆਪਦੇ ਸਕੂਲ ਸੇਫ ਬਿਲਡਿੰਗ ਹੋਵੇ, ਬੈਠਣ ਦੀ ਜਗ੍ਹਾ ਹੋਵੇ, ਪੜ੍ਹਾਉਣ ਦੀ ਕੁਆਲਿਟੀ ਸੁਧਾਰਨ ਦੀ ਲੋੜ ਹੈ। ਇਸ ਕਰਕੇ ਉਹਦੇ ਵਾਸਤੇ ਟੀਚਰ ਨੂੰ ਨਾ ਤਾਂ ਸਜ਼ਾ ਦੇ ਕੇ ਸਰਨਾ, ਨਾ ਉੱਥੇ ਵੀ ਅਸੀਂ ਹੁਣ ਬਾਇਓਮੈਟ੍ਰਿਕ ਲਾਵਾਂਗੇ। ਸਾਰੀਆਂ ਸਰਕਾਰਾਂ ਹੀ ਕਦੇ ਬਿਊਰੋਕ੍ਰੇਸੀ ਇਦਾਂ ਦੀ ਗੱਲ ਹੀ ਕਰਦੀ ਹੈ। ਉਹਦੇ ਵਿੱਚ ਦੀ ਇੱਕ ਹੈ ਵੀ ਟੀਚਰਾਂ ਨੂੰ ਅਨਕਰਜ ਕਰਨਾ ਕਿ ਦੇਖੋ ਤੁਹਾਡੀ ਜ਼ਿੰਮੇਵਾਰੀ ਹੈ, ਕੋਈ ਤੁਹਾਨੂੰ ਅਸੀਂ ਕੋਈ ਤਨਖਾਹਾਂ ਘੱਟ ਨਹੀਂ ਰਹੇ। ਚੀਮਾ ਸਾਹਿਬ ਨੇ ਇੱਕ ਕੋਸ਼ਿਸ਼ ਕਰਕੇ ਦੇਖੀ ਸੀ ਔਰ ਉਹਦਾ ਇੰਪੈਕਟ ਪਿਆ। ਸੋ ਸਾਨੂੰ ਅੱਜ ਸਾਈਕੋਲੋਜੀਕਲੀ ਡੀਲ ਕਰਕੇ ਟੀਚਰਾਂ ਨੂੰ ਤਿਆਰ ਕਰਨਾ ਪਏਗਾ, ਤਾਂ ਰਿਜ਼ਲਟ ਸੁਧਰੂਗੇ। ਨਹੀਂ ਇੱਕ ਹੋਰ ਪੁਆਇੰਟ ਜਿਹੜਾ ਮਿਸ ਨਾ ਹੋ ਜਾਏ, ਉਹ ਪੁਆਇੰਟ ਇਹ ਹੈ ਕਿ ਮੁੰਡਿਆਂ ਤੇ ਕੁੜੀਆਂ ਦੀ ਪਾਸ ਫੀਸਦ ਦੇ ਅਨੁਪਾਤ ਦੇ ਵਿੱਚ ਵੀ ਵੱਡਾ ਫਰਕ ਹੈ। ਕੁੜੀਆਂ ਦੀ ਪਾਸ ਫੀਸਦ ਕਾਫੀ ਵਧੀਆ, ਮੁਬਾਰਕ ਹੈ, ਹੋਣੀ ਵੀ ਚਾਹੀਦੀ ਹੈ। ਪਰ ਫਿਕਰ ਤੇ ਚਿੰਤਾ ਦੀ ਗੱਲ ਇਹ ਹੈ ਕਿ ਮੁੰਡਿਆਂ ਦੀ ਪਾਸ ਫੀਸਦ ਕਿਉਂ ਘਟ ਗਈ ਹੈ। ਚੀਮਾ ਸਾਹਿਬ, ਇਹਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੋਗੇ? ਨਹੀਂ, ਮੈਂ ਤੇ ਬਹੁਤ ਚਿੰਤਤ ਹਾਂ ਓਵਰਆਲ ਰਿਜ਼ਲਟ ਦੇਖ ਕੇ। ਮੈਂ ਕੋਈ ਇਹ ਨਹੀਂ ਕਿ ਗਵਰਨਮੈਂਟ ਦੀ ਆਲੋਚਨਾ ਜਾਂ ਚਿੱਕੜ ਸੁੱਟ ਕੇ ਨਹੀਂ, ਕਿਉਂਕਿ ਸਾਰੀ ਸੋਸਾਇਟੀ ਥੋੜਾ ਐਡ ਆਨ ਕਰ ਦਈਏ, 18% ਦਾ ਫਰਕ ਹੈ ਇਸ ਵਾਰ। 18%, 78% ਕੁੜੀਆਂ ਦਾ ਔਰ 60% ਮੁੰਡਿਆਂ ਦਾ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬੱਚੀਆਂ ਵੈਸੇ ਵੀ ਬੈਟਰ ਪਰਫਾਰਮ ਕਰਦੀਆਂ। 7-8% ਦਾ ਫਰਕ ਬੱਚੀਆਂ ਦਾ ਅਕਸਰ ਹੁੰਦਾ, ਲੇਕਿਨ ਜਦੋਂ 18% ਦਾ ਫਰਕ ਬੱਚੀਆਂ ਦਾ ਹੋਵੇ ਔਰ ਜਿਹੜਾ ਪਿੰਡਾਂ ਤੇ ਸ਼ਹਿਰਾਂ ਦਾ ਫਰਕ ਹੈ ਉਹ ਵੀ ਕਿ 7% ਤੋਂ ਵੱਧ ਹੈ। ਇਹ ਇੱਕ ਸੋਸ਼ਲ ਇੰਬੈਲੈਂਸ ਜਿਹੜਾ ਸੰਤੁਲਨ ਸਮਾਜ ਦਾ ਸਾਡਾ ਜਿਹੜਾ ਉਹਦੇ ਨਾਲ ਖਰਾਬ ਹੋ ਰਿਹਾ। ਸੋਸਾਇਟੀ ਡਿਵਾਈਡ ਹੋ ਰਹੀ ਹੈ ਕਿ ਪਿੰਡਾਂ ਦੇ ਜੇ 7% ਪਿੰਡਾਂ ਦੇ ਬੱਚਿਆਂ ਦਾ ਫਰਕ ਰਹੇਗਾ, ਕੱਲ ਨੂੰ ਚੰਗੇ ਕਾਲਜ ਦੇ ਵਿੱਚ ਕਿਸੇ ਬੱਚੇ ਨੂੰ ਪਿੰਡ ਦੇ ਨੂੰ ਐਡਮਿਸ਼ਨ ਨਹੀਂ ਮਿਲਣੀ। ਜਦੋਂ ਕੈਰੀਅਰ ਦੀ ਸ਼ੁਰੂਆਤ ਹੀ ਬੱਚੇ ਦੀ ਨਹੀਂ ਹੋ ਸਕਣੀ, ਕਿਸੇ ਚੰਗੇ ਕਾਲਜ 'ਚ ਐਡਮਿਸ਼ਨ ਨਹੀਂ ਹੋ ਸਕਣੀ, ਤੇ ਉਹਦੇ ਅੱਗੋਂ ਜਿਹੜੀ ਫਿਊਚਰ ਦੀ ਆਸ ਜਿਹੜੀ ਆ ਉਹ ਹੋਰ ਵੱਧ ਪੈ ਜਾਂਦੀ। ਇਹ ਚੀਜ਼ ਨਕਲ ਨਾਲ ਜੋੜ ਕੇ ਨਹੀਂ ਦੇਖੀ ਜਾ ਸਕਦੀ। ਨਹੀਂ, ਦੇਖੋ ਕੱਲੀ ਮੈਂ ਸਮਝਦਾ ਕਿ ਨਕਲ ਇੱਕ ਫੈਕਟਰ ਹੋ ਸਕਦਾ, ਲੇਕਿਨ ਐਡਾ ਵੱਡਾ ਫੈਕਟਰ ਨਹੀਂ ਹੈ। ਇੱਕ ਤਾਂ ਜਿੱਡੀ ਨਰਵਸਨੈਸ ਹੈ ਇਸ ਵੇਲੇ ਮਹਿਕਮੇ ਦੇ ਵਿੱਚ, ਕਿਉਂਕਿ ਮੈਂ ਕੋਈ ਪੋਲੀਟੀਕਲੀ ਨਹੀਂ ਕਹਿਣਾ ਚਾਹੁੰਦਾ, ਲੇਕਿਨ ਇੱਕ ਜਿਹੜੇ ਹਾਲਾਤ ਜਿਹੜੇ ਸਾਰਾ ਸਾਲ ਜਿਸ ਤਰ੍ਹਾਂ ਦੇ ਬਣੇ ਹੋਏ ਆ, ਐਂ ਲੱਗਦਾ ਕਿ ਐਡਮਿਨਿਸਟ੍ਰੇਟਿਵ ਸਾਈਡ ਤੇ ਜਿਹੜੀ ਟੀਚਿੰਗ ਸਾਈਡ ਹੈ ਦੋਨੇ ਹੈਡ ਔਨ ਕੋਲੀਜਨ ਦੇ ਵਿੱਚ। ਸਾਰਾ ਸਾਲ ਇੱਕ ਦੀ ਚੈਲੰਜ ਦੂਜੇ ਨੂੰ, ਇੱਕ ਵੱਲੋਂ ਧਮਕੀ ਦੇਣੀ ਕਿ ਮੈਂ ਤੁਹਾਨੂੰ ਠੀਕ ਕਰਕੇ ਛੱਡੂੰਗਾ, ਦੂਜਿਆਂ ਵੱਲੋਂ ਕਿ ਤੂੰ ਸਾਨੂੰ ਕਰ ਨਹੀਂ ਸਕਦਾ। ਔਰ ਇੱਕ ਇਹ ਕਿ ਤਜਰਬੇ ਤੇ ਤਜਰਬਾ ਜਿਹੜਾ ਇਹ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਖਤਮ ਕਰੀ ਜਾ ਰਿਹਾ। ਅਸੀਂ ਸਿਲੇਬਸ ਪੜ੍ਹਾ ਨਹੀਂ ਪਾ ਰਹੇ ਤੇ 10 ਚੀਜ਼ਾਂ ਅਸੀਂ ਹੋਰ ਸ਼ੁਰੂ ਕਰ ਲਈਆਂ। ਅਸੀਂ ਪੰਜਾਬੀ ਮੀਡੀਅਮ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਨਹੀਂ ਪਾ ਰਹੇ, ਰਿਜ਼ਲਟ ਸਾਡੇ ਸਾਹਮਣੇ ਆ। ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਹੈਗਾ ਉਹ ਸ਼ੁਰੂ ਕਰਨ ਦੀਆਂ ਗੱਲਾਂ ਕਰ ਰਹੇ ਹਾਂ, ਹਾਲਾਂਕਿ ਸਾਡੇ ਕੋਲੇ ਇੱਕ ਸੈਕਸ਼ਨ ਪੜ੍ਹਾਉਣ ਵਾਸਤੇ ਅਧਿਆਪਕ ਜਿਹੜੇ ਆ ਪੰਜਾਬ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਪੂਰੇ ਨਹੀਂ ਹੈ। ਇਹ ਜਿਹੜੇ ਸਾਡੇ ਰੁਝਾਨ ਹੈ, ਕਿਉਂਕਿ ਅਸੀਂ ਲੋਕਾਂ ਨੂੰ ਐ ਮੂਰਖ ਨਾ ਬਣਾਈਏ ਵੀ ਇੰਗਲਿਸ਼ ਬਣਾ ਦੇਣੀ, ਵੱਡੇ ਬੱਚੇ ਤੁਹਾਡੇ ਅੰਗਰੇਜ਼ ਬਣਾ ਦੇਣੇ, ਤੁਸੀਂ ਚਿੰਤਾ ਨਾ ਕਰੋ। ਦੇਖੋ ਜੀ, ਬਹੁਤ ਵਧੀਆ ਵਰਦੀਆਂ ਲਾ ਦੇਣੀਆਂ ਦੂਜੇ ਬਣੇ। ਜਿਹੜੀ ਡਾਕਟਰ ਸਾਹਿਬ ਨੇ ਗੱਲ ਕਹੀ ਸੀ, ਸਾਦਗੀ 'ਚ ਕੰਮ ਕਰੋ, ਸਧਾਰਨ ਜਿਹੜੇ ਤੁਹਾਡੇ ਰਿਸੋਰਸਿਸ ਨੇ ਉਹਦੇ ਵਿੱਚ ਕੰਮ ਕਰੋ, ਲੇਕਿਨ ਮਿਹਨਤ ਕਰੋ ਕਿ ਬੱਚਾ ਜਿਹੜੇ ਵੀ ਤੁਸੀਂ ਲੈਂਗੁਏਜ 'ਚ ਪੜ੍ਹਾ ਰਹੇ ਹੋ ਘੱਟੋ ਘੱਟ ਪਰਫੈਕਟ ਹੋਵੇ। ਹੁਣ ਇਸ ਵੇਲੇ ਜਿਹੜਾ ਤੁਰਿਆ ਹਾਲੇ ਇੱਕ ਪੜ੍ਹੋ ਪੰਜਾਬ ਦਾ ਤੇ ਇੱਕ ਜਿਹੜਾ ਇਨ ਦਾ ਮੇਜਰ ਇਸ ਵੇਲੇ ਕੰਟਰਡਿਕਸ਼ਨ ਦੋ ਚੀਜ਼ਾਂ ਦੀ ਚੱਲ ਰਹੀ ਆ। ਸਾਰਾ ਸਾਲ ਮੈਨੂੰ ਨਹੀਂ ਲੱਗਦਾ ਕਿ ਉਹਦੇ ਨਾਲ ਸਾਰਾ 1% ਸ਼ਾਂਤੀ ਕਿਸੇ ਵੀ ਪੰਜਾਬ ਦੇ ਸਕੂਲ ਦੇ ਵਿੱਚ ਰਹੀ ਹੋਵੇ। ਇੱਕ ਪਾਸੇ ਟੀਮਾਂ ਹੈਗੀਆਂ ਕਿ ਤੁਹਾਨੂੰ ਇਹ ਪਹਿਲਾਂ ਕਰਨਾ ਪਊਗਾ, ਦੂਜੇ ਯੂਨੀਅਨਾਂ ਸਾਰੀਆਂ 70 ਦੀਆਂ 70 ਹੜਤਾਲ ਤੇ ਬੈਠੀਆਂ ਕਿ ਅਸੀਂ ਇਹ ਨਹੀਂ ਲਾਗੂ ਹੋਣ ਦੇਣਾ। ਇਹਨਾਂ ਚੀਜ਼ਾਂ ਦੇ ਹੱਲ ਜਿਹੜੇ ਆ ਉਹ ਪੋਲੀਟੀਕਲ ਲੀਡਰਸ਼ਿਪ ਨੂੰ ਟਾਈਮ ਸਿਰ ਬੈਠ ਕੇ ਕਰਨੇ ਚਾਹੀਦੇ ਆ, ਨਹੀਂ ਤਾਂ ਮਾਹੌਲ ਹੀ ਨਾ ਹੋਏਗਾ ਪੜਾਉਣ ਦਾ, ਤੁਸੀਂ ਪੜਾਓਗੇ ਕਿੱਥੋਂ? ਵੀ ਡਿਪਾਰਟਮੈਂਟ ਦਾ ਜਿਹੜਾ ਹੈੱਡ ਹੁੰਦਾ ਉਹਦਾ ਕਿੰਨਾ ਕੁ ਪ੍ਰਭਾਵ ਰਹਿੰਦਾ ਜਿਹੜੇ ਡਿਪਾਰਟਮੈਂਟ ਦੇ ਥੱਲੇ ਅਸੀਂ ਕੰਮ ਕਰਦੇ ਹੋਈਏ, ਸਾਨੂੰ ਇਹ ਪਤਾ ਹੋਵੇ ਕਿ ਸਾਡੇ ਜਿਹੜਾ ਸਾਡਾ ਹੈੱਡ ਹੈ ਉਹ ਬੜਾ ਸਖਤ ਹੈ ਜਾਂ ਉਸ ਦੀ ਬੜੀ ਪਕੜ ਹੈਗੀ ਹੈ ਸਾਡੇ ਸਾਰੇ ਮਹਿਕਮੇ ਦੇ ਉੱਤੇ ਜਾਂ ਇਸ਼ੂ ਦੇ ਉੱਤੇ, ਇਹਦਾ ਵੀ ਫਰਕ ਪੈਂਦਾ। ਕੁਆਲੀਫਾਈਡ ਆ, ਚਲੋ ਉਸ ਤੇ ਗੱਲ ਵੱਖਰੀ ਹੈ। ਇਹ ਆਪਾਂ ਦੇਖਦੇ ਆ ਸਮੇਂ ਦੀਆਂ ਮੁੱਦਾ ਜ਼ਰੂਰ ਗੰਭੀਰ ਆ। ਮੈਂ ਪਰ ਪਹਿਲਾਂ ਤੂੰ ਮਤਲਬ ਸਬਮਿਟ ਕਰਦਾ, ਜਿਵੇਂ ਸਾਡੇ ਸਕੂਲਾਂ ਦੀ ਗੱਲ ਹੋਈ ਆ, ਆਮ ਆਦਮੀ ਪਾਰਟੀ ਦੇ ਵਿਧਾਇਕ ਹਰਵਿੰਦਰ ਸਿੰਘ ਫੁਲਕਾ ਜੀ ਨੇ ਦਾਖਾ ਹਲਕੇ ਦੇ ਵਿੱਚ 18,000 ਰੁਪਏ ਦੇ ਨਾਲ ਇੱਕ ਸਿੰਪਲ ਕਲਾਸਰੂਮ, ਜਿਹੜਾ ਸਮਾਰਟ ਕਲਾਸਰੂਮ ਤਿਆਰ ਹੁੰਦਾ, ਉਹਦੀ ਪ੍ਰੇਜ਼ ਮੌਕੇ ਦੇ ਜਿਹੜੇ ਹੈਗੇ ਸੀ ਆਪਣੇ ਐਜੂਕੇਸ਼ਨ ਮਿਨਿਸਟਰ ਅੱਜ ਦੇ, ਉਹਨਾਂ ਨੇ ਵੀ ਕੀਤੀ ਆ ਵੀ ਅਸੀਂ ਸਾਰੇ ਪੰਜਾਬ 'ਚ ਵੀ ਇਹਨੂੰ ਇੰਟਰੋਡਿਊਸ ਕਰਾਂਗੇ। ਮੁੱਦਾ ਵਾਕਿਆ ਹੀ ਐਜੂਕੇਸ਼ਨ ਦਾ ਬਹੁਤ ਗੰਭੀਰ ਆ, ਕਿਉਂਕਿ ਇਹ ਸਾਡੀ ਲਾਈਫ ਨਾਲ ਜੁੜੇ ਪਹਿਲੇ 2-3 ਇੱਕ ਮੁੱਦਿਆਂ ਵਿੱਚੋਂ। ਪਿਛਲੇ 1 ਸਾਲਾਂ 'ਚ ਕਿੰਨਾ ਸੁਧਾਰ ਨਜ਼ਰ ਆਇਆ? ਸਾਲ ਵੀ ਤੁਸੀਂ ਛੱਡੋ, ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਗੰਭੀਰ ਮੁੱਦੇ ਤੇ ਕਿਤੇ ਉਨੀ ਗੰਭੀਰਤਾ ਨਹੀਂ ਦਿਖਾਈ ਜਿੰਨੀ ਦਿਖਾਉਣੀ ਚਾਹੀਦੀ ਸੀਗੀ। ਉਹਦੇ ਕਰਕੇ ਓਵਰਆਲ ਐਜੂਕੇਸ਼ਨ ਦੇ ਵਿੱਚ ਗਿਰਾਵਟ ਆਈ ਆ। ਨੋ ਡਾਊਟ ਜਦੋਂ ਤੁਸੀਂ ਐਜੂਕੇਸ਼ਨ ਮਿਨਿਸਟਰ ਉਸ ਲੈਵਲ ਦਾ ਨਹੀਂ ਲਾਉਂਦੇ। ਰਠੌਰ ਸਾਹਿਬ, ਤੇ ਐਜੂਕੇਸ਼ਨ ਮਿਨਿਸਟਰ ਤੇ ਸਵਾਲ ਪਹਿਲਾਂ ਵੀ ਸੀ, ਸਵਾਲ ਹੁਣ ਵੀ ਹੈ। ਨੋ ਡਾਊਟ ਉਹਨਾਂ ਦੇ ਅਸੀਂ ਪਿਛੋਕੜ ਬਾਰੇ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪਰੰਤੂ ਜਾਂ ਟਿੱਪਣੀ ਨਹੀਂ ਕਰਦੇ, ਉਹ ਉਹਨਾਂ ਦਾ ਐਕਸਪੀਰੀਅੰਸ ਵੀ ਵਧੀਆ ਹੋਊਗਾ, ਪਰ ਸਵਾਲ ਜ਼ਰੂਰ ਚੁੱਕਿਆ ਜਾਂਦਾ ਕਿ ਜਦੋਂ ਤੁਹਾਡਾ ਮਹਿਕਮਾ ਐਜੂਕੇਸ਼ਨ ਦਾ ਹੋਵੇ ਫਿਰ ਤੁਹਾਡੀ ਕੁਆਲੀਫਿਕੇਸ਼ਨ ਤੇ ਸਵਾਲ ਜ਼ਰੂਰ ਆਉਂਦਾ।
ਮੈਂ ਪਿਛਲੇ ਤੇ ਦੋਵੇਂ ਐਜੂਕੇਸ਼ਨ ਇਸ ਮਿਨਿਸਟਰ ਦੀ ਸਵਾਲ ਗੱਲ ਦਾ ਤੁਹਾਡੇ ਤੋਂ ਸਵਾਲ ਕਰਦਾ, ਇਹਦਾ ਪੈਮਾਨਾ ਕੀ ਹੈ? ਨਹੀਂ ਪੈਮਾਨਾ ਮੈਂ ਦੱਸਦਾ ਹੁਣ ਜਿਹੜਾ ਡਿਪਾਰਟਮੈਂਟ ਐਜੂਕੇਸ਼ਨ ਸਿੱਖਿਆ ਦਾ ਜੁੜਿਆ ਹੋਇਆ ਮਹਿਕਮਾ ਹੈ, ਉਹਦੇ ਵਿੱਚ ਘੱਟੋ ਘੱਟ ਤੁਹਾਡੀ ਕੋਸ਼ਿਸ਼ ਤਾਂ ਇਹ ਰਹੇਗੀ ਨਾ ਕਿ ਜਿਹੜਾ ਤੁਸੀਂ ਵਿਭਾਗ ਦਾ ਮੰਤਰੀ ਲਾਣ ਲੱਗੇ ਹੋ ਉਹ ਇੰਨਾ ਕੁ ਉਹਦੀ ਕੁਆਲੀਫਿਕੇਸ਼ਨ ਜ਼ਰੂਰ ਹੋਵੇ ਜਿਹਦੇ ਤੇ ਕੋਈ ਸਵਾਲ ਨਾ ਕੀਤਾ ਜਾ ਸਕੇ। ਹੁਣ +2 ਕਰਨ ਵਾਲਾ ਮੰਤਰੀ ਜਦੋਂ ਐਜੂਕੇਸ਼ਨ ਮਿਨਿਸਟਰ ਬਣਾਓਗੇ ਉਹ ਜਿੰਨਾ ਮਰਜ਼ੀ ਕਾਬਿਲ ਹੋਵੇ ਉਹਦੇ ਤੇ ਸਵਾਲ ਆਏਗਾ ਹੀ ਆਏਗਾ। ਦੇਖੋ 5 ਵਾਰ ਉਹ 5ਵੀਂ ਵਾਰ ਐਮਐਲਏ ਨੇ। ਮੈਂ ਫਿਰ ਉਹੀ ਗੱਲ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਕਿ ਉਹਨਾਂ ਦੀ ਕਾਬਲੀਅਤ ਤੇ ਪੈਮਾਨਾ ਮੈਂ ਮੰਨਦਾ ਕਿ ਇਹਦਾ ਪੈਮਾਨਾ ਮੰਨਣਾ ਚਾਹੀਦਾ ਆਪਾਂ। ਕਾਬਲੀਅਤ ਤੇ ਕੋਈ ਕਿੰਤੂ ਪਰੰਤੂ ਨਹੀਂ। ਜੋਸ਼ੀ ਸਾਹਿਬ ਬੈਠੇ ਨੇ, ਕੁਆਲੀਫਿਕੇਸ਼ਨ ਦੀ ਗੱਲ ਕਰ ਰਹੇ। ਹਿਊਮਨ ਰਿਸੋਰਸ ਡਿਵੈਲਪਮੈਂਟ ਮਿਨਿਸਟਰੀ ਦੇ ਅੰਦਰ ਸਮ੍ਰਿਤੀ ਇਰਾਨੀ ਜੀ ਨੂੰ ਲਗਾਇਆ ਗਿਆ 12 ਪਾਸ ਔਰ 12th ਪਾਸ ਹੈ। ਚਲੋ ਸਵਾਲ ਉਹਨਾਂ ਮੈਂ 12th ਪਾਸ ਨੇ ਔਰ ਅੱਜ ਤੱਕ ਮੈਂ ਤੁਹਾਡੇ ਸਵਾਲ ਦਾ ਵੀ ਜਵਾਬ ਦੇ ਰਿਹਾ। ਅੱਜ ਤੱਕ ਦੇ ਸਭ ਤੋਂ ਘੱਟ ਪੜ੍ਹੇ ਲਿਖੇ ਜਿਹੜੇ HRD ਮਿਨਿਸਟਰ ਰਹੇ ਨੇ ਉਹ ਅਰਜੁਨ ਸਿੰਘ ਜੀ ਰਹੇ ਸੀ, ਲੇਕਿਨ ਉਹ ਵੀ BA LLB ਸੀਗੇ। ਬਿਲਕੁਲ ਇਹ ਪੈਮਾਨਾ ਹੁੰਦਾ ਹੈ, ਲੇਕਿਨ ਅੱਜ ਤਜਰਬਾ ਦੇਖੋ ਤੁਸੀਂ ਸੀਤਾਰਮਨ ਜੀ ਤੁਸੀਂ ਰੱਖਿਆ ਮੰਤਰੀ ਲਾਏ, ਇਹ ਪੈਮਾਨਾ ਐਕਸਪੀਰੀਅੰਸ ਨੂੰ ਅਸੀਂ ਮੰਨ ਸਕਦੇ ਹਾਂ। ਜਿਹੜਾ ਬੰਦਾ ਕੋਈ ਐਡਮਿਨਿਸਟ੍ਰੇਟਿਵ ਪਾਵਰ ਦੇ ਅੰਦਰ ਹੋਵੇ। ਮੈਂ ਤੁਹਾਡੇ ਤੋਂ ਇਹ ਪੁੱਛਿਆ ਹੀ ਨਹੀਂ ਕਿ ਬੀਜੇਪੀ ਨੇ ਕਿਹੜੇ ਲਾਏ ਜਾਂ ਤੁਸੀਂ ਕਿਹੜੇ ਲਾਏ, ਮੈਂ ਤੁਹਾਡੇ ਸਿੱਖਿਆ ਮੰਤਰੀ ਬਾਰੇ ਪੁੱਛ ਰਿਹਾ। ਸਿਰਫ ਮੈਨੂੰ ਉਹਦਾ ਜਵਾਬ ਜੇ ਦੇ ਦਿਓ ਤਾਂ ਬੜੀ ਮਿਹਰਬਾਨੀ। ਨਹੀਂ ਦੇਖੋ ਬੜੇ ਕਾਬਲ ਬਹੁਤ ਤਜਰਬੇਕਾਰ, ਸ਼ਾਇਦ ਇਹਨਾਂ ਨੂੰ ਉਹਨਾਂ ਦੀ ਸਿੱਖਿਆ ਹੋ ਸਕਦਾ ਹੈ ਕਿ ਉਹ +2 ਲੈਵਲ +2 ਉਹਨਾਂ ਨੇ ਕੀਤੀ ਹੈ, ਲੇਕਿਨ ਜੋ ਉਹਨਾਂ ਦਾ ਤਜਰਬਾ ਹੈ, ਜੋ ਉਹਨਾਂ ਦੀ ਐਡਮਿਨਿਸਟ੍ਰੇਟਿਵ ਪਾਵਰ ਹੈ, ਉਹਨਾਂ ਨੂੰ ਸਮਾਂ ਦਿਓ। ਦੇਖੋ ਤੁਸੀਂ ਸਮਾਂ ਤਾਂ ਦੇਣਾ ਚਾਹੀਦਾ ਹਰ ਇੱਕ ਬੰਦੇ ਨੂੰ, ਜ਼ਿੰਮੇਵਾਰੀ ਬਣੀ। ਸਮਾਂ ਤਾਂ 1 ਸਾਲ ਦੇ ਦਿੱਤਾ ਨਾ, ਸਮਾਂ ਤਾਂ ਤੁਹਾਡੇ ਪਿਛਲੇ 1 ਸਾਲ ਦੇ ਐਜੂਕੇਸ਼ਨ ਮਿਨਿਸਟਰ ਨੇ ਕੀ ਕੀਤਾ ਉਹ ਬੂਟਾ ਸਿੰਘ ਜੀ ਵੀ ਦੱਸ ਰਹੇ ਨੇ। ਫਿਰ ਤੁਸੀਂ ਉਹਨਾਂ ਦਾ ਪੈਮਾਨਾ ਕਿੱਦਾਂ ਕਰ ਸਕਦੇ ਹੋ? ਤਾਂ ਪੜ੍ਹੇ ਲਿਖੇ ਸੀਗੇ। ਅੱਛਾ ਇਹ ਪੈਮਾਨਾ ਤੁਸੀਂ ਨਹੀਂ ਕਰ ਸਕਦੇ। ਨਹੀਂ ਜਾਂ ਇੱਕ ਪਾਸੇ ਤੁਸੀਂ ਗੱਲ ਕਰੋ। ਚੀਮਾ ਸਾਹਿਬ ਦੀ ਗੱਲ ਠੀਕ ਲੱਗ ਰਹੀ ਹੈ ਕਿ ਤੁਸੀਂ ਪ੍ਰਯੋਗ ਤੇ ਪ੍ਰਯੋਗ ਕਰਕੇ ਨਹੀਂ ਦੇਖੋ ਇਨਵੈਂਸ਼ਨ ਤਾਂ ਹੀ ਹੋਊਗੀ ਨਾ ਜੇ ਅਸੀਂ ਪ੍ਰਯੋਗ ਕਰਾਂਗੇ ਬੱਚਿਆਂ ਦੇ ਉੱਤੇ। ਨਹੀਂ ਬੱਚਿਆਂ ਦੇ ਉੱਤੇ ਨਹੀਂ ਅਸੀਂ ਪ੍ਰਯੋਗ ਕਰ ਬਿਲਕੁਲ ਸਿੱਖਿਆ ਦੇ ਉੱਤੇ, ਬਿਲਕੁਲ ਸਿੱਖਿਆ ਦੇ ਉੱਤੇ ਕੋਈ ਪ੍ਰਯੋਗ ਨਹੀਂ ਹੈ। ਜੋ ਪਾਲਿਸੀਜ਼ ਨੇ ਸਾਡੀ ਉਹ ਅਸੀਂ ਲਾਗੂ ਕਰਾਂਗੇ ਔਰ ਬਹੁਤ ਵਧੀਆ ਪਾਲਿਸੀਜ਼ ਅਸੀਂ 2018 ਦੇ ਅੰਦਰ ਲਿਆਉਣ ਲੱਗੇ। ਲੇਕਿਨ ਕੋਈ ਵੀ ਬੰਦਾ ਕਿਸੇ ਨੂੰ ਸਮਾਂ ਦੇਣਾ ਚਾਹੀਦਾ ਹੈ। ਸਟੇਟ ਸਰਕਾਰਾਂ ਤੁਹਾਡੇ ਤੋਂ ਸੇਧ ਲੈ ਕੇ ਅੱਗੇ ਕੰਮ ਵਧਾ ਰਹੀਆਂ ਨੇ। ਜੋਸ਼ੀ ਸਾਹਿਬ ਗੱਲ ਇਹ ਕਿ ਵੀ ਲੌਜਿਕਸ ਦੇਣ ਵਾਸਤੇ ਤੁਸੀਂ ਕੁਝ ਵੀ ਦੇ ਸਕਦੇ ਹੋ, ਉਸ 'ਚ ਕੋਈ ਕਨਫਿਊਜ਼ਨ ਕਿਸੇ ਨੂੰ ਨਹੀਂ ਰਹਿਣਾ ਚਾਹੀਦਾ। ਲੇਕਿਨ ਇੱਕ ਗੱਲ ਸਾਨੂੰ ਚੰਗੀ ਤਰ੍ਹਾਂ ਸਮਝਣੀ ਚਾਹੀਦੀ ਹੈ ਕਿ ਜੋ ਸਾਡੇ ਸਾਹਮਣੇ ਅੱਜ ਮੁੱਦਾ ਹੈ ਉਹ ਮੁੱਦਾ ਹੈ ਸਰਕਾਰ ਦੀ ਜਿਹੜੀ ਰਿਜ਼ਲਟਾਂ ਦੇ ਮਾਮਲੇ 'ਚ ਕਾਰਗੁਜ਼ਾਰੀ ਹੈ। ਇਹਨਾਂ ਦੀ ਅਸੀਂ ਜੇ ਇਹਨਾਂ ਦੀ ਗੱਲ ਨੂੰ ਕਾਰਗੁਜ਼ਾਰੀ ਤੁਸੀਂ ਉਹ ਜੋੜਿਆ ਮੰਤਰੀ ਨਾਲ, ਉਹਨਾਂ ਨੇ ਤਾਂ ਨਹੀਂ ਜੋੜਿਆ। ਮੰਤਰੀ ਨਾਲ ਤਾਂ ਤੁਸੀਂ ਜੋੜਿਆ। ਮੇਰੀ ਗੱਲ ਤਾਂ ਖਤਮ ਹੋਣ ਦਿਓ, 1 ਸੈਕਿੰਡ। ਅਸੀਂ ਤਾਂ ਜੋੜਿਆ ਕਿਉਂਕਿ ਰਿਜ਼ਲਟ ਠੀਕ ਨਹੀਂ ਰਿਹਾ। ਜੇ ਇਹ ਰਿਜ਼ਲਟ ਠੀਕ ਹੁੰਦਾ, ਪ੍ਰੋਸੈਸ ਠੀਕ ਹੁੰਦਾ, ਐਗਜ਼ਾਮੀਨੇਸ਼ਨ ਦਾ ਪ੍ਰੋਸੈਸ ਠੀਕ ਹੁੰਦਾ, ਪੇਪਰ ਲੀਕ ਨਾ ਹੋ ਰਹੇ ਹੁੰਦੇ, ਜਿਨ੍ਹਾਂ ਸਕੂਲਾਂ 'ਚ ਬਿਲਡਿੰਗਾਂ ਨਹੀਂ ਸੀਗੀਆਂ ਸਾਡੇ ਟਾਈਮ 'ਚ, ਜੋ ਨਹੀਂ ਸੀ ਚਲੋ ਮੰਨ ਲਿਆ, ਪਰ ਉੱਥੇ 1 ਸਾਲ 'ਚ ਕੁਝ ਐਕਟੀਵਿਟੀ ਉਹਨਾਂ ਦੇ ਹੋਮ ਵੀ ਸ਼ੁਰੂ ਹੋ ਗਈ ਸੀ, ਅੱਜ ਕੋਈ ਕੁਐਸਚਨ ਨਾ ਕਰਦਾ। ਠੀਕ ਹੈ, ਪਿਛਲੇ ਸਾਲਾਂ ਨਾਲੋਂ ਵੱਧ ਕੇ ਰਿਜ਼ਲਟ ਆ ਰਹੇ ਨੇ। ਮੇਰੀ ਗੱਲ ਤਾਂ ਖਤਮ ਹੋਣ ਦਿਓ। ਦੇਖੋ ਹੁੰਦਾ ਕੀ ਹੈ ਕਿ ਇੱਕ ਪਾਰਟੀ ਹੈ, ਉਹਦਾ ਨਾਮ ਹੈ ਆਮ ਆਦਮੀ ਪਾਰਟੀ, ਜਿਹਨੂੰ ਝੂਠ ਬੋਲਣ ਸਿਵਾਏ ਕੋਈ ਕੰਮ ਨਹੀਂ ਹੈ। ਜੇ ਇਹਨੂੰ ਜਵਾਹਰ ਨਹਿਰੂ ਯੂਨੀਵਰਸਿਟੀ ਦੇ ਵਿੱਚ ਇੰਨਾ ਵਿਵਾਦ ਹੋਇਆ, HRD ਮਿਨਿਸਟਰੀ ਦੇ ਥੱਲੇ ਆਉਂਦੇ ਆਵਾ ਯੂਨੀਵਰਸਿਟੀ ਸਾਹਿਬ, ਆਮ ਆਦਮੀ ਪਾਰਟੀ ਨੇ ਐਜੂਕੇਸ਼ਨ ਦੀ ਦਿੱਲੀ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ। ਐਵੇਂ ਹੁਣ ਟਾਈਮ ਖਰਾਬ ਨਾ ਜੋਸ਼ੀ ਸਾਹਿਬ ਕਰੋ, ਮੰਨੋ ਕਿ 12 ਬੜੀ ਤੁਸੀਂ HRD ਲਾ ਦੇ। ਬਰਾਕੀ ਸਾਹਿਬ ਸਾਰਿਆਂ ਨੂੰ ਰੋਕ ਰਿਹਾ। ਇੱਕ ਮੇਰੀ ਰਿਕੁਐਸਟ ਹੈ, ਮੇਰੀ ਡਿਬੇਟ ਸਾਰੀ ਦੂਜੇ ਪਾਸੇ ਮੁੜ ਗਈ। ਮੈਂ ਸਿਆਸਤ ਤੋਂ ਹਟ ਕੇ ਥੋੜੀ ਕਰਨਾ ਚਾਹੁੰਦਾ ਸੀ। ਲੇਕਿਨ ਸਮ੍ਰਿਤੀ ਇਰਾਨੀ ਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਨੂੰ ਜਿਹਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਜਿਹਨੂੰ ਤੁਸੀਂ +2 ਜਿਹੜਾ ਹੈ ਬਰਾਗੀ ਜੀ ਨੇ ਇਹਨਾਂ ਦੇ ਮੂੰਹ 'ਚ ਪਾਇਆ ਸ਼ਬਦ, ਇਹ ਆਪਣੇ ਮੂੰਹ ਨਹੀਂ ਬੋਲੇ, ਉਹਨਾਂ ਨੇ ਨਹੀਂ ਇਹ ਸੱਚ ਆ। ਪ੍ਰਧਾਨ ਮੰਤਰੀ ਦੀ ਵੀ ਡਿਗਰੀ ਨਹੀਂ ਲੱਗ ਰਹੀ, ਉਹਦੀ ਵੀ ਡਿਗਰੀ ਨਹੀਂ ਲੱਗ ਰਹੀ, ਝੂਠਾ। ਹੁਣ ਕਿਸੇ ਯੂਨੀਵਰਸਿਟੀ ਤੋਂ ਐਵੇਂ ਫੇਕ ਲੈ ਕੇ ਤੁਸੀਂ ਕਰੀ ਜਾਓ, ਕੋਈ ਉਹਦੀ ਪਾਰਟੀਆਂ ਤੇ ਨਾ ਫੋਕਸ ਕਰਕੇ ਪੜ੍ਹਾਈ ਤੇ ਕਰੀਏ। ਗਰਗ ਸਾਹਿਬ ਇੱਕ ਸੈਕਿੰਡ ਗਰਗ ਸਾਹਿਬ, ਮੈਂ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹੂੰਗਾ ਕਿ ਮੈਂ ਕਿਸੇ ਪੈਨਲਿਸਟ ਦੀ ਗੱਲ ਦੇ ਵਿੱਚ ਨਹੀਂ ਬੋਲਦਾ, ਉਹ ਜੋ ਮਰ ਝੂਠ ਸੱਚ ਬੋਲਣ। ਜਦ ਮੇਰੀ ਵਾਰੀ ਆਉਂਦੀ, ਘੱਟ ਤੋਂ ਘੱਟ ਮਰਿਆਦਾ ਤਾਂ ਰੱਖੋ। ਚਲੋ ਠੀਕ ਹੈ, ਤੁਹਾਡੀ ਗੱਲ ਆ ਗਈ। ਪਬਲਿਕ ਫੋਰਮ ਨਹੀਂ ਹੈ, ਇਹ ਅਸੈਂਬਲੀ ਨਹੀਂ ਹੈ ਜੇ ਤੁਸੀਂ ਕਿਸੇ ਨੂੰ ਬੋਲਣ ਨਹੀਂ ਦੇਣਾ। ਇਹ ਉਹ ਅਸੈਂਬਲੀ ਨਹੀਂ ਜਿਸ ਆਪੋਜੀਸ਼ਨ ਦੇ ਐਮਐਲਏ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਹੋ। ਮੇਰੀ ਬੇਨਤੀ ਹੈ ਬੋਲਣ ਦਿਓ। ਠੀਕ ਹੈ, ਆ ਗਈ ਤੁਹਾਡੀ ਗੱਲ। ਸਮ੍ਰਿਤੀ ਇਰਾਨੀ ਗ੍ਰੈਜੂਏਸ਼ਨ ਹੈ, ਸਾਰਾ ਹਿੰਦੁਸਤਾਨ ਝੂਠ ਬੋਲ ਰਿਹਾ। ਆਪਾਂ ਨੈਟ ਤੇ ਸਾਰੇ ਚੈੱਕ ਕਰ ਲਾਂਗੇ। ਇੱਕ ਮਿੰਟ ਮੇਰੀ ਬੇਨਤੀ ਹੈ, ਕਾਂਗਰਸ ਦੇ ਪੈਨਲਿਸਟ ਨੂੰ
ਆਮ ਆਦਮੀ ਪਾਰਟੀ ਨੇ ਸਾਰੇ ਪੈਨਲਿਸਟ ਗਵਾਹ ਨੇ ਉਹ ਕੰਚ ਬੋਲਦੇ ਨੇ 12ਵੀਂ ਹੈ ਉਹ ਲੋਕ ਬੋਲ ਦਿੰਦੇ ਨੇ ਉਹ ਕਾਂਗਰਸ ਦੇ ਪੈਨਲਿਸਟ ਚੈੱਕ ਤਾਂ ਕਰ ਲੈਣ। ਜੋਸ਼ੀ ਸਾਹਿਬ ਤੁਹਾਨੂੰ ਵੀ ਇਹ ਗੱਲ ਦਾ ਪਤਾ ਵਾ ਪ੍ਰਾਈਮ ਮਿਨਿਸਟਰ ਦੀ ਵੀ ਡਿਗਰੀ ਨਹੀਂ ਲੱਭ ਰਹੀ, ਉਹ ਕੰਪਿਊਟਰਾਈਜੇਸ਼ਨ ਦੀ ਡਿਗਰੀ ਆ ਜਿਹੜੀ ਹੈ ਹੀ ਨਹੀਂ ਜਦੋਂ ਪਾਸ ਹੋਏ ਆ। ਨਸ਼ੇੜੀ ਤੁਸੀਂ ਕੁਛ ਕਰੀ ਚੱਲੋ, ਲੋਕੀ ਸਭ ਜਾਣਦੇ ਨੇ। ਕਾਂਗਰਸ ਔਰ ਆਮ ਆਦਮੀ ਪਾਰਟੀ ਅੱਜ ਵੀ ਡਿਸਕਸ਼ਨ ਦੇ ਅੰਦਰ ਜਿਹੜਾ ਹੈਗਾ ਕਰ ਰਹੇ ਹੋ। ਇੱਕ ਮਿੰਟ ਜੋਸ਼ੀ ਸਾਹਿਬ ਇਹਨਾਂ ਨੂੰ ਪਾਣੀ ਪੂਣੀ ਪਿਆਓ, ਉਵੇਂ ਐਵੇਂ ਇਹ ਆਪਣਾ ਬੀਪੀ ਵਧਾ ਗਿਆ। ਐਡੀ ਗੱਲ ਨਹੀਂ, ਉਹਦਾ ਬੜਾ ਗੰਭੀਰ ਹੈ, ਬੜੀ ਗੰਭੀਰਤਾ ਨਾਲ ਗੱਲ ਕਰ ਰਹੇ ਹਾਂ। ਵਿੱਚ ਕੌਣ ਬੋਲਿਆ ਹੈ? ਵਿੱਚ ਕੌਣ ਬੋਲਿਆ? ਜੋਸ਼ੀ ਸਾਹਿਬ ਤੁਹਾਡੀ ਗੱਲ ਆ ਗਈ, ਜੋਸ਼ੀ ਸਾਹਿਬ ਗੱਲ ਆ ਗਈ। ਹੁਣ ਤੁਹਾਡੀ ਵੀ ਨਹੀਂ ਮੰਨ ਰਹੇ, ਦੱਸੋ ਮਰਿਆਦਾ ਕਿੱਥੇ ਗਈ? ਐਂਕਰ ਦੀ ਤਾਂ ਮੰਨ ਲੈਣ, ਤੁਹਾਡੀ ਵੀ ਨਹੀਂ ਮੰਨ ਰਹੇ। ਕੀ ਜਿਹੜੀਆਂ ਕੌਣ ਬੋਲੇ? ਡਿਬੇਟ ਦੇ ਵਿੱਚ ਚੱਲਦਾ ਰਹਿੰਦਾ। ਮੈਂ ਇਸੇ ਗਲਤੀ ਆ ਰਿਹਾ। ਪਹਿਲੀ ਗੱਲ, ਮਿਨਿਸਟਰ ਨੇ ਕੋਈ ਕਲਾਸ ਨਹੀਂ ਲੈਣੀ ਹੁੰਦੀ, ਇਹ ਗੱਲ ਵੱਖਰੀ ਹੈ। ਜਿਵੇਂ ਚੀਮਾ ਸਾਹਿਬ ਡਾਕਟਰ ਨੇ, ਹੁਣ ਹੈਲਥ ਮਿਨਿਸਟਰ ਅਸੀਂ ਕੱਲ ਨੂੰ ਕਰੀਏ ਡਾਕਟਰ ਹੀ ਹੋਵੇ, ਇਹ ਸੰਭਵ ਨਹੀਂ ਹੁੰਦਾ। ਦੂਜੀ ਗੱਲ, ਚਾਹੇ ਸਿਮਰਤੀ ਇਰਾਨੀ ਜੀ ਸੇ ਕੋਈ ਕੁਆਲੀਫਿਕੇਸ਼ਨ ਹੋਵੇ, ਚਾਹੇ ਉਹ ਆਪਣੇ ਮਲੂਕਾ ਸਾਹਿਬ ਸੀਗੇ, ਮੈਨੂੰ ਬਹੁਤ ਵਾਰੀ ਸਵਾਲ ਕਰਿਆ, ਟੀਚਰ ਵੀ ਇਸ ਗੱਲ ਦੇ ਉੱਤੇ ਕਰਦੇ। ਮੈਂ ਕਹਿੰਦਾ ਜਿਹੜਾ ਮਿਨਿਸਟਰ ਹੈ ਉਹਦਾ ਬਹੁਤ ਜ਼ਿਆਦਾ ਪੜ੍ਹਿਆ ਹੋਣਾ ਕੋਈ ਜ਼ਰੂਰੀ ਨਹੀਂ ਹੈ, ਉਹਨੂੰ ਪਾਲਿਸੀ ਪਤਾ ਹੋਵੇ ਕਿ ਮੈਂ ਪਾਲਿਸੀ ਕੀ ਲਾਗੂ ਕਰਨੀ ਹੈ। ਪੜ੍ਹਾਉਣ ਵਾਸਤੇ ਲੈਕਚਰ ਕਾਹਦੇ ਵਾਸਤੇ ਰੱਖੇ ਨੇ? ਰੂਲਾਂ ਵਾਸਤੇ, ਬਿਊਰੋਕਰੇਟ ਕਾਹਦੇ ਵਾਸਤੇ? ਸੋ ਇਹ ਕਹਿਣਾ ਕਿ ਬਹੁਤ ਜ਼ਿਆਦਾ ਪੜ੍ਹੇ, ਠੀਕ ਹੈ, ਪੜ੍ਹਾਈ ਇੱਕ ਟੂਲ ਹੈ, ਪੜ੍ਹਾਈ ਬੰਦੇ ਦਾ ਗਿਆਨ ਵਧਾਉਂਦੀ ਹੈ, ਸਾਰਾ ਕੁਝ ਹੈਗਾ, ਪਰ ਪੜ੍ਹੇ ਲਿਖੇ ਕਪਿਲ ਸਿੱਬਲ ਜੀ ਵੀ ਸੀਗੇ, ਬਹੁਤ ਜ਼ਿਆਦਾ ਪੜ੍ਹੇ, ਲੀਗਲ ਨਿਊਮਨਰੀ ਨੇ, ਉੱਥੇ ਆਪਾਂ ਨੂੰ ਪਤਾ ਵੀ ਐਜੂਕੇਸ਼ਨ ਐਮਐਚਆਰਡੀ ਮਿਨਿਸਟਰ ਵੀ ਰਹੇ ਨੇ। ਤੇ ਇਸ ਕਰਕੇ ਪੜ੍ਹੇ ਲਿਖੇ ਜਾਂ ਨਾ ਪੜ੍ਹੇ ਲਿਖੇ ਨੂੰ ਲਿਆ ਕੇ ਅਸੀਂ ਸ਼ਾਇਦ ਮੁੱਦੇ ਤੋਂ ਭੜਕ ਜਾਾਂਗੇ। ਮੈਂ ਤਾਂ ਹੀ ਕਹਿ ਰਿਹਾ, ਮੰਤਰੀ ਨੇ ਪੋਲੀਟੀਕਲੀ ਫੈਸਲੇ ਲੈਣੇ ਹੁੰਦੇ ਨੇ, ਉਹ ਪੋਲੀਟੀਕਲ ਫੈਸਲੇ ਕਰੈਕਟ ਹੋਣੇ ਚਾਹੀਦੇ ਨੇ। ਅੱਜ ਪੋਲੀਟੀਕਲ ਫੈਸਲਿਆਂ ਦੀ 3 ਲੈਵਲ ਤੇ ਲੋੜ ਹੈ ਸਿੱਖਿਆ 'ਚ। ਆਹ ਰਿਜ਼ਲਟ ਸੁਧਾਰਨ ਵਾਸਤੇ ਮੈਂ ਰਿਜ਼ਲਟ ਤੇ ਕੇਂਦਰਿਤ ਕਰਾਂਗਾ। ਉਹ ਇਹ ਕਿ ਬਿਲਡਿੰਗਾਂ ਅਸੀਂ ਸ਼ਾਇਦ ਨਾ ਬਣਾ ਸਕੀਏ, ਪੈਸਾ ਸਰਕਾਰ ਨਾ ਪਹਿਲੀ ਕੋਲ ਸੀ ਨਾ ਇਸ ਕੋਲ ਹੈ, ਕੇਂਦਰ ਤੋਂ ਕੁਝ ਪੈਸਾ ਆਉਂਦਾ, ਉਹਦਾ ਮਾੜਾ ਮੋਟਾ ਲੱਗ ਜਾਂਦਾ, ਉਹਦੇ ਨਾਲ ਸਾਰਦੇ ਨੇ ਜਾਂ ਪੰਚਾਇਤਾਂ ਇਕੱਠੀਆਂ ਕਰਦੀਆਂ ਨੇ। ਇੱਕ ਦੂਜਾ, ਸਾਨੂੰ ਲੋੜ ਕੀ ਹੈ ਨੀਤੀਆਂ 'ਚ? ਨੀਤੀ ਸਾਡੀ ਕੀ ਹੈ? ਬਾਦਲ ਸਾਹਿਬ ਦੀ ਸਰਕਾਰ ਸੀ 98-99 ਦੀ ਗੱਲ ਹੈ, ਮੈਨੂੰ ਪੁੱਛਿਆ ਲਖਨਪਾਲ ਜੀ ਸੈਕਟਰੀ ਹੁੰਦੇ, ਉਹ ਮੈਂ ਕਿਹਾ ਜੀ ਜਿਹੜਾ ਤਾਂ ਬੰਦਾ ਲੱਗਿਆ ਦਨੇਰੇ ਉਹਦੀ ਤਾਂ ਤਨਖਾਹ ਘੱਟ ਹੈ, ਜਿਹੜਾ ਪਠਾਨਕੋਟ ਲੱਗਿਆ ਉਹਦੀ ਵੱਧ ਹੈ। ਜਦ ਤੁਸੀਂ ਸ਼ਹਿਰਾਂ ਦੇ ਵਿੱਚ ਟੀਚਰ ਦੀ ਤਨਖਾਹ ਵੱਧ ਹੈ, ਉਹਦਾ ਟਾਈਮ ਵੀ ਘੱਟ ਲੱਗਦਾ ਹੈ, ਉਹਦਾ ਖਰਚਾ ਵੀ ਘੱਟ ਹੁੰਦਾ ਹੈ, ਤਾਂ ਉੱਥੇ ਬਦਲੀ ਕਰਾਉਣ ਦੀ ਕੋਸ਼ਿਸ਼ ਕਰੇਗਾ, ਦੂਜੇ ਖਾਲੀ ਰਹਿਣਗੇ। ਬਾਰਡਰ ਏਰੀਏ 'ਚ ਸਕੂਲ ਇਸ ਕਰਕੇ ਖਾਲੀ ਰਹਿੰਦੇ ਨੇ, ਇਸ ਕਰਕੇ ਇੱਕ ਤਾਂ ਰਿਜ਼ਲਟ ਡਾਊਨ ਆਉਂਦਾ, ਦੂਜੇ ਕਰਕੇ ਕੋਈ ਉੱਥੇ ਟੀਚਰ ਹੈ ਨਹੀਂ, ਨਕਲ ਵੀ ਇਸੇ ਕਰਕੇ ਜ਼ਿਆਦਾ ਵੱਜਦੀ ਹੈ। ਨਕਲ ਵੀ ਜੇ ਨਕੇਲ ਪਾ ਦੋਗੇ, ਮੰਨ ਲਿਆ ਤੁਸੀਂ ਨਕਲ ਤਾਂ ਰੋਕਤੀ, ਟੀਚਰ ਫੇਰ ਨਹੀਂ ਦਿੱਤਾ, ਫਿਰ ਹੋਰ ਵੀ ਰਿਜ਼ਲਟ ਡਾਊਨ ਆ ਜੂ। ਸੋ ਬਾਰਡਰ ਏਰੀਆ ਦੇ ਵਿੱਚ ਸਾਨੂੰ ਤੀਜੀ ਗੱਲ ਜਿਹੜੀ ਸਾਡੀ ਲੋੜ ਹੈ ਉਹ ਇਹ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਪ੍ਰਾਈਵੇਟਾਈਜੇਸ਼ਨ ਦੀ ਬਜਾਏ ਐਜੂਕੇਸ਼ਨ ਜਿਹੜੀ ਹੈ ਇੱਕ ਐਸਟ ਹੈ। ਸਾਨੂੰ ਬਿਊਰੋਕ੍ਰੇਸੀ ਨੇ ਪਿਛਲੇ 10-15 ਸਾਲਾਂ 20 ਸਾਲਾਂ 'ਚ ਇਹ ਕਹਿਤਾ ਕਿ ਤੂੰ ਤਾਂ ਪੈਸਾ ਕਮਾਉਣਾ ਚਾਹੀਦਾ। ਸਾਡਾ ਤਾਂ ਸੱਭਿਆਚਾਰ ਵੀ ਇਹ ਨਹੀਂ ਕਹਿੰਦਾ, ਅਸੀਂ ਕਦੇ ਕਿਸੇ ਬੱਚੇ ਨੂੰ ਕਹਿੰਦਾ ਵੀ ਤੂੰ ਤਾਂ ਕਮਾਉਂਦਾ ਨਹੀਂ, ਕਿਸੇ ਬਿਮਾਰ ਨੂੰ ਅਸੀਂ ਕਹਿੰਦਾ ਵੀ ਤੂੰ ਕੁਝ ਕਮਾਉਂਦਾ ਨਹੀਂ, ਤੇਰੇ ਇਲਾਜ ਕਿਉਂ ਕਰਾਈਏ? ਅਸੀਂ ਤਾਂ ਜ਼ਮੀਨਾਂ ਵੇਚ ਕੇ ਕਰਾਉਣੇ। ਸੋ ਸਰਕਾਰ ਦਾ ਫਰਜ਼ ਬਣਦਾ ਹੈਲਥ ਤੇ ਐਜੂਕੇਸ਼ਨ ਨੂੰ। ਠੀਕ ਹੈ, ਵਿਦਿਆ ਵਿਚਾਰ ਤਾਂ ਪਰਉਪਕਾਰੀ ਇਸ ਲਈ ਕਿਹਾ ਜਾਂਦਾ। ਮੈਂ ਜੀ ਚਿੱਬਾ ਸਾਹਿਬ ਦੀ ਗੱਲ ਇੱਕ ਗੱਲ ਇਹਦੇ 'ਚ ਹੋਰ ਜੋੜਾਂਗਾ। ਇੱਕ ਚੀਜ਼ ਸਾਡੇ ਸਾਹਮਣੇ ਇਹ ਵੀ ਬੜਾ ਕਲੀਅਰ ਕੱਟ ਆ ਕਿ ਅਸੀਂ ਜਿਹੜਾ ਹੈਗਾ ਬੱਚਿਆਂ ਦੀ ਇਵੈਲੂਏਸ਼ਨ ਨੂੰ ਕੱਲਾ ਫਾਈਨਲ ਰਿਜ਼ਲਟ ਦੇ ਉੱਤੇ ਛੱਡ ਦਿੱਤਾ। ਹਾਂ, ਜੇ 31% ਵਾਲੀ ਪਰਫਾਰਮੈਂਸ ਸੀ, 41% ਵਾਲੀ ਸੀ, ਦੂਜੀ ਸੀ, ਇਹ ਪਹਿਲਾਂ ਵੀ ਧਿਆਨ ਦੇ ਵਿੱਚ ਆਉਣੀ ਚਾਹੀਦੀ ਸੀ। ਜਿਵੇਂ ਹੁੰਦਾ ਹੈ ਕਿ ਸਿਸਟਮ ਕਿ ਜਦੋਂ ਬੱਚਾ ਸਕੂਲ ਦੇ ਵਿੱਚ ਵੀਕ ਹੈ ਤੇ ਉਹਦੇ ਪੇਰੈਂਟਸ ਨੂੰ ਵੀ ਬੁਲਾਇਆ ਜਾਂਦਾ, ਦੱਸਿਆ ਜਾਂਦਾ ਕਿ ਤੁਹਾਡਾ ਬੱਚਾ ਜਿਹੜਾ ਫੇਲ ਹੋ ਰਿਹਾ, ਇਹਨੂੰ ਜਿਹੜੀ ਹੈ ਤੁਹਾਨੂੰ ਜਿਹੜੀ ਹੈ ਘਰ ਵੀ ਧਿਆਨ ਦੇਣਾ ਪਊਗਾ, ਇੱਥੇ ਸਕੂਲ ਦੇ ਵਿੱਚ ਵੀ ਅਸੀਂ ਇਹਨੂੰ ਡਿਸਪਲਿਨ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਜੇ ਅੱਜ ਅਸੀਂ ਜਿਹੜੀ ਹੈਗੀ ਹੈ 31% ਰਿਜ਼ਲਟ ਕੱਢ ਕੇ ਕਹਿੰਦੇ ਆ ਕਿ ਨਕਲ ਸਟਾਪ ਕਰ ਦਿੱਤੀ, ਤੇ ਉਸੇ ਅਥਾਰਟੀ ਨੂੰ ਵੀ ਜ਼ਿੰਮੇਵਾਰੀ ਲੈਣੀ ਪਊਗੀ ਕਿ ਸਾਰਾ ਸਾਲ ਜੇ ਉੱਥੇ ਕੰਮ ਨਹੀਂ ਹੋਇਆ ਤੇ ਹੀ ਇਜ਼ ਆਲਸੋ ਰਿਸਪੌਂਸਿਬਲ ਫॉर ਦਿਸ। ਇਹਦੇ ਤੋਂ ਜ਼ਿੰਮੇਵਾਰੀ ਨਹੀਂ ਹਟ ਸਕਦੀ ਉਹਦੀ ਕਿ ਤੁਸੀਂ ਇਹ ਕਹੋ ਕਿ ਮੈਂ ਡਿਊਟੀਕਲੀ ਫੇਲ ਕਰਨ ਦੀ ਨਹੀਂ ਹੈ। ਜੇ ਸਾਰਾ ਸਾਲ ਤੁਸੀਂ ਇਹਨੂੰ ਤਿਮਾਹੀ ਪੇਪਰ ਹੁੰਦੇ ਆ, ਛਮਾਹੀ ਪੇਪਰ ਹੁੰਦੇ ਆ, ਦੂਜੇ ਹੁੰਦੇ ਆ, ਕਿ ਕਦੀ ਕਿਸੇ ਨੇ ਜਾ ਕੇ ਸਕੂਲਾਂ ਦੇ ਵਿੱਚ ਕਦੀ ਇਵੈਲੂਏਸ਼ਨ ਨਹੀਂ ਕੀਤੀ। ਅੱਛਾ, ਇੱਕ ਮੋਟਾ ਜਿਹਾ ਸਵਾਲ ਮੈਂ ਛੱਡਣਾ ਚਾਹਾਂ ਕਿਉਂਕਿ ਡਿਬੇਟ ਦਾ ਟਾਈਮ ਖਤਮ ਹੋਣ ਲੱਗਾ। ਗਰਗ ਸਾਹਿਬ, ਮੈਰੀਟੋਰੀਅਸ ਸਕੂਲ ਦੇ ਨਤੀਜੇ ਨੇ ਜਿਹੜੇ ਉਹ ਇਸ ਵਾਰ ਵੀ ਬਹੁਤ ਵਧੀਆ ਆਏ ਨੇ, ਇਹ ਵੱਡਾ ਫਰਕ ਕੀ ਹੈ ਮੈਰੀਟੋਰੀਅਸ ਤੇ ਦੂਜੇ ਆਮ ਸਕੂਲ? ਦੇਖੋ, ਦੂਜੇ ਸਕੂਲਾਂ ਦੇ ਵਿੱਚ ਇਹ ਹੈ ਮੈਰੀਟੋਰੀਅਸ ਸਕੂਲ ਇੱਕ ਤਾਂ ਇੱਕ ਆਸ਼ਾ ਦੇ ਨਾਲ ਖੁੱਲੇ ਸੀ, ਪਿਛਲੀ ਸਰਕਾਰ ਨੇ ਖੋਲੇ ਸੀ, ਦੂਜੇ ਉੱਥੇ ਬੱਚੇ ਵੀ ਮੈਰਿਟ ਵਾਲੇ ਦਾਖਲ ਕਰੇ ਜਾਂਦੇ ਨੇ, ਨੇਚਰ ਕਹਿੰਦੇ ਬੜੀ ਘਿਓ ਬਣਾਵੇ ਤੋਰੀਆਂ ਤੇ ਬੜੀ ਬਹੂ ਦਾ ਨਾਂ। ਤੇ ਤੀਜੀ ਗੱਲ, ਉੱਥੇ ਡਿਸਪਲਿਨ ਵੀ ਡੈਫੀਨਿਟਲੀ ਚੰਗਾ ਹੈ, ਹਾਲਾਂਕਿ ਕੋਈ ਤਨਖਾਹਾਂ ਉਹਨਾਂ ਨੇ ਕੋਈ ਬਹੁਤ ਜ਼ਿਆਦਾ ਨਹੀਂ ਹੈਗੀਆਂ ਉੱਥੇ। ਉਹ ਬਾਕੀ ਸਕੂਲਾਂ 'ਚ ਲਾਗੂ ਨਹੀਂ ਕੀਤਾ ਜਾ ਸਕਦਾ? ਨਹੀਂ, ਉਹ ਇਸ ਤਰ੍ਹਾਂ ਲਾਗੂ ਕਰਨ ਦੀ ਬਜਾਏ ਇਹਨੂੰ ਤਰੀਕੇ ਨਾਲ ਸੋਚਣਾ ਪਏਗਾ। 1 ਲੱਖ ਤੁਸੀਂ 20,000 ਸਕੂਲਾਂ ਤੇ ਇਹ ਗੱਲ ਲਾਗੂ ਨਹੀਂ ਕਰ ਸਕਦੇ, ਨਾ ਸਰਕਾਰ ਕੋਲੋਂ ਨਾ ਪੈਸਾ ਹੋਵੇ, ਨਾ ਉਸ ਤਰੀਕੇ ਨਾਲ ਰਿਸੋਰਸਸ ਦੀ ਤਰੀਕਾ। ਇਹਨੂੰ ਕਾਫੀ ਸੋਚਣ ਦੀ ਲੋੜ ਹੈ। ਵੱਡਾ ਅੱਜ ਜਿਹੜੀ ਲੋੜ ਹੈ, ਜਿਹੜਾ ਸੌਖਾ ਕਰਿਆ ਜਾ ਸਕਦਾ ਹੈ, ਡਿਸਪਲਿਨ ਕਰਕੇ ਟੀਚਰਾਂ ਨੂੰ ਵੀ ਦੇਖੋ, ਤੁਹਾਨੂੰ ਤਨਖਾਹ ਮਿਲਦੀ ਹੈ, ਕੰਮ ਤਾਂ ਤੁਹਾਨੂੰ ਕਰਨਾ ਪਊ। ਜੇ ਟੀਚਰ ਗੈਰ ਹਾਜ਼ਰ ਹੋ, ਡੀਓ ਦਾ ਘਰਾਓ ਕਰ ਲੈਂਦੇ ਨੇ ਤੇ ਸਰਕਾਰ ਨੂੰ ਮਜਬੂਰ ਹੋਣਾ ਪੈਂਦਾ ਕਿ ਚੰਗਾ ਗੈਰ ਹਾਜ਼ਰੀ ਲਾ ਦਈਏ, ਉਹ ਤੋਂ ਸਰਕਾਰ ਸਭ ਤੋਂ ਵੀਕਨੈਸ ਹੁੰਦੀ ਹੈ। ਦੂਜਾ, ਟੀਚਰ ਕਹਿੰਦਾ ਨੇ, ਭਾਵੇਂ ਚੀਮਾ ਸਾਹਿਬ ਨੇ ਕਿਹਾ ਪੜ੍ਹੋ ਪੰਜਾਬ, ਪੜ੍ਹੋ ਪੰਜਾਬ ਨੇ ਬਹੁਤ ਇਹਨਾਂ ਦੇ ਹੁੰਦੇ ਵੀ ਬਹੁਤ ਇੰਪਰੂਵਮੈਂਟ ਕਰੀ ਸੀ। ਪੜ੍ਹੋ ਪੰਜਾਬ ਇੱਕ ਐਸੀ
ਟੈਕਨੀਕ ਹੈ, ਮੈਂ ਉਹਦੀ ਸਾਰੀ ਸਟੱਡੀ ਕਰੀ ਹੈ। ਅਸੀਂ ਲਿਟਰੇਸੀ 'ਚ ਇਸ ਤਰ੍ਹਾਂ ਕਰਦੇ ਹਾਂ, ਮੈਂ ਜੀ। ਡਾਇਰੈਕਟਰ ਅਡਲਟ ਲਿਟਰੇਸੀ ਹਾਂ ਪੰਜਾਬ ਦਾ। ਉਹ ਇੱਕ ਐਸੀ ਟੈਕਨੀਕ ਹੈ ਜਿਹਦੇ ਨਾਲ ਬੱਚੇ ਦੀ ਅਚੀਵਮੈਂਟ ਵੱਧਦੀ ਹੈ, ਮੈਥਮੈਟਿਕਸ ਦੇ ਵਿੱਚ ਵੀ ਤੇ ਪੰਜਾਬੀ ਵਿੱਚ ਵੀ, ਲੈਂਗੁਏਜ 'ਚ ਵੀ। ਸੋ ਸਾਨੂੰ ਨਵੇਂ ਤਜਰਬੇ ਕਰਨੇ ਵੀ ਆ। ਅਸੀਂ ਇੰਗਲਿਸ਼ ਸਕੂਲ ਇੱਕ ਸਕੂਲ ਬਲਾਕ ਦੇ ਵਿੱਚ ਇੰਗਲਿਸ਼ ਮੀਡੀਅਮ ਦਾ ਬਣਾ ਦਾਂਗੇ, ਸਭ ਤੋਂ ਪੰਜਾਬੀ ਮੀਡੀਅਮ ਦੇ ਸਕੂਲ ਤਾਂ ਚੱਲਦੇ ਨਹੀਂ। ਸੋ ਸਾਨੂੰ ਨੀਤੀ ਦੇ ਤੌਰ ਦੇ ਉੱਤੇ ਇਕੱਠਾ ਸਮੁੱਚਾ ਇੱਕ ਫੈਸਲਾ ਸਿਆਸਤ ਮੰਨਦੇ ਹੋਏ, ਆਪਣੀਆਂ ਪਾਰਟੀਆਂ ਦੀ ਸਿਆਸਤ ਕਰਦੇ ਹੋਏ, ਇਸ ਗੱਲ ਦੇ ਉੱਤੇ ਵੀ ਜਾ ਰਹੇ ਸਾਂਝੀ ਗੱਲ ਹੈ। ਚੀਮਾ ਸਾਹਿਬ ਨੇ, ਜੋਸ਼ੀ ਜੀ ਦੀ ਪਾਰਟੀ ਹੈ, ਇਹ ਬੈਠੇ ਨੇ, ਹੋਰ ਬਰਾਗੀ ਜੀ ਨੇ, ਹੋਰ ਕੋਈ ਬੁੱਧੀਜੀਵੀ ਸਾਡੇ ਕੋਲ ਹੋਣਗੇ। ਆਪਾਂ ਇੱਕ ਰਾਏ ਨਵੀਂ ਬਣਾਈਏ ਕਿ ਆਓ ਆਪਾਂ ਸਿੱਖਿਆ ਨੂੰ ਕਿਵੇਂ ਸੁਧਾਰੀਏ। ਇਹ ਲੋੜ ਹੈ ਅੱਜ। ਮੈਂ ਇੱਕ ਗੱਲ ਹੋਰ ਜੋਸ਼ੀ ਗਰਗ ਸਾਹਿਬ ਦੀ ਗੱਲ 'ਚ ਜੋੜਨਾ ਚਾਹਾਂਗਾ, ਜੋ ਮੇਰੇ ਕੋਲ ਥੋੜਾ ਜਿਹਾ ਰਿਕਾਰਡ ਹੈਗਾ, ਕਿ ਜਿਹੜੇ ਸਾਡੇ ਟੀਚਰਸ ਨੇ ਉਹ ਜ਼ਿਆਦਾ ਪ੍ਰੈਫਰੈਂਸ ਕਰਦੇ ਆ ਕਿ 8ਵੀਂ ਤੱਕ ਦੇ ਸਕੂਲਾਂ 'ਚ ਹੀ ਅਸੀਂ ਡਿਊਟੀਆਂ ਦਈਏ, ਵੱਡੀਆਂ ਕਲਾਸਾਂ 'ਚ ਨਾ ਦਈਏ ਜਿੱਥੇ ਬੋਰਡ ਦੇ ਪੇਪਰ ਆ ਜਾਂਦੇ ਨੇ। ਔਰ ਜਿਹੜੇ ਮਿਡਲ ਸਕੂਲਸ ਨੇ, ਚੀਮਾ ਸਾਹਿਬ ਬਿਹਤਰ ਜਾਣਦੇ ਹੋਣੇ, ਉੱਥੇ ਜਿਹੜੇ ਅਧਿਆਪਕਾਂ ਦੀ ਗਿਣਤੀ ਹੈ ਵਾਧੂ ਹੈ, ਉਹ ਉੱਥੇ ਨੌਕਰੀ ਨਹੀਂ ਕਰਨਾ ਚਾਹੁੰਦੇ। ਆਪਾਂ ਕੁਝ ਇਸ ਤਰ੍ਹਾਂ ਦਾ ਉਹ ਕਰੀਏ ਕਿ ਉਹ ਉਹਨਾਂ ਦੀ ਇੱਕ ਡਿਊਟੀ ਬਣਾਈ ਜਾਵੇ, ਜਿਸ ਤਰ੍ਹਾਂ ਚੀਮਾ ਸਾਹਿਬ ਨੇ ਕਿਹਾ ਕਿ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਕਿ ਇਹ ਰਿਜ਼ਲਟ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ, ਔਰ ਜਿਹੜਾ ਬੋਰਡ ਦੇ ਲੈਵਲ ਦੇ ਐਗਜ਼ਾਮ ਨੇ ਜਾਂ ਕਲਾਸਾਂ ਨੇ ਉੱਥੇ ਵੀ ਉਹਨਾਂ ਦੀ ਜ਼ਿੰਮੇਵਾਰੀ ਇੱਕ ਕੈਂਪ ਤੈਅ ਕਰਨੀ ਪਏਗੀ। ਦੇਖੋ ਗੱਲ ਆ, ਹੁਣੇ ਮੈਰੀਟੋਰੀਅਸ ਸਕੂਲਾਂ ਦੀ ਗੱਲ ਹੋਈ ਸੀਗੀ। ਮੈਂ ਰਾਠੌਰ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਦਾ ਰਿਜ਼ਲਟ ਅੱਜ ਵੀ 96% ਹੈ। ਇਸ ਗੱਲ ਦੀ ਮੁਬਾਰਕਬਾਦ ਹੈ ਕਿ ਅੱਜ ਵੀ, ਪਰ 10 ਦੇ ਵਿੱਚੋਂ 9 ਸਕੂਲਾਂ ਦੇ ਵਿੱਚ ਪ੍ਰਿੰਸੀਪਲ ਜਿਹੜੇ ਆ ਉਹ ਹਟਾਤੇ, ਔਰ 40% ਸਟਾਫ ਇਹਨਾਂ ਦਾ ਖਾਲੀ ਹੋ ਗਿਆ। ਇਸ ਕਰਕੇ ਘੱਟੋ ਘੱਟ ਜਿਹੜੇ ਸਕੂਲ ਜਿਹੜੇ ਚੱਲ ਰਹੇ ਆ, ਠੀਕ ਹੈ ਨਾ, ਜਿਨ੍ਹਾਂ ਨਤੀਜੇ ਵਧੀਆ ਆ ਰਹੇ, ਜਿਹੜੀ ਚੰਗੀ ਚੀਜ਼ ਸਟੇਟ ਦੇ ਵਿੱਚ ਹੋਈ ਆ, ਉਸ ਪ੍ਰੋਜੈਕਟ ਨੂੰ ਵੀ ਆਪਾਂ ਇਦਾਂ ਹੀ ਸਕਟਲ ਕਰ ਦਈਏ ਕਿ ਪਿਛਲੀ ਗਵਰਨਮੈਂਟ ਨੇ ਸ਼ੁਰੂ ਕੀਤਾ ਹੋਇਆ। ਇਹ ਅੱਜ ਦੀ ਸਥਿਤੀ ਆ। ਹੁਣ ਦੱਸੋ ਕੀ ਰੀਜ਼ਨ ਹੈ ਕਿ ਸ਼ਹਿਰਾਂ ਦੇ ਵਿੱਚ ਸਕੂਲ ਹੈ, ਬੈਸਟ ਇਨਫਰਾਸਟ੍ਰਕਚਰ ਹੈ, ਔਰ 10 ਦੇ ਵਿੱਚੋਂ 9 ਦੇ ਵਿੱਚ ਅੱਜ ਦੀ ਡੇਟ 'ਚ ਪ੍ਰਿੰਸੀਪਲ ਨਹੀਂ ਹੈ। ਰੈਜ਼ੀਡੈਂਸ਼ੀਅਲ ਸਕੂਲ ਕਿਵੇਂ ਚੱਲ ਸਕਦਾ ਜੇ ਉੱਥੇ 24 ਆਵਰ ਪ੍ਰਿੰਸੀਪਲ ਵਿੱਚ ਰਹਿਣ ਵਾਲਾ ਕੈਂਪਸ ਤੇ ਨਹੀਂ ਹੋਊਗਾ? ਮੈਂ ਇੱਕ ਛੋਟੀ ਜਿਹੀ ਇੰਟਰਵੈਂਸ਼ਨ ਕਰਾਂਗਾ, ਇੱਕ ਅੱਧੇ ਮਿੰਟ ਦੀ ਜੀ। ਇਹ ਕਿਉਂ ਜ਼ਰੂਰੀ ਹੁੰਦਾ ਹੈ? ਬਾਦਲ ਪਿੰਡ ਦੇ ਵਿੱਚ ਇੱਕ ਸਟੇਟ ਇੰਸਟੀਚਿਊਟ ਆਫ ਪੈਰਾਮੈਡੀਕਲ ਐਜੂਕੇਸ਼ਨ ਬਣਾਈ 2001 ਚ, 2 ਚ ਸਰਕਾਰ ਬਦਲ ਗਈ, ਉਹ ਬੰਦ ਹੋ ਗਈ। ਫਾਈਲ ਤੇ ਆਰਡਰ ਆ ਗਿਆ ਇਹਨੂੰ ਬੰਦ ਕਰਨਾ ਹੈ। ਮੈਂ ਫਾਈਲ ਚੁੱਕੀ, ਡੋਗਰਾ ਸਾਹਿਬ ਮਿਨਿਸਟਰ ਸੀ, ਉਹਨਾਂ ਕੋਲ ਲੱਗਾ, ਮੈਂ ਕਿਹਾ ਜੀ ਇਹ ਠੀਕ ਹੈ, ਬਾਦਲ ਸਾਹਿਬ ਕਰਕੇ ਬਣੀ ਹੈ, ਸਾਨੂੰ ਤਾਂ ਉੱਥੇ ਨਰਸਾਂ ਕੁੜੀਆਂ ਮਿਲਦੀਆਂ ਨਹੀਂ, ਮਾਲ ਵਿੱਚ ਕੋਈ ਪੜਾਉਂਦਾ ਨਹੀਂ। ਕਹਿੰਦੇ ਅੱਛਾ। ਉਹ ਗਏ ਕੈਪਟਨ ਸਾਹਿਬ ਕੋਲੇ, ਸੱਚੀ ਮੁੱਚੀ ਹਾਂ ਹੋ ਗਈ, ਚੱਲਦੀ ਹੈ ਇੰਸਟੀਚਿਊਟ, ਕਿਸੇ ਨੇ ਨਹੀਂ ਰੋਕੀ। ਸੋ ਜਿਹੜੀ ਅਫਸਰਸ਼ਾਹੀ ਹੈ ਉਹਨੂੰ ਦੇਖਣਾ ਜ਼ਰੂਰੀ ਹੈ ਕਿ ਪੋਲੀਟੀਕਲ ਲੀਡਰਸ਼ਿਪ ਨੂੰ ਦੱਸੇ ਕਿ ਜੀ ਕੋਈ ਨਹੀਂ, ਪੋਲਿਟਿਕਸ ਕਰਕੇ ਵੀ ਹੋਇਆ ਹੋਊ, ਪਰ ਇਹ ਆਪਣੇ ਲੋੜ ਹੈ, ਚੱਲ ਰਹੀ ਅੱਜ ਵੀ ਚੱਲ ਰਹੀ ਹੈ। ਹਾਂਜੀ ਬੂਟਾ ਸਿੰਘ ਜੀ, ਦੇਖੋ ਵੋਟਰਾਂ ਦੇ ਅਸੀਂ ਉਹ ਕੁਆਲੀਫਿਕੇਸ਼ਨ ਤੇ ਨਹੀਂ ਲਾ ਸਕਦੇ, ਐਮਐਲਏਆਂ ਦੀ ਕੁਆਲੀਫਿਕੇਸ਼ਨ ਤੇ ਨਹੀਂ ਲਾ ਸਕਦੇ, ਡੈਮੋਕ੍ਰੈਟਿਕ ਪ੍ਰੋਬਲਮ ਆ, ਪਰ ਇਹ ਮਾਸ ਚੋਂ ਆਵਾਜ਼ ਆਉਂਦੀ ਆ ਵੀ ਸਾਡਾ ਹੈੱਡ ਆ ਉਹ 10 ਪੜਿਆ ਵਾ, ਉਹ 12 ਪੜਿਆ ਵਾ। ਇਸ ਚੀਜ਼ ਤੇ ਕੋਈ ਬੁਰਾਈ ਨਹੀਂ, ਜੇ ਪੜਿਆ ਲਿਖਿਆ ਹੋਊ ਤਾਂ ਹੀ ਉਹ ਨੀਤੀਆਂ ਚੰਗਾ ਬਣਾਊ, ਡਾਇਰੈਕਸ਼ਨ ਚੰਗੀ ਦੇ ਸਕਦਾ ਵਾ। ਜੇ ਵਿਚਾਰਾ ਐਵੇਂ ਪੋਲੀਟੀਕਲ ਲਈ ਹੋਊਗਾ, ਨੋ ਡਾਊਟ ਚੀਮਾ ਸਾਹਿਬ ਬਹੁਤ ਪੜ੍ਹੇ ਲਿਖੇ ਸੀਗੇ, ਇਹਨਾਂ ਦੇ ਸਮੇਂ ਚੋਂ ਬਹੁਤ ਚੰਗੇ ਇਹਨਾਂ ਨੇ ਸੰਘਰਸ਼ ਕੀਤੇ ਆ, ਫੈਸਲੇ ਲਏ ਆ। ਪਰ ਜਿਵੇਂ ਆਪਾਂ ਪਹਿਲੇ ਮਲੂਕਾ ਸਾਹਿਬ ਦੀ ਗੱਲ ਕਰ ਲਈਏ, ਜਥੇਦਾਰ ਤੋਤਾ ਜੀ ਦੀ ਗੱਲ ਕਰ ਲਈਏ, ਜਾਂ ਹੋਣ ਵਾਲੇ ਮਿਨਿਸਟਰਾਂ ਦੀ ਗੱਲ ਕਰ ਲਈਏ, ਇਹ ਕੋਈ ਬੜਾ ਵਧੀਆ ਸਿਗਨਲ ਨਹੀਂ, ਕਿਉਂਕਿ ਅੱਜ ਸਮੇਂ ਦੀ ਲੋੜ ਆ। ਅਸੀਂ ਐਮਐਲਏਸ ਲਈ ਵੀ ਮਿਨੀਮਮ ਆਮ ਜਿਹੜੀ ਆਵਾਮ ਆ ਉਹ ਚਾਹੁੰਦੀ ਆ ਕੋਈ, ਕਿਉਂਕਿ ਇੱਕ ਪੀਐਨ ਲਈ ਹੁੰਦੀ ਆ, ਵਾਈ ਨਾਟ ਫॉर ਦਾ ਐਮਐਲਏ ਲਈ ਵੀ ਹੋਵੇ, ਮਿਨਿਸਟਰ ਲਈ ਵੀ ਚਾਹੀਦੀ ਆ। ਐਮਐਲਏ ਤਾਂ ਭਾਵੇਂ ਹੋ ਜਾਵੇ, ਮਿਨਿਸਟਰ ਲਈ ਤਾਂ ਘੱਟੋ ਘੱਟ ਚਾਹੀਦੀ ਹੋਈ। ਜੇ ਮਿਨਿਸਟਰਾਂ ਲਈ ਵੀ ਹਰਪ੍ਰੀਤ ਜੀ ਹੈ ਨਹੀਂ, ਘੱਟੋ ਘੱਟ ਉਸ ਅਦਾਰੇ ਦੇ ਐਜੂਕੇਸ਼ਨ ਮਿਨਿਸਟਰ ਲਈ ਤਾਂ ਅਸੀਂ ਕਰ ਦਈਏ ਬਈ ਉਹ ਘੱਟੋ ਘੱਟ ਐਮਏ ਪੀਐਚਡੀ ਕੁਝ ਹੋਵੇ ਜਿਹੜਾ ਉਸ ਲੈਵਲ ਤੇ ਬਹਿ ਕੇ ਨੀਤੀ ਬਣਾਉਣ ਦੇ ਵਿੱਚ ਵੀ ਆਪਦਾ ਕੁਝ ਯੋਗਦਾਨ ਪਾ ਸਕੇ। ਮੈਂ ਇਹਨਾਂ ਦੀ ਗੱਲ ਜਿਹੜੀ ਡਾਕਟਰ ਸਾਹਿਬ ਨੇ ਗੱਲ ਕਹੀ ਸੀ ਉਹਦੀ ਪ੍ਰੋੜਤਾ ਕਰਦਾ ਕਿ ਇਹਦੇ ਚ ਜਿਹੜੀ ਹੈਗੀ ਹੈ ਪਬਲਿਕ ਐਕਸਪੀਰੀਅੰਸ ਤੇ ਤੁਹਾਡੀ ਕਮਿਟਮੈਂਟ ਜ਼ਿਆਦਾ ਮੈਟਰ ਕਰਦੀ ਹੈ। ਨਹੀਂ ਚੀਮਾ ਸਾਹਿਬ, ਜਦੋਂ ਤੁਹਾਡੇ ਵਿਭਾਗ ਦਾ ਸੈਕਟਰੀ ਕੋਈ ਫਾਈਲ ਲੈ ਕੇ ਤੁਹਾਡੇ ਕੋਲ ਆਊਗਾ, ਉਹ ਫਾਈਲ ਦੇ ਵਿੱਚ ਲਿਖਿਆ ਕੀ ਪਿਆ ਹੈ ਉਹ ਤੁਹਾਨੂੰ ਘੱਟੋ ਘੱਟ ਪੜ੍ਹਨ ਯੋਗ ਹੋਵੋ ਤਾਂ ਜ਼ਿਆਦਾ ਜ਼ਰੂਰੀ ਨਹੀਂ ਹੁੰਦਾ। ਸਿਮਰਤੀ ਇਰਾਨੀ ਜੀ ਦਾ ਨਾਮ ਲੈ ਕੇ ਕ੍ਰਿਟਿਸਿਜ਼ਮ ਸਾਰਿਆਂ ਨੇ ਕਰ ਦਿੱਤਾ। ਮੈਨੂੰ ਐਕਸਪੀਰੀਅੰਸ ਹੈ ਬਤੌਰ ਐਜੂਕੇਸ਼ਨ ਮਿਨਿਸਟਰ ਉਹਨਾਂ ਨਾਲ ਕੰਮ ਕਰਨ ਦਾ, ਔਰ ਜਿੰਨਾ ਅੱਛਾ ਕੰਮ ਬਤੌਰ ਯੂਨੀਅਨ ਮਿਨਿਸਟਰ ਉਹਨੇ ਐਜੂਕੇਸ਼ਨ ਦੇ ਵਿੱਚ ਕੀਤਾ, ਜਿੰਨਾ ਇੰਟਰਸਟ ਲਿਆ, ਮੈਂ ਘੱਟੋ ਘੱਟ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ। ਇਸ ਕਰਕੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਪੜ੍ਹੇ ਲਿਖੇ ਹੁੰਦੇ ਨੇ, ਆ ਸੈਨੇਟ ਇੱਥੇ ਸਾਰੀ ਪੜ੍ਹੀ ਲਿਖੀ ਹੈ, ਸਾਨੂੰ ਪਤਾ ਯੂਨੀਵਰਸਿਟੀ ਦਾ ਹਾਲ ਕੀ ਹੈ। ਮੈਂ ਇੱਕ ਗੱਲ ਕਹਿਣਾ ਚਾਹੂੰਗਾ ਰਾਠੌਰ ਸਾਹਿਬ, ਆਖਰ ਚ ਬੇਨਤੀ ਇੰਨੀ ਹੈ
ਕਿ ਜੇ ਰਿਜ਼ਲਟ ਚੰਗੇ ਲਿਆਣੇ ਹੈ ਤੇ ਸਕੂਲਾਂ 'ਚ ਇਨਫਰਾਸਟ੍ਰਕਚਰ ਦਿਓ, ਬਿਲਡਿੰਗਸ ਦਿਓ, ਉਹਨਾਂ ਦੀ ਉਹ ਕਰੋ। ਖਾਸ ਕਰਕੇ ਪਿਛਲੇ ਸਾਲ ਜਿਹੜਾ 28 ਕਰੋੜ ਰੁਪਇਆ ਟੇਬਲਾਂ ਦਾ, ਬੈਂਚਾਂ ਦਾ ਲੈਪਸ ਹੋ ਗਿਆ, ਇਸ ਸਾਲ ਉਹਨੂੰ ਜਿਹੜਾ ਹੈਗਾ ਫਰੈਸ਼ ਬਜਟ ਦੁਆਰਾ ਆਇਆ ਹੈ, ਉਹਨੂੰ ਯੂਜ਼ ਕਰ ਲਓ ਔਰ ਸਕੂਲ ਦੇ ਬੱਚਿਆਂ ਨੂੰ ਬੈਂਚ ਦਿਓ, ਇਨਫਰਾਸਟ੍ਰਕਚਰ ਚੰਗਾ ਦੋਗੇ, ਟੀਚਰਾਂ ਦੀ ਹਾਜ਼ਰੀ ਇੰਸ਼ੋਰ ਕਰੋਗੇ ਤੇ ਰਿਜ਼ਲਟ ਜਿਵੇਂ ਅਸੀਂ ਦਿੱਲੀ 'ਚ ਦੇ ਰਹੇ ਹਾਂ ਜੀ ਸਾਹਿਬ, ਬਿਲਕੁਲ ਸਹੀ ਗੱਲ ਹੈ। ਹਰੇਕ ਸਰਕਾਰ ਐਜੂਕੇਸ਼ਨ ਦੇ ਪ੍ਰਤੀ ਕੋਈ ਵੀ ਸਰਕਾਰ ਆਵੇ, ਕੋਈ ਢਿੱਲ ਨਹੀਂ ਪਿਛਲੀ ਵਾਰ ਲੈਪਸ ਹੋ ਗਏ ਹੁੰਦੀ ਹੈ, ਕਈ ਕਾਰਨ ਹੋ ਜਾਂਦੇ, ਕਈ ਵਾਰ ਹੋ ਜਾਂਦਾ ਹੈ, ਸਰਕਾਰ ਇਹਦੇ ਪ੍ਰਤੀ ਚਲੋ ਪ੍ਰਤੀਬੱਧ ਹੈ। ਉਹਦੇ ਲਈ ਸ਼ਾਇਦ ਵਿਭਾਗ ਵੀ ਇਸੇ ਕਰਕੇ ਬਦਲਿਆ ਗਿਆ, ਜਿਹੜੀਆਂ ਗਲਤੀਆਂ ਹੋਈਆਂ ਨੇ ਮੰਨਣੀਆਂ ਪੈਣੀਆਂ ਨੇ, ਉਸੇ ਕਰਕੇ ਹੀ ਜਿਹੜਾ ਮੰਤਰੀ ਸਾਹਿਬਾਨ ਦੀ ਕੁਰਸੀ ਵੀ ਗਈ ਹੈ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ 'ਚ ਬਣੇ ਰਹਿਣ ਦੇ ਲਈ। ਉਮੀਦ ਅਸੀਂ ਇਹੀ ਕਰਦੇ ਹਾਂ ਕਿ ਜਿਹੜੇ ਬਾਕੀ ਨਤੀਜੇ ਆਣੇ ਨੇ ਬੱਚਿਆਂ ਦੇ, ਉਹ ਵੀ ਜਲਦੀ ਤੋਂ ਜਲਦੀ ਆ ਜਾਣ ਔਰ ਜਿਹੜੀਆਂ ਉਣਤਾਈਆਂ, ਜਿਹੜੀਆਂ ਦਿੱਕਤਾਂ ਨੇ, ਉਹ ਖਤਮ ਹੋਣੀਆਂ ਬੜੀਆਂ ਜ਼ਰੂਰੀ ਨੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।